ਮਾਵਾਂ ਭੈਣਾਂ ਦੇ ਉੱਤੇ ਮਤਲਬ ਕਿਚੜ ਉਛਾਲਣ ਤੁਹਾਡੇ ਸਾਹਮਣੇ ਉਕਾਬ ਭਾਈ ਤੁਹਾਡੇ ਸਾਹਮਣੇ ਹੈਗਾ ਵਾ। ਤਲਤ ਭਾਈ ਦੀ ਸਜ਼ਾ ਇਹ ਆ ਕਿ ਤਲਤ ਭਾਈ ਨੇ ਬਰੋਡ ਲਾਈ। ਮੇਰੀ ਤੇ ਭਗਵਾਨ ਦੀ ਸਜ਼ਾ ਇਹ ਆ, ਜਾਂ ਸਾਡੀ ਜਿਹੜੇ ਅਸੀਂ 3-4 ਜਿਹੜੇ ਹੈਗੇ ਆ ਬੰਦੇ, ਸਾਡੀ ਸਜ਼ਾ ਇਹ ਆ ਕਿ ਅਸੀਂ ਉੱਥੇ ਮੋਡਰੇਸ਼ਨ ਕੀਤੀ। ਔਰ ਤਲਤ ਸਾਹਿਬ ਜਿਹੜੇ ਨੇ ਉਹਦੀ ਸਜ਼ਾ ਭੁਗਤ ਰਹੇ ਨੇ। ਉਹਨਾਂ ਦੀਆਂ ਬੇਟੀਆਂ ਦੀ ਪੋਸਟ ਲਾ ਕੇ, ਉਹਨਾਂ ਨੂੰ ਗਾਲਾਂ ਕੱਢ ਕੇ, ਗਲੀ ਜ਼ੁਬਾਨ ਇਸਤੇਮਾਲ ਕਰਕੇ, ਬੱਚੀਆਂ ਦੀਆਂ ਫੋਟੋਆਂ ਲਾਈਆਂ ਨੇ ਉਹਨਾਂ, ਪੋਸਟਰ ਬਣਾਇਆ ਹੋਇਆ ਨਾ ਹਕੀਕੀ ਤਸਵੀਰ ਦਾ। ਨਹੀਂ ਤਸਵੀਰ ਨਹੀਂ ਹੈ, ਪੋਸਟਰ ਬਣਾਇਆ, ਯਾਨੀ ਪੋਸਟਰ ਬਣਾ ਕੇ ਤੇ ਉੱਤੇ ਉਹ ਮਤਲਬ ਜਿਵੇਂ ਬਣਾਇਆ ਸਟੈਚੂ ਬਣਾ ਕੇ ਲਿਖਾ ਹੁਆ ਹੈ। ਜਿਹੜੀ ਪੜ੍ਹਨਾ ਤਸਵੀਰਾਂ ਨੇ ਉਹ ਅਮਨ ਨਜ਼ੀਰ ਸਾਹਿਬ ਦੇ ਵਾਲਿदैन ਦੀਆਂ ਨੇ, ਲੇਕਿਨ ਤਲਤ ਸਾਹਿਬ ਦਾ ਹਾਲੀ ਰਾਈਟਿੰਗ ਦੇ ਵਿੱਚ ਉਹਨਾਂ ਨੇ ਲਿਖਿਆ ਹੈ। ਅਮਨ ਨਜ਼ੀਰ ਸਾਹਿਬ ਦੇ ਵਾਲਿदैन ਦੀਆਂ ਤਸਵੀਰਾਂ ਲਾਈਆਂ ਨੇ ਉਹਨਾਂ। ਜੀ ਭਾਈਜਾਨ, ਵਾਲਿदैन ਦੀਆਂ ਤਸਵੀਰਾਂ ਲਾਈਆਂ ਨੇ। ਤੇ ਥੱਲੇ ਮੋਦੀ ਨੂੰ ਜਿਹੜਾ ਹੈ ਉਹ ਇਹਨਾਂ ਦੀ ਵਾਲਦਾ ਦੇ ਨਾਲ ਜਿਹੜਾ ਹੈ ਉਹ ਇੱਕ ਅਡੋਪ ਫੋਟੋਸ਼ਾਪ ਕਰਕੇ ਤੇ ਜੱਫੀ ਪਵਾ ਕੇ ਤੇ ਲਿਖਿਆ ਹੋਇਆ ਕਿ ਮੋਦੀ ਇਹਨਾਂ ਦਾ ਵਾਲਦ ਹੈ। ਆਮਰ ਨਜ਼ੀਰ ਸਾਹਿਬ ਦੇ ਜਿਹੜੇ ਵਾਲਦਾ ਨੇ ਜਾਂ ਵਾਲਦ ਨੇ ਉਹਨਾਂ ਦੀ ਹਕੀਕੀ ਤਸਵੀਰ ਹੈ ਕਿ ਉਹਦਾ ਵੀ ਸਟੈਚੂ ਬਣਾਇਆ ਨੇ? ਹਾਂਜੀ, ਹਕੀਕੀ ਤਸਵੀਰ ਹੈ। ਔਰ ਫੌਤ ਹੋ ਚੁੱਕੇ ਨੇ 90+ ਔਰ ਇੰਨੀ ਉਹਨਾਂ ਦੀ ਏਜ ਦੱਸ ਰਹੇ ਨੇ। ਤੇ ਉਹ ਲਾ ਕੇ ਅਹਿਮਦੀ ਨੇ, ਜਮਾਤ ਅਹਿਮਦੀਆ ਦੇ ਬੰਦੇ ਨੇ। ਜੀ ਭਾਈਜਾਨ, हज़रत मसीह मऊद अलैहिस्सलातु वस्सलाम ਨੂੰ ਮੰਨਦੇ ਨੇ, ਜਿਹੜੇ ਆਂਦੇ ਨੇ ਮੁਹੱਬਤ ਸਭ ਕੇ लिए नफरत किसी से नहीं है। ਉਹਨਾਂ ਨੇ ਕੀਤਾ ਕੰਮ ਅਮਨ ਜੀ, ਪੀਸਫੁਲ, ਯਾਨੀ ਕਿ ਜਿਨ੍ਹਾਂ ਨੇ ਪੂਰੀ ਦੁਨੀਆ ਦੇ ਉੱਤੇ ਅਮਨ ਫੈਲਾਣਾ ਹੈ। ਜੀ ਜਿਨ੍ਹਾਂ ਨੇ ਠੇਕਾ ਲਿਆ, ਜੋ ਜੰਨਤ ਵਿੱਚ ਜਾਏਗੀ। ਯਾਨੀ ਕਿ ਉਹ ਹੁਣ ਮੌਲਵੀਆਂ ਦੀਆਂ ਮਾਵਾਂ ਭੈਣਾਂ ਜਿਹੜੀਆਂ ਨੇ ਉਹ ਟੰਗ ਰਹੇ ਨੇ ਟਿਕਟੋਕ ਦੇ ਉੱਤੇ। ਇੰਜੀ ਗੱਲ ਹੈ, ਸਵਾਬ ਦੀ ਖਾਤਰ ਸਵਾਬੇ ਦੌਰਾਨ ਹਾਸਲ ਕਰਨ ਵਾਸਤੇ। ਤੇ ਜਿਹੜੀਆਂ ਮਸਜਿਦਾਂ ਇਹਨਾਂ ਦੀਆਂ ਮੁਸਲਮਾਨਾਂ ਨੇ ਢਾਹ ਛੜੀਆਂ ਨੇ ਪਾਕਿਸਤਾਨ ਦੇ ਵਿੱਚ, ਉਦੋਂ ਤੇ ਬੋਲੇ ਵੀ ਨਹੀਂ, ਚੂੰ ਵੀ ਨਹੀਂ ਇਹਨਾਂ ਕੀਤਾ ਮਰਦਈਆਂ ਨੇ, ਅਹਿਮਦੀਆਂ ਨੇ। ਇਹਨਾਂ ਦੀਆਂ ਅੱਖਾਂ ਦੇ ਸਾਹਮਣੇ ਇਹਨਾਂ ਦੇ ਕਬਰਸਤਾਨ ਢਾਏ ਨੇ। ਮੈਨੂੰ ਪਤਾ ਤੇ ਇੱਧਰ ਹੀ ਆ ਰਿਹਾ, ਉਹ ਜਸਟੀਫਾਈ ਕਰਨ ਆਇਆ ਉਕਾਬ ਮਰਜ਼ਾਈ। ਮੈਂ ਤੇ ਕਹਿਣ ਡਿਆ ਕਿ ਇਹ ਜਿਨ੍ਹਾਂ ਦੀਆਂ ਮਸਜਿਦਾਂ ਉਹਨਾਂ ਦੀਆਂ ਢਾਈਆਂ ਗਈਆਂ ਹਨ ਜਦੋਂ, ਉਦੋਂ ਤੇ ਇਹਨਾਂ ਨੇ ਚੂੰ ਵੀ ਨਹੀਂ ਕੀਤਾ। ਇਹਨਾਂ ਦੇ ਘਰਾਂ ਨੂੰ ਅੱਗਾਂ ਵੀ ਜਦੋਂ ਲਾਈਆਂ ਗਈਆਂ ਨੇ ਉਦੋਂ ਤੇ ਇਹਨਾਂ ਚੂੰ ਵੀ ਨਹੀਂ ਕੀਤਾ। ਇੱਥੇ ਟਿਕਟੋਕ ਦੇ ਉੱਤੇ ਕਿਹੜੇ ਬਦਮਾਸ਼ੀ ਕਰਨ ਡਏ ਨੇ ਮੌਲਵੀਆਂ ਦੇ ਨਾਲ, ਮਤਲਬ ਉਹਨਾਂ ਦੀਆਂ ਫੋਟੋਆਂ ਲਾ ਕੇ। ਤੇ ਇਹ ਤੇ ਬੜੀ ਗਲੀਜ਼ ਹਰਕਤ ਹੈ ਕਿ ਕਿਸੇ ਦੀ ਮਾਂ ਭੈਣ ਦੀ ਫੋਟੋ ਤੁਸੀਂ ਲਾਓ, ਠੀਕ ਹੈ। ਤੇ ਉਸ ਤੋਂ ਕਮੀਨਾ ਸ਼ਖਸ ਜਿਹੜਾ ਉਹ ਕੌਣ ਹੋ ਸਕਦਾ, ਠੀਕ ਹੈ। ਤੇ ਜਿਹੜਾ ਇਸਲਾਮ ਦੇ ਨਾਮ ਦੇ ਉੱਤੇ ਉਹ ਮਤਲਬ ਲੋਕਾਂ ਦੀਆਂ ਮਾਵਾਂ ਭੈਣਾਂ ਨੂੰ ਜ਼ਲੀਲ ਕਰਨ ਡਿਆ, ਸੋਸ਼ਲ ਮੀਡੀਆ ਦੇ ਉੱਤੇ ਉਹਦੇ ਕੋਲ ਮਾਈਕ ਆ ਗਿਆ ਤੇ ਉਹ ਬਹਿ ਗਿਆ ਇੱਕ ਟੈਕਸੀ ਦੇ ਉੱਤੇ ਤੇ ਬਹਿ ਕੇ ਤੇ ਜਨਾਬ ਹੁਣ 4 ਸਵੇਰੇ ਲੋਕਾਂ ਨੂੰ ਇਹਨਾਂ ਨੂੰ ਕੱਢੋ ਗਾਲਾਂ ਚੰਗੀਆਂ ਕੱਢੋ। ਇਹ ਜਿੰਨੇ ਹੈ ਜੇ ਨਾ ਮਰਜ਼ਈ ਜਿਹੜੇ ਗਾਲਾਂ ਤੁਹਾਨੂੰ ਕੱਢਦੇ ਨੇ, ਇਹਨਾਂ ਨੂੰ ਕਰੋੜ ਗਾਲ ਕੱਢੋ। ਮੈਂ ਤੁਹਾਨੂੰ ਐਲਾਨ ਕਰਨਾ ਵਾ ਮੁਕੰਮਲ ਤੌਰ ਤੇ, ਇਹਨਾਂ ਦਾ ਇਲਾਜ ਹੀ ਇਹ ਵੇ, ਟੋਟਲ ਕੱਢੋ ਇਹਨਾਂ ਨੂੰ। ਇਹਨਾਂ ਨੇ ਹੁਣ ਗਾਲਾਂ ਦਾ ਪੇੜੇ ਨਾ ਤੇ ਗਾਲਾਂ ਦੇ ਪਾ ਕੇ ਵੇਖ ਲਵੋ, ਇਹਨਾਂ ਦੀ ਬੱਸ ਕਰਾ ਦਿਓ ਗਾਲਾਂ ਦੇ ਵਿੱਚ। ਇਹਨਾਂ ਦਾ ਇਲਾਜ ਮੈਂ ਤੇ ਹਮਲ ਚੁੱਕਿਆ, ਮੈਂ ਤੇ ਗਾਲ ਕੱਢਣੀ ਨਹੀਂ ਕੋਈ ਵੀ, ਤਾਂ ਮਾਰਾ मैं ਤੁਹਾਨੂੰ आना ਪਿਆ। उकाब भाईजान, ये जो इनका जो क्लेम है कि अगर कोई गैर इखलाकी जो हरकत हो अहमदिया जमात से, क्योंकि हम बड़े पीसफुल हैं। अहमदी नहीं, साडे हजरत मसीह मऊद ने फरमाया कि जेड़ा गालियां कढ़दा है ना ਉਹ ਸਾਡੀ ਜਮਾਤ ਦੇ ਵਿੱਚੋਂ ਹੀ ਨਹੀਂ ਹੈ ਕੋਈ ਵੀ। ਜਿਹੜਾ 5 ਵਕਤਾਂ ਨਮਾਜ਼ ਨਹੀਂ ਪੜਦਾ ਉਹ ਸਾਡੀ ਜਮਾਤ ਦੇ ਵਿੱਚੋਂ ਨਹੀਂ ਹੈ ਕੋਈ। ਇਹ ਸਾਡੇ ਕੋਈ ਅਹਿਮਦੀ ਨਹੀਂ ਹੈ। ਇਹਨਾਂ ਨੂੰ ਤੁੰਨ ਕੇ ਇਹਨਾਂ ਨੂੰ ਥੋਬਾ ਲਾ ਦਿਓ, ਇਹਨਾਂ ਦਾ ਇਲਾਜ ਇਹੀ ਹੈ। तो वो कह रहे हैं कि हमारी जमात की तरफ से पूरा जो अगर कोई गैर इखलाकी हरकत इवन सोशल मीडिया पे भी करता है तो हमारी जमात उसमें एक्शन लेती है। लेकिन गल विचों ਇਹ ਸੋਚਣ ਦੀ ਹੈ ਨਾ ਕਿ ਮੁਖਾਲਫ ਤੇ ਆਵਾਜ਼ ਹਮੇਸ਼ਾ ਚੱਕਦਾ ਹੀ ਚੱਕਦਾ ਹੈ। ਮਸਲਾ ਇਹ ਆ ਕਿ ਘਰ ਦੇ ਬੰਦੇ ਕਿੰਨੀ ਕੁ ਆਵਾਜ਼ ਚੱਕਦੇ ਨੇ, ਇਹ ਮਸਲਾ ਹੈ। ਠੀਕ ਗੱਲ ਇੱਥੇ ਤੇ ਗੱਲ ਹੋ ਰਹੀ ਹੈ। ਦੇਖੋ ਇੱਥੇ ਤਲਤ ਸਾਹਿਬ ਮੁਖਾਲਫ ਬੰਦੇ ਨਹੀਂ ਹੈ, ਤਲਤ ਸਾਹਿਬ ਵੀ ਉਸੇ ਜਮਾਤ ਦੇ ਮੈਂਬਰ ਨੇ, ਉਸੇ ਜਮਾਤ ਦੇ ਇਹ ਮੈਂਬਰ ਨੇ। ਮੈਂ ਮਤਲਬ ਬੜੇ ਦਿਨਾਂ ਦਾ ਸਮਝਾਣ ਡਿਆ ਕਿ ਦੇਖੋ ਮੁਖਾਲਫ ਦੀ ਗੱਲ ਨਹੀਂ ਹੈ। ਬਨੀ ਇਸਰਾਈਲ ਭਾਈ ਸੇਮ ਜਮਾਤ ਦੇ ਵਿੱਚ ਰਹਿੰਦੇ ਹੋਏ ਬੰਦੇ ਦੀ ਕੰਮ ਛੱਡ ਦਿਓ, ਇਹ ਗਾਲਾਂ ਛੱਡ ਦਿਓ, ਇਹ ਗਾਲਾਂ ਛੱਡ ਦਿਓ, ਇਹ ਤੁਹਾਨੂੰ ਬਹੁਤ ਦੂਰ ਤੱਕ ਲੈ ਕੇ ਜਾਣਗੀਆਂ। ਤੇ ਮੇਰੀ ਗੱਲ ਨੂੰ ਸਮਝਿਆ ਹਰ ਬੰਦੇ ਨੇ ਤਮਾਕੂ, ਠੀਕ ਹੈ। ਤੇ ਇਹਨਾਂ ਨੂੰ ਇਸ ਗੱਲ ਦਾ ਇਲਮ ਨਹੀਂ ਹੈ ਕੋਈ ਵੀ ਕਿ ਇਹਨਾਂ ਨੂੰ ਗਾਲਾਂ ਜਿਹੜੀਆਂ ਨੇ ਬਹੁਤ ਦੂਰ ਤੱਕ ਲੈ ਜਾਣਾ। ਤੇ ਅੱਗੇ ਵੀ ਇਹਨਾਂ ਨੂੰ ਕਈਆਂ ਨੂੰ ਗਾਲਾਂ ਨੇ ਖੜਿਆ ਹੈ, ਲੇਕਿਨ ਇਹਨਾਂ ਨੂੰ ਸਮਝ ਹੀ ਨਹੀਂ ਹੈ। ਔਰ ਇੱਕ ਗੱਲ ਮੈਂ ਤੁਹਾਨੂੰ ਲਿਖ ਕੇ ਦੇ ਦਿੰਨਾ,
ਕਿ ਜਿੰਨੀ ਸ਼ਾਦਮੀਅਤ ਹੋ ਰਹੀ ਹੈ ਤੁਹਾਡੇ ਮਸੀਹ ਮਊਦ ਦੀ ਤੇ ਉਸ ਤੋਂ ਬਾਅਦ ਜਿਹੜੇ ਤੁਹਾਡੇ ਅਕਾਬਰੀਨ ਨੇ, ਔਰ ਜਿੰਨੀ ਹੋਣੀ ਹੈ ਇੰਨੀ ਪਿਛਲੇ 130 ਸਾਲ ਦੇ ਵਿੱਚ ਨਹੀਂ ਹੋਈ। ਹਾਂਜੀ बिल्कुल ऐसे ही है। और ये फिर इन बोल रहे मर्जियों हैं की कि- वजह से ये जो तोहिनें जितनी भी होती है ना, चाहे जितनी भी गुस्ताखियां होती हैं, ये मर्जियों की वजह से, मसलियों की वजह से और चूड़ों की वजह से होती है। असल जो दीन है ना, और जो असल जो पीस का मैसेज है, ये इन्हीं लोगों की वजह से खराब होता है। अच्छा ख्वाब साहब, बात एक और है गौर करने की। आपने दूसरे इशू की तरफ भी इशारा किया, पता नहीं शायद आप तंज कर रहे थे या सीरियस, लेकिन बात यह है कि तलत साहब हैं, हमारे मुखालिफ हैं। आपको पता ही है कि टिकटॉक पे सबसे ज़्यादा अगर कोई बहस मुबाहिसा हुआ है तो इनसे हुआ है या नासिर साहब से। लेकिन जब उनके साथ ये ज़्यादती हुई है तो किसी भी एक इंसान की तरह यहाँ पे जितने बंदे बैठे हैं ये सब गैर अहमदी हैं आपके अलावा। एक अहमदी ने भी आके जो है ना वो नहीं इनको बताया या इनका साथ जो है वो इजहार किया कि मैं इनके साथ खड़ा हूँ, नहीं, ये बात हो रही है। हाँ, एटलीस्ट कंडेम तो करना चाहिए आप जमात के नाते नहीं, इंसानियत के नाते। आपके घर में भी माएँ बहनें बेटियां हैं, उनकी भी इज्जत है। मतलब आप चाह रहे हैं कि जिस तरह आज किसी की माँ बहन बेटी की तरफ जो है वो उंगली उठाई जा रही है, नाजेबा अल्फाज इस्तेमाल किए जा रहे हैं, कल में आपकी तरफ भी हो। मतलब आप चाह रहे हैं, इस चीज को आप प्रोवोक कर रहे हैं, इस चीज को, इसमें आप कंट्रीब्यूट कर रहे हैं। एक दो आए इससे हैं, पढ़ उन्होंने के ये आपका जाहिर पूरे का करने पूरा की- नारा खतरे में है भाईजान। अगर ये आप नहीं एक- करेंगे तो जो आपका पीस का नारा है वो कहाँ गया फिर? अमन का, प्यार का, मोहब्बत का। तो ये तो बात ऐसी है, या तो फिर वो जमात के साथ लोग हैं, अगर वो लोग नहीं है तो आप आगे एहतजाज में रिकॉर्ड करेंगे भाई इन लोगों के साथ ये गालीबाज हैं, ये मरज़ई हैं, इनका हमारे साथ कोई ताल्लुक नहीं है। तो मजा आए ना फिर बात का। यार मसला तो ये है कि जब कोई नया तो बनी इसराइल बंदा भाई- जो है, मैं एक सिर्फ मैं गल कह कर रहा लवां एक छोटी तो- जी, कि जब कोई नया बंदा अहमदी होता है तो उसके लिए टर्म्स एंड कंडीशन और पूरा एक बैत फॉर्म उसे दिया जाता है। लेकिन जो एक अहमदी के घर में पैदा हो रहा है उससे वो साइन क्यों नहीं करवाया जाता? उसे क्यों नहीं बताया जाता कि आपने इन सारी शराइत पे चलना है? मतलब घर का जो भेदी है वो लंका ढा दे, उसका मसला नहीं है। ये अगर बड़ा बाहर से कोई, अहम नुक्ता आपने बयान किया वाकई। हाँ, इस पे अगर कोई गौर बाहर करना से चाहिए। उंगली भी उठा दे, आप देखें ना, विकास जो वीडियो एक मैं बात तुहानू सर, दसना एक- कि एक- बस एक बात- करिए एक बात। ਇਹ ਜਿਹੜੇ मैं ਇਹ कह रहा ਜਿਹੜੀ हूं, ਦੁਸ਼ਮਣੀ ये ਹੈ ना बात ਇਹਦੇ कर लूं। ਦੁਸ਼ਮਣ ਦਾ मैं समझ गया बात आपकी। ਦੁਸ਼ਮਣ ਨਾਲ ਇਤਨੇ ਘਟਿਆ ਦੁਸ਼ਮਣ ਨਾਲ ਜਿਹੜਾ ਹੈ ਨਾ ਉਹ ਦੁਸ਼ਮਣੀ ਹੀ ਵਾਰਾ ਨਹੀਂ ਖਾਂਦੀ। ਉਹ ਤਾਂ ਚਲੋ ਅਮਰ ਨਜ਼ੀਰ ਹੈ ਜਾਂ ਸ਼ਾਰਪ ਸ਼ੂਟਰ ਹੈ ਜਿਹੜਾ ਕੋਈ ਸਬਰ ਰੱਖਿਆ ਉਹਨਾਂ ਤੇ ਸਾਡੇ ਵਾਸਤੇ ਇਹ ਖੇਡ ਨਹੀਂ ਭਾਈ। हाँ गाला नहीं यार, अच्छा, उकाब साहब, मैं हूँ उकाब साहब, एक बात साहब की गल सुनने एक बात सुनिएगा, एक बात सुनिए। दो भाई जो आए हैं उन्होंने तलत साहब की आवाज बंद करवाने की कोशिश की है कि जो तुम तकलीफ से गला फाड़ रहे हो, चीख रहे हो, ये मुंह बंद करो, हमारी बदनामी हो रही है, तुम ये ना करो। उनके पास ਬਦਨਾਮੀ ਇਹਨਾਂ ਦੀ ਬੇਬਾਹ ਹੋਣ ਡਈ ਹੈ। ਮੇਰੀ ਗੱਲ ਸੁਣ ਲਓ ਨਈਓ ਬਾਈ, ਜਿਹੜੀ ਆਮਰ ਨਜ਼ੀਰ ਨੇ ਗੱਲ ਕੀਤੀ ਹੈ ਇਸ ਤੋਂ ਪਹਿਲਾਂ ਕਿ ਮੈਂ ਅਗਰ ਖਲੀਫਾ ਵਕਤ ਦੀਆਂ ਤਸਵੀਰਾਂ ਜਿਹੜੀਆਂ ਨੇ ਔਰਤਾਂ ਦੀਆਂ ਜਾਂ ਦੂਸਰੇ ਤੀਸਰੀਆਂ ਔਰਤਾਂ ਦੀਆਂ ਤਸਵੀਰਾਂ ਲਾਵਾਂ, ਮੈਨੂੰ ਇਹ ਦੱਸ ਛੜੋ ਇਹਨਾਂ ਦੇ ਪੱਲੇ ਕੀ ਰਹਿ ਜਾਏਗਾ। ਉਹਨੇ ਗੱਲ ਤੇ ਬੜੀ ਵੱਡੀ ਨਹੀਂ ਲਾਉਂਦੇ। ਕੀਤੀ ਹੈ, ਲੇਕਿਨ ਇਹਨਾਂ ਦੀ ਗੈਰਤ ਜਿਹੜੀ ਹੈ ਉਦੋਂ ਕੀ ਕਰੇਗੀ ਤੇ ਆਮਰ ਦੇਖੋ, ਨਜ਼ੀਰ ਨੂੰ ਕੀ ਕਰ ਲੈਣਗੇ। ਕਈ ਮੁਸਲਮਾਨਾਂ ਚ ਹੈ ਨਾ ਉਹ ਲਾਉਂਦੇ ਨੇ ਨਾ, ਲੇਕਿਨ ਇੱਥੇ ਜਿਹੜੇ ਲੋਕ ਬੈਠੇ ਨੇ ਇਹਨਾਂ ਚ ਕੋਈ ਵੀ ਐਸੀ ਹਰਕਤ ਕਰਨੇ ਵਾਲਾ ਨਹੀਂ, ਔਰ ਉਹ ਦੱਸ ਵੀ ਰਹੇ ਨੇ ਕਿ ਸਾਡੇ ਕੋਲ ਵੀ ਇਹ ਆਪਸ਼ਨ ਮੌਜੂਦ ਹੈ ਲੇਕਿਨ ਨਹੀਂ ਕਰ ਰਹੇ, ਔਰ ਗੱਲ ਠੀਕ ਹੈ। ਲੇਕਿਨ ਫਿਰ ਲਾਹਨਤ ਇਹਨਾਂ ਲੋਕਾਂ ਦੇ ਉੱਤੇ ਜਿਹੜੇ ਇਹ ਕੰਮ ਕਰਦੇ ਨੇ ਪਏ ਕਿ ਉਹ ਹੋਣ ਦੇ ਬਾਵਜੂਦ ਵੀ ਨਹੀਂ ਕਰਦੇ ਪਏ। ਤੇ ਇਹ ਜਨਾਬ ਇਹ ਉਹ ਗੱਲ ਸੁਣ ਕੇ ਵੀ ਫੇਰ ਵੀ ਨਹੀਂ ਮੁੜਦੇ ਪਏ ਕੋਈ ਵੀ। ਤੇ ਇਹਦਾ ਕੀ ਕਰ ਲੈਣਗੇ? ਉਹ ਆਂਦੇ ਨੇ ਮਰਚਾਂ ਲੱਗਦੀਆਂ ਨੇ ਉਹਨੂੰ, ਉਹਦਾ ਪਤਾ ਨਹੀਂ ਥੱਲਾ ਸੜ ਜਾਂਦਾ, ਉਹਦਾ ਇੰਜ ਹੋ ਜਾਂਦਾ, ਉਹਦਾ ਉਹ ਹੋ ਜਾਂਦਾ, ਉਹਨੂੰ ਕੁਝ ਵੀ ਨਹੀਂ ਹੁੰਦਾ। ਕਦੀ ਕੁਝ ਹੋਇਆ ਕੁਝ ਨੂੰ ਕੁਝ। ਲੇਕਿਨ ਜਦੋਂ ਤੁਹਾਡੇ ਨਾਲ ਹੁੰਦਾ ਫਿਰ ਤੁਹਾਡਾ ਥੱਲਾ ਸੜ ਜਾਣਾ। ਲੇਕਿਨ ਮੈਂ ਨਾ ਕਿ ਬਾਅਦ ਆ ਜੋ ਜਮਾਤ ਅਹਿਮਦੀਆ ਦੇ ਜਿੰਨੇ ਵੀ ਬੰਦੇ ਹੈ ਉਹ, ਮੈਂ ਤੁਹਾਨੂੰ ਵਾਰਨਿੰਗ ਕੀਤੀ ਹੈ। ਮੈਨੂੰ ਅੱਜ ਤੀਸਰਾ ਦਿਨ ਹੋ ਚੱਲਾ, ਬਲਕਿ ਕਾਫੀ ਦਿਨ ਹੋ ਚੱਲੇ ਨੇ ਮੈਂ ਤੁਹਾਨੂੰ ਵਾਰਨਿੰਗ ਕਰਨ ਡਿਆ ਵਾਂ ਕਿ ਮੁੜ ਜਾਵੋ ਇਹਨਾਂ ਕੰਮਾਂ ਤੋਂ ਮੁੜ ਜਾਓ। ਇਹ ਚੂਤ ਚਲਾਕੀਆਂ ਛੱਡ ਦਿਓ। ਜਿੱਡੇ ਕੋ ਤੁਸੀਂ ਬਦਮਾਸ਼ ਹੈ ਉਹ ਮੈਂ ਤੁਹਾਨੂੰ ਸਾਰਿਆਂ ਨੂੰ ਜਾਣਨਾ ਵਾਂ, ਠੀਕ ਹੈ? ਮੇਰੇ ਤੋਂ ਵੱਧ ਤੁਹਾਨੂੰ ਕੋਈ ਨਹੀਂ ਜਾਣਦਾ ਕੋਈ ਵੀ। ਤੇ ਮੁੜ ਜਾਓ ਇਹਨਾਂ ਕੰਮਾਂ ਤੋਂ। ਅਗਰ ਤੁਸੀਂ ਨਾ ਮੁੜੇ ਕੋਈ ਵੀ, ਠੀਕ ਹੈ, ਅਗਰ ਤੁਸੀਂ ਨਾ ਮੁੜੇ ਕੋਈ ਵੀ
ਤੇ ਤੁਹਾਡਾ ਹਾਲ ਜਿਹੜਾ ਉਹ ਭੈੜਾ ਹੋਣਾ ਹੈ, ਭੈੜਾ ਹੋਣਾ ਹੈ, ਭੈੜਾ ਹੋਣਾ ਹੈ। ਮੁੜ ਜਾਵੋ। ਗਾਲਾਂ ਜਿਹੜੀਆਂ ਨੇ ਇਹ ਕੋਈ ਇਨਸਾਨੀਅਤ ਨਹੀਂ ਹੈ ਕੋਈ ਵੀ ਜਿਹੜਾ ਤੁਸੀਂ ਕੰਮ ਕਰਦੇ ਹੋ ਪਏ, ਠੀਕ ਹੈ, ਤੇ ਮੁੜ ਜਾਓ ਇਹਨਾਂ ਕੰਮਾਂ ਤੋਂ। ਤੇ ਤੁਸੀਂ ਵੀ ਨਾ ਕੱਢੋ ਗਾਲਾਂ ਤੇ ਨਾ ਕੋਈ ਤੁਹਾਨੂੰ ਕੱਢੇਗਾ, ਠੀਕ ਹੈ। ਤੇ ਜਦੋਂ ਤੁਸੀਂ ਆਪਣੀ ਜ਼ੁਬਾਨ ਬੰਦ ਰੱਖੋਗੇ ਤੇ ਤੁਹਾਨੂੰ ਵੀ ਕੋਈ ਵੀ ਕੱਢੇਗਾ ਗਾਲਾਂ। ਹੁਣ ਤੁਸੀਂ ਜਾਣ ਕੇ ਪੰਗੇ ਲੈਂਦੇ ਹੋ ਤੇ ਪੰਗੇ ਦਾ ਫਿਰ ਜਵਾਬ ਜਿਹੜਾ ਉਹ ਤੇ ਫਿਰ ਜ਼ਾਹਰੀ ਗੱਲ ਕਿਸੇ ਨੇ ਅੱਕਿਆਂ ਜਿਹੜਾ ਉਹ ਤੁਹਾਨੂੰ ਜਨਾਬ ਤੁਹਾਡੀ ਮਾਂ ਭੈਣ ਜਿਹੜੀ ਉਹ ਤੇ ਜਨਾਬ ਬਾਹਰ ਕੱਢਣੀ ਹੈ ਨਾ ਬਾਜ਼ਾਰਾਂ ਦੇ ਵਿੱਚ, ਫਿਰ ਚੰਗੇ ਰਹੋਗੇ। अब ये देखें उकाब भाई, अब जैसे शार्प शूटर है, ठीक है, उसकी बेटी की उन्होंने जब तस्वीरें लगाई हैं, उसके बाद वो मिर्जा साहब के इख्तिलाफ में ज्यादा सख्त अल्फाज इस्तेमाल करता है। और वो चीजें, क्योंकि इसका नुकसान डायरेक्टली इनको समझ अभी आ नहीं रहा, इनके मैसेज को होगा और इनकी जमात को होगा। ये तो अभी जो शापर इनके जो उड़ रहे हैं ना, अगर इन्होंने काबू ना किए तो इनका डायरेक्टली नुकसान अहमदी भाइयों को आइडिया नहीं हो रहा, इसका जमात को बहुत बड़ा इम्पैक्ट जाना है। वासी भाई, ये खलीफा वक्त जो बार बार खुतबे में बताते हैं, किस लिए बताते हैं? उनको खबरें पहुंचती हैं तो इसीलिए बताते हैं ना कि आप बाज आ जाएं। कल मतलब इत्थे आमर नज़ीर साहब ने एक छोटा सा क्लिप हजरत मिर्जा मसरूर अहमद साहब का सुनाया था। उन्होंने कहा था कि भाईजान ये लोग दूसरे जो हैं वो खामोश रहते हैं, वो इनके बराबर गालियां कम निकालते हैं, ये ज़्यादा जो है ना गंदी ज़ुबान इस्तेमाल करते हैं। तो अब अंदाज़ा कर लें कि इन अहमदियों को डूब के मर जाना चाहिए कि सोशल मीडिया के ऊपर टिकटॉक में भी उन्होंने दूसरे लोगों की हमायत की है कि दूसरे लोग जो हैं वो कम हैं तो ये ज़्यादा हैं। तो अब इनको डूब के मरना चाहिए ना। ये जो जमात अहमदिया का दावा करते हैं कि हम जमात अहमदिया के सच्चे मतलब है ना कि इस ग्रुप को अलग करें, बोले इनका अहमदियत के साथ भी ताल्लुक नहीं है, गाली बात ग्रुप है। डूब के जमात से इनका कोई ताल्लुक नहीं है, ये जमात अहमदिया के बंदे ही नहीं है। वो मरता है जिसमें गैरत हो, वो शर्म से मर जाते हैं, बेगैरत हो गए। ये हम की बात देखो, मुखालफीन को पता लग रहा है, देखो कितनी अकल की बात कर दी है। जिसके पास अकल है या इल्म है उसको पता लग जाए कि ये शार्प शूटर की ज़बान में ज़्यादा सख्ती आ गई है मिर्जा साहब के बारे में, सिर्फ उस वजह से कि आप उनकी बेटी की पिक्चरें फोटो हैं, पता नहीं छोटी बच्ची का क्या नाम है। ये दीन इस्लाम है। अगर ये अहमदियत है तो मैं इससे तो 1000 किलोमीटर दूर हूँ। इसी को तो मैं अपने पास छोड़ कर आया हूँ, झूठ दजल और बेईमानी को छोड़ कर मैं अहमदियत में आया हूँ। लेकिन मुझे पता है ये कुत्तों की बेगैरतों की अहमदियत है, ये अल्लाह के रसूल मिर्ज़ा गुलाम अहमद साहब की ये अहमदियत नहीं है। ये इन बेगैरत, ये झूठे दजल और बेईमान है, इन्होंने ज़ाती अना को अहमदियत बना लिया। देखो मैं अहमदी नहीं हूँ, देखो मैं अहमदी नहीं हूँ, ना मैं मिर्जा साहब को मानता हूँ, लेकिन मैं जानता हूँ, मैं ये कह रहा हूँ, मैं हालांकि अहमदी नहीं हूँ, उसके बावजूद मुझे पता है कि अहमदियत में बहुत जबरदस्त लोग बैठे हुए हैं। और इवन जमात का आई डोंट बिलीव कि इस तरह की कोई टीचिंग है। लेकिन जमात को चाहिए कि इस तरह के जो गंदे लोग हैं, जो गालीबाज हैं, या तो अपने से अलग करके उनको टैग करे कि भाई इसका जमात के साथ कोई ताल्लुक नहीं है। तो अगर उनका जमात के साथ ताल्लुक है तो फिर डायरेक्टली इसका इम्पैक्ट आप माने या ना माने, आज नहीं तो आज से साल बाद इसी जमात के ऊपर आज जो ये सुन्नियों बरेलवियों और बाकियों को हो रहा है ना, यार तुसी क्यों नहीं समझते यार। मुझे आप लोगों पे वैसे हैरत होती है कि नाज़म का बेटा चोरी करेगा तो आम बंदा जाके नाज़म को कैसे शिकायत लगाएगा कि आपके बेटे ने चोरी की है। असल में मसला जो हमें समझ में आ रहा है ना, जब मैं अपनी देखो इंसान की अकल गलत भी होती है, ठीक, मैं समझ रहा हूँ ये लोग जमात में ना जितनी लंबी जड़ें कर चुके हैं ना, किसी का बाप, किसी का बेटा, किसी का भाई, कोई खुद हजूर का साथी जमात का और निज़ाम में अहदेदार या किसी न किसी जगह वो हैं। और ये हर जगह है, हर दौर में ये रहा है कि सिफारिश चलती है, ये बात मानता हूँ, वास्ता चलता है, इसमें कोई इनकार नहीं कर सकता, जो मर्जी है कर लो। तो ये इस वजह से बचे हुए हैं। और ये जैसे ना गिरोह बनकर एक बंदे को घेर लेते हैं, जैसे गीदड़ होते हैं ना, गीदड़ या दूसरे वो बंदर और गीदड़ 10-20 घेर लेते हैं और फिर उसको दबाते हैं, मारने को। ये इनका यही वतीरा है। मेरे साथ इनका क्या वतीरा है? ये कहते हैं हमारी पार्टी में मिल जाओ, झूठ को झूठ नहीं बोलना, झूठ को सच और सच को झूठ बोलना। हाँ जी, ਮੈਨੂੰ ਵੀ ਇਹ ਆਂਦੇ ਨੇ ਕਿ ਤੂੰ ਇਹ ਹੁਣ ਨਕਸ਼ਾ ਚੇਂਜ ਕਰ ਲਿਆ ਤੇ ਤੂੰ ਵੀ ਨਕਸ਼ਾ ਨਾ ਚੇਂਜ ਕਰ। ਮੈਨੂੰ ਵੀ ਇਹ ਆਂਦੇ ਨੇ। ये छोड़कर मैं अहमदियत में आया हूँ। ये पीछे सब कुछ छोड़ के, खुदाए जुलजलाल की कसम, झूठ दजल बेईमानी मैंने छोड़कर इधर आया हूँ। लेकिन ये जो सरकारी अहमदियों के ऊपर हो तो ये मैंने 100 बार कि मैं 1 मिनट अहमदी ना रहूँ। मुझे पता है ये खुद अहमदी नहीं है, मैंने इनका नाम क्या रखा है,
सरकारी एमडी क्यों रखा है? ये एमडी नहीं है, इन्होंने अपना नाम रखा हुआ एमडी। खुदाए जुल जलाल की कसम, इन्हें मिर्जा साहब की एमडीएत 99 लोगों को पता ही नहीं है ये जो सरकारी एमडी है। ये लोग फसादी, लड़ाई झगड़ा, गाली गलौज वाले, इनको पता ही नहीं है। इनको सिर्फ अकीदों का पता है। अब्बा जी के अकीदे सच्चे सन, हम भी सच्चे हैं, अब्बा जी के अकीदे सच्चे थे। इन्होंने लग लो जाती है जब मुखालफिन से किसी से बात करनी पड़े और इनका नाम ले लिया जाए, इनकी टांगों के नीचे से जमीन निकल जाती है, कांपना शुरू हो जाता है। नहीं तो उसी कर लो, नहीं उसको नहीं इसको, क्योंकि इन्हें पता ही नहीं है, इनकी रिसर्च नहीं है, मेहनत नहीं है। इनको ये प्लेट में मिल गई अहमदियत, सच्चे ऐसी सच्चे हैं, गाली खत्म हो। लेकिन ये अहमदियत नहीं है भाइयों। ये जो इधर हमारे भाई हैं, ये सरकारी अहमदियत के पास से भी नहीं घुसे, अहमदियत जो मिर्जा साहब की है, इन्हें पता ही नहीं। ਇਸਰਾਈਲ ਭਾਈ ਇਹ 1122 ਦਾ ਮੈਨੂੰ ਫੋਨ ਆਇਆ ਹੈ, ਉਹ ਕਹਿ ਰਿਹਾ ਹੈ ਕਿ ਮੈਂ ਤੇ ਇੱਕ ਗਾਲ ਨਹੀਂ ਕੱਢੀ ਸਵੇਰ ਦੀ, ਤੇ ਮੈਨੂੰ ਕਿਉਂ ਨਹੀਂ ਕਾਲ ਦੇ ਉੱਤੇ ਚੁੱਕਦੇ? ਇੱਕ ਵਾਰੀ 1122 ਨੂੰ ਕਾਲ ਤੇ ਚੁੱਕਿਓ यार 4 दफा लिया हुआ, 4 दफा उकाब साहब 4 दफा लेके एक सवाल सिर्फ तल्ला साहब ने उनसे पूछा है और उस सवाल का उन्होंने जवाब नहीं दिया। ਚਲੋ ਇੱਕ ਵਾਰੀ ਮੇਰੇ ਆਖੇ ਲਵੋ ਨਾ ਤੁਸੀਂ, ਮੇਰੇ ਆਖੇ ਲਵੋ ਤੁਸੀਂ, ਇੱਕ ਸੈਕਿੰਡ ਜਗ੍ਹਾ ਬਣਾਓ। ले लो यार, मुझे उतार दो, मुझे उतार दो। उकाब साहब ਉਹ ਸ਼ਰਾਰਤੀ ਬੰਦਾ ਹੈ, ਉਹ ਤੱਲਾ ਸਾਹਿਬ ਨੂੰ ਆ ਕੇ ਚੁਕਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਉਹ ਗਾਲਾਂ ਪ੍ਰਵੋਕ ਕਰਦਾ ਹੈ ਯਾਰ, ਪ੍ਰਵੋਕ ਕਰਦਾ ਹੈ ਇੱਕ ਬੰਦਾ। ਉਹਨੂੰ ਨਹੀਂ ਲੈਣਾ ਸੀ ਉੱਤੇ। ਕੋਈ ਗੱਲ ਨਹੀਂ, ਇੱਕ ਵਾਰੀ ਚੈੱਕ ਕਰ ਲਓ, ਚੈੱਕ ਕਰਨ ਚ ਕੀ ਹੈ? ਗੱਲ ਸੁਣੋ ਨਾ, सबसे पहले की है उकाब भाई, ਤੁਸੀਂ ਮੇਰੇ ਸਾਹਮਣੇ ਚੈੱਕ कर लो ना, एक बारी मेरे सामने चेक करो हमला। तो मैं नीचे बैठा होऊंगा, मैं नीचे जा रहा हूँ, आप उसको ऊपर ले लो। नहीं ਬਲਦ ਸਾਹਿਬ ਤੁਸੀਂ ਬਵੋ ਇੱਥੇ, ਬਵੋ ਤੁਸੀਂ ਕੋ ਹੋਰ ਜਗ੍ਹਾ ਬਣਾਓ ਬਨੀ ਇਸਰਾਈਲ ਭਾਈ। ਤੇ ਨਹੀਂ ਉਕਾਬ ਸਾਹਿਬ ਅਸੀਂ ਨਹੀਂ ਲੈਣਾ ਉਹਨੂੰ, ਨਹੀਂ ਲੈਣਾ, ਨਹੀਂ ਲੈਣਾ ਉਹਨੂੰ, ਨਹੀਂ। ਓ ਯਾਰ अच्छा चले उकाब भाई कह उकाब भाई अभी गल करेंगे। उकाब भाई अगर उन्हें, मैं पहले दस रहा, अगर उन्हें प्रोवोक किया तल्लत भाई ਨੂੰ ਮੈਂ ਥੱਲੇ ਲਾ ਦਿੰਦਾ। ਹਾਂ ਥੱਲੇ ਲਾ ਦਿਓ ਜੇ, ਗੱਲ ਖਤਮ। ਥੱਲੇ ਕਿਹੜਾ ਲਾਣਾ? ਉਕਾਬ ਨੂੰ ਵੀ ਗਾਲਾਂ ਪੈਣੀਆਂ ਸ਼ੁਰੂ ਹੋ ਗਈਆਂ ਉਸ ਪਾਸੇ। ਚਿੰਗਚੀ ਦਾ ਪਾਇਲਟ ਸੀ, ਚਿੰਗਚੀ ਸਭ ਨੂੰ ਪੈਣੀਆਂ ਨੇ। ਮੈਂ ਤੁਹਾਨੂੰ ਪਿਆ ਦੱਸਣਾ ਵਾ, ਪੂਰੀ ਗੱਲਾਂ ਸੁਣਦਾ ਪਿਆ ਦੁਸ਼ਮਣ ਨਾਲ ਬਿਹਤਰ ਹੈ ਬੰਦਾ ਇਸ ਆਮਰ ਖੰਜ਼ੀਰ, ਅਮੀਰੁਲ ਖੰਜ਼ੀਰ, ਪੂਰੀਆਂ ਗੱਲਾਂ ਸਾਡੀਆਂ ਸੁਣਦਾ ਪਿਆ ਇਸ ਟਾਈਮ, ਪੂਰੇ ਕੰਨ ਲਾ ਕੇ ਬੈਠਾ ਲਾਂਤੀ। ਐਡੀ ਉਮੀਦ ਹੈ ਨਾ, ਤੁਸੀਂ ਉਹ ਜਿਹੜੀਆਂ ਚੀਜ਼ਾਂ ਲਟਕੀਆਂ ਨੇ ਨਾ ਥੱਲੇ, ਉਹਨਾਂ ਨੂੰ ਫੜ ਕੇ ਪੀਨਾ ਝੂਲੇ ਰਹੋ। ਕੁੱਤੇ ਦੇ ਬੱਚੇ ਨੂੰ ਐ ਸੀ ਕਿ ਸਾਨੂੰ ਗਾਲਾਂ ਨੂੰ ਕਿੰਨੀ ਵਾਰੀ ਕਿਹਾ ਤੇਰੇ ਨਾਲ ਕੁਤਰੀਆਂ ਆ ਗਈਆਂ ਨੇ, ਫਿਰ ਲਿਹਾਜ਼ ਕਰੀਦਾ। ਹੁਣ ਉਹ ਲਿਹਾਜ਼ ਤੂੰ ਖਤਮ ਕਰਵਾ ਦਿੱਤਾ, ਆਪ ਕਰਵਾਇਆ। ਜਿੰਨਾ ਚਿਰ ਤੇਰੀ ਮਾਂ ਨਾਲ ਜ਼ਬਰ ਜ਼ਨਾ ਨਾ ਹੋਵੇ, ਤੈਨੂੰ ਸਕੂਨ ਨਹੀਂ ਆਣਾ। ਹੁਣ ਕਰਵਾ ਖਤਮ ਬੰਦ ਕਰ ਦੇ। 95 ਸਾਲ ਉਮਰ ਤੂੰ ਉਹਨੂੰ। अच्छा तारा चौहान साहब वो कह रहे हैं बंद कर। गलीज जुबान है। हाँ जी वो ठीक है, वो कोई मसला नहीं। खौफ खुदा का वो सुन लो हुण गल करन दे ने तारा चौहान साहब। हाँ जी काब साहब बस यही था, अकाले बुनियान पहन के गालियां निकालते थे, अभी अकाब साहब ये कह रहे ने जी मैं सवेर दा मलक तलत साहब नू प्रवोक कर रहा वां। ਇਹਦਾ ਕੀ ਮਤਲਬ ਹੁੰਦਾ? हाँ ਇਹ ਕਹਿ ਰਹੇ ਨੇ ਕਿ ਮੈਂ ਉਹਨਾਂ ਨੂੰ ਕਹਿ ਰਿਹਾ ਵਾਂ ਕਿ ਤੁਸੀਂ ਗਾਲਾਂ ਕੱਢੋ ਸਾਰਿਆਂ ਨੂੰ, ਅਹਿਮਦੀਆਂ ਨੂੰ, ਮੈਨੂੰ, ਮੇਰੀ ਮਾਂ ਭੈਣ ਨੂੰ। ਹਾਲਾਂਕਿ ਮੈਂ ਇਹਨਾਂ ਨੂੰ ਇੱਕ ਮਾਂ ਭੈਣ ਦੀ ਗੱਲ ਨਹੀਂ ਜੇ ਕੱਢੀ ਕਾਬ ਸਾਹਿਬ। ਤੇ ਸਵੇਰ ਦੀਆਂ ਇਹ ਬਨੀ ਇਸਰਾਈਲ ਸਾਹਿਬ ਤੇ ਭਗਵਾਨ ਮਲਕ ਸਾਹਿਬ ਦੇ ਕੋਲੋਂ ਕੋਈ ਸੈਂਕੜੋ ਗਾਲਾਂ ਮੈਨੂੰ, ਮੇਰੀ ਮਾਂ ਭੈਣ ਨੂੰ, ਜਿਨੇ ਮੈਂ ਨਾ ਬਨੀ ਇਸਰਾਈਲ ਨੂੰ ਕਦੀ ਗਾਲ ਕੱਢੀ, ਨਾ ਭਗਵਾਨ ਨੂੰ ਕੱਢੀ, ਨਾ ਮਲਕ ਅਵਾਨ ਸਾਹਿਬ ਨੂੰ ਕੱਢੀ, ਨਾ ਹੈਪੀ ਸਾਹਿਬ ਨੂੰ ਕਦੀ ਕੱਢੀ। ਠੀਕ ਹੈ। ਤੇ ਮਲਕ ਅਵਾਨ ਸਾਹਿਬ ਨੇ ਸੁਬਾਹ ਤੋਂ ਲੈ ਕੇ ਹੁਣ ਤੱਕ ਕੋਈ 100 ਗਾਲ ਮੈਨੂੰ ਕੱਢ ਚੜੀ ਜੇ ਮਾਂ ਭੈਣ ਦੀ, ਮਾਂ ਭੈਣ ਦੀ। ਠੀਕ ਹੈ। ਇਹ ਕਹਿ ਰਹੇ ਨੇ ਮੈਂ ਆ ਕੇ ਮਲਕ ਅਵਾਨ ਸਾਹਿਬ ਨੂੰ ਪ੍ਰਵੋਕ ਕਰਨਾ, ਸਿਰਫ ਇੰਨੀ ਗੱਲ ਕਰਨਾ। ਇਹਨਾਂ ਨੇ ਮੇਰੇ 99 ਗੱਡੀ ਹੈ, ਇੱਕ ਜ਼ਿਆਦਾ। ਚਲੋ ਤਕਰੀਬਨ 100 ਕਰ ਲਓ, ਤਕਰੀਬਨ 100 ਕਰ ਲਓ। ਤੁਸੀਂ 2 ਘੱਟ ਕਰ ਲਓ, 3 ਘੱਟ ਕਰ ਲਓ, ਲੇਕਿਨ ਤਕਰੀਬਨ 100 10 ਵੀ ਹੋ ਜਾਣ ਤੇ ਬੜੀਆਂ ਨੇ। ਹਾਂ ਹੁਣ ਇਹ ਵੇ ਕਿ ਜਿਹੜਾ ਇਹ ਖੁਦ ਡਿਮਾਂਡ ਕਰ ਰਹੇ ਨੇ ਕਿ ਮੇਰਾ ਪੋਸਟਰ ਲਾ ਕੇ ਧੀ ਭੈਣ ਦਾ ਕਿਸੇ ਨੇ ਮੈਨੂੰ ਗਾਲ ਕੱਢੀ ਹੈ ਤੇ ਮੈਂ ਮੁਕਾਬਲੇ 'ਚ ਗਾਲ ਕੱਢੀ ਹੈ। ਮੈਂ ਇੰਨੀ ਗੱਲ ਕਾਬ ਸਾਹਿਬ ਪੁੱਛੀ ਸੀ ਕਿ ਮੈਨੂੰ ਦੱਸੋ ਕਿ ਜਦੋਂ ਮੈਨੂੰ ਕਿਸੇ ਨੇ ਮਾਂ ਭੈਣ ਦੀ ਪਹਿਲੋਂ ਗਾਲ ਕੱਢੀ ਹੈ, ਮੇਰੇ ਸਾਹਮਣੇ ਉਹ ਭੈਣ ਲੈ ਕੇ ਆਓ, ਮੇਰੇ ਸਾਹਮਣੇ ਉਹ ਮਾਂ ਲੈ ਕੇ ਆਓ, ਜਿਹਨੂੰ ਮੈਂ ਗਾਲ ਕੱਢਾਂ ਫਿਰ ਵਾਪਸੀ 'ਚ। ਅਸੂਲ ਤੇ ਤੁਹਾਡਾ ਬਣਾਇਆ ਨਾ, ਜਾਂ ਤੇ ਮੰਨ ਜਾਓ ਕਿ ਤੁਹਾਡਾ ਅਸੂਲ ਗਲਤ ਹੈ, ਕਿ ਸਬਰ ਕਰਨਾ ਚਾਹੀਦਾ, ਫਿਰ ਤੇ ਤੁਸੀਂ ਮੇਰੇ ਕੋਲ ਸਵਾਲ ਪੁੱਛੋ। ਹੁਣ ਬਨੀ ਇਸਰਾਈਲ ਨੂੰ ਕੱਲ ਪਹਿਲੀ ਗਾਲ ਕੱਢੀ ਉਹਨੇ, ਇਮਰਾਨ ਕਾਲੂ ਨੇ, ਕੋਈ ਸ਼ੱਕ ਨਹੀਂ ਇਹਦੇ 'ਚ। ਮੈਂ ਉਹਦੇ ਮੂੰਹ ਤੇ ਵੀ ਗੱਲ ਕਰ ਸਕਦਾ ਵਾ, ਉਹਦੇ ਪਿੱਛੇ ਵੀ ਗੱਲ ਕਰਨਾ ਕਿ ਬਨੀ ਇਸਰਾਈਲ ਤੇ ਮੇਰੇ ਕੋਲ ਸਵਾਲ ਪੁੱਛ ਸਕਦਾ ਕਿ ਯਾਰ ਮੈਨੂੰ ਪਹਿਲੀ ਗਾਲ ਕੱਢੀ ਸੀ, ਦੱਸ ਉਹਦਾ ਕੀ ਕਰਨਾ ਹੈ।
ਮੈਂ ਉਹਦਾ ਜਵਾਬ ਦੇ ਮਤਲਬ ਸਕਦਾ ਤੁਹਾਡਾ ਕਹਿਣ ਦਾ ਮਕਸਦ ਇਹ ਛੋਟੀ ਸਰਕਾਰ ਸਾਹਿਬ ਕਿ ਤੁਸੀਂ ਨਾ ਬਨੀ ਇਸਰਾਈਲ ਨੂੰ ਗਾਲ ਕੱਢੀਏ, ਨਾ ਮਲਕ ਅਫਗਾਨ ਸਾਹਿਬ ਨੂੰ ਗਾਲ ਕੱਢੀਏ, ਨਾ ਕਿਸੇ ਹੋਰ ਬੰਦੇ ਨੂੰ ਤੁਸੀਂ ਗਾਲਾਂ ਕੱਢਦੇ ਹੋ। ਮੈਨੂੰ ਪਤਾ ਕਿ ਤੁਸੀਂ ਗਾਲਾਂ ਬਹੁਤ ਜ਼ਿਆਦਾ ਘੱਟ ਕੱਢਦੇ ਹੋ, ਬਲਕਿ ਮੈਂ ਨਹੀਂ ਅਜੇ ਤੱਕ ਤੁਹਾਡੇ ਮੂੰਹ ਗਾਲਾਂ ਮੈਂ ਬੜੀ ਦੇਰ ਹੋ ਗਈ ਹੁਣ ਸੁਣ ਲਓ ਪਹਿਲਾਂ ਕਿਤੇ ਕੱਢਦੇ ਹੋ। ਹਾਂ ਜਿਵੇਂ ਤੁਸੀਂ ਹੁਣ ਇੱਥੇ ਆ ਕੇ ਬਹਿ ਕੇ ਗੱਲ ਕੀਤੀ ਹੈ ਕਿ ਗਾਲਾਂ ਕੱਢਣ ਵਾਲਾ ਬੰਦਾ ਜਿਹੜਾ ਹੈ ਉਹ ਮੇਰੀ ਜਮਾਤ ਚੋਂ ਨਹੀਂ, ਇਹ ਫਰਮਾਨ ਤੁਸੀਂ ਸੁਣਾਇਆ, ਠੀਕ ਹੈ, ਫਰਮਾਨ ਮੇਰੇ ਕੰਨਾਂ 'ਚ ਵੀ ਪਿਆ, ਠੀਕ ਹੈ, ਤੁਹਾਡੇ ਕੰਨਾਂ 'ਚ ਵੀ ਪਿਆ, ਤੁਸੀਂ ਵੀ ਪਹਿਲਾਂ ਗਾਲ ਕੱਢੀ ਸੀ ਨਾ, ਕਦੀ ਕਦੀ ਹੋਈ ਸਕਦਾ, ਮੈਂ ਵੀ ਐਸੇ ਤਰ੍ਹਾਂ ਕੱਢੀ ਅੱਜ ਲਾਨੀਆਂ ਨਾ, ਨਿੱਕੀ ਤੋਂ ਪਹਿਲਾਂ ਮੈਂ ਕਰੋੜ ਗਾਲ ਕੱਢਣਾ, ਮੌਲਵੀਆਂ ਨੂੰ ਮੈਂ ਤੁੰਨ ਕੇ ਰੱਖਣਾ ਹਾਂ। ਹੋਰ ਦੱਸੋ। ਐਸੇ ਤਰ੍ਹਾਂ ਜਿਸ ਤਰ੍ਹਾਂ ਅਕਾਬ ਸਾਹਿਬ ਤੁਸੀਂ ਸੁਣੋ, ਐਸੇ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਮੁਖਾਲਫੀਨ ਦੇ ਕੋਲ ਆ ਕੇ ਬਹਿ ਕੇ ਆਪਣੇ ਭਰਾਵਾਂ ਤੇ ਤਨਕੀਦ ਕਰ ਰਹੇ ਹੋ, ਅਗਰ ਤੁਹਾਡੇ ਬਾਰੇ 'ਚ ਇਹੀ ਤਨਕੀਦ ਬਾਕੀ ਸਾਰਿਆਂ ਅਸਾਂ, ਮੈਂ, ਮਲਕ ਸਾਹਿਬ ਨੇ ਸਾਰਿਆਂ ਨੇ ਕੀਤੀ ਹੁੰਦੀ, ਤੁਸੀਂ ਮੁੜਨਾ ਸੀ ਨਾ, ਤੁਸੀਂ ਗਾਲਾਂ ਤੋਂ ਮੁੜਨਾ ਸੀ ਬਕਾਇਦਾ ਕਿ ਤੁਸੀਂ ਕੱਢਣੀਆਂ ਸਨ, ਹੋਰ ਕੱਢਣੀਆਂ ਗਾਲਾਂ ਨਹੀਂ ਗਾਲਾਂ ਨਹੀਂ ਕੱਢਣੀਆਂ, ਛੋਟੀ ਨਹੀਂ ਤੁਸੀਂ ਹੋਰ ਕੱਢਣੀਆਂ ਸਨ। ਤੁਹਾਡਾ ਪੁੱਛੋ ਅਕਾਬ ਸਾਹਿਬ, ਇਹਦੇ ਕੋਲੋਂ ਇਹ ਪੁੱਛੋ ਕਿ ਸ਼ੁਰੂਆਤ ਪਹਿਲੇ ਕਿਹਨੇ ਕੀਤੀ? ਮਲਕ ਸਾਹਿਬ ਕਿਹਨੇ ਕੀਤੀ ਸ਼ੁਰੂਆਤ? ਮਲਕ ਸਾਹਿਬ ਨੇ। ਹੈ ਮਲਕ ਸਾਹਿਬ ਨੇ। ਅੱਛਾ, ਤੁਹਾਡੇ ਭਰਾਵਾਂ ਨੇ ਨਹੀਂ ਕੀਤੀ ਪਹਿਲੇ ਸ਼ੁਰੂਆਤ? ਮੈਂ ਕਹਿਣ ਤੇ ਡਿਆ ਮਲਕ ਸਾਹਿਬ ਨੇ ਅੱਜ ਵੀ ਮੈਨੂੰ ਗਾਲ ਕੱਢਣ ਤੇ ਸ਼ੁਰੂਆਤ ਮਲਕ ਸਾਹਿਬ ਨੇ ਕੀਤੀ ਹੈ ਤੇ ਮੈਂ ਜਵਾਬ ਦਿੱਤਾ ਵੀ ਨਹੀਂ। ਮਲਕ ਸਾਹਿਬ ਜਿਹੜੀ ਸ਼ੁਰੂਆਤ ਕੀਤੀ ਹੈ ਉਸ ਤੋਂ ਪਹਿਲੇ ਤੁਹਾਡੇ ਮਲਕ ਸਾਹਿਬ ਤੇ ਬਰੋਡ ਨਹੀਂ ਚੱਲੀ? ਮਲਕ ਸਾਹਿਬ ਤੇ ਕੱਲ ਚੱਲੀ ਸੀ, ਉਸ ਤੋਂ ਪਹਿਲਾਂ ਵੀ ਮਲਕ ਸਾਹਿਬ ਨੇ ਕੱਢੀਆਂ ਸੀ। ਉਹ ਜਦੋਂ ਮਲਕ ਸਾਹਿਬ ਪਹਿਲੇ ਜਿਹੜੀ ਤੂੰ ਗੱਲ ਹੁਣ ਸੁਣਾਉਣਾ ਪਿਆ ਕਿ ਕੱਢਦੇ ਪਏ ਨੇ, ਉਦੋਂ ਮਲਕ ਸਾਹਿਬ ਤੇ ਬਰੋਡ ਚੱਲੀ ਕਿ ਨਹੀਂ ਚੱਲੀ? ਇਹਦਾ ਮੈਂ ਹੈਪੀ ਸਾਹਿਬ ਈਮਾਨ ਦਾ ਫੈਸਲਾ ਕਰਾਂ, ਇਮਾਨੀ ਤੌਰ ਤੇ ਆਪਣੇ ਆਪ ਨੂੰ ਈਮਾਨ ਦੇ ਵਿੱਚ ਰੱਖ ਕੇ ਫੈਸਲਾ ਕਰਾਂ, ਕੁਰਾਨ ਮਜੀਦ ਨੂੰ ਕਹਿ ਲਓ ਕਿ ਸਾਹਮਣੇ ਰੱਖ ਕੇ ਅਗਰ ਮੈਂ ਫੈਸਲਾ ਕਰਾਂ ਨਾ ਤੇ ਮੈਂ ਕਰਾਂਗਾ ਸੱਚਾ ਫੈਸਲਾ। ਇਹ ਮੈਂ ਸਿੱਖਿਆ, ਸੁਣ ਲਓ, ਇਹ ਮੈਂ ਸਿੱਖਿਆ ਕਿਹਦੇ ਕੋਲੋਂ, ਇਹ ਵੀ ਸੁਣ ਲਓ। ਮਲਕ ਅਫਗਾਨ ਸਾਹਿਬ ਦੀ ਜ਼ੁਬਾਨ ਦੇ ਵਿੱਚੋਂ ਇਹ ਸੁਣਿਆ ਸੀ ਕਿ ਮੈਂ ਮੁਨਾਫਿਕ का बच्चा हूँगा, मैं बगैरत का बच्चा हूँगा जिस दिन मैं झूठ का साथ दूंगा। ठीक है, ਹੁਣ ਸੱਚ ਸੁਣੋ, ਸੱਚ ਇੰਨਾ ਕੁ ਹੈ ਕਿ ਮਲਕ ਸਾਹਿਬ ਗਾਲ ਕੱਢਣ ਦੇ ਵਿੱਚ ਹਮੇਸ਼ਾ ਸ਼ੁਰੂਆਤ ਕਰਦੇ ਨੇ। ਇਹਨਾਂ ਨੇ ਕੁਝ ਦਿਨ ਪਹਿਲੋਂ ਬਿਊਟੀਫੁਲ ਦੇ ਕਮੈਂਟ ਦੇ ਉੱਤੇ ਉਹਨੇ ਕਮੈਂਟ ਕੀਤਾ ਸੀ, ਸਿਰਫ ਮੁਨਾਫਕਤ ਦੀ ਗੱਲ ਕੀਤੀ ਸੀ ਉਹਨੇ। ਇਹਨਾਂ ਨੇ ਉਹਦੀ ਮਾਂ ਭੈਣ ਇੱਕ ਕੀਤੀ ਸੀ, ਉਕਾਬ ਸਾਹਿਬ ਮਾਂ ਭੈਣ ਇੱਕ ਕੀਤੀ ਸੀ। ਇੱਕ ਮਿੰਟ, ਕੋਈ ਗੱਲ ਨਹੀਂ ਛੋਟੀ ਸਰਕਾਰ, ਮੈਂ ਤੁਹਾਡੇ ਨਾਲ ਆ, ਸਾਰਿਆਂ ਦੇ ਨਾਲ ਆ, ਕੋਈ ਪਰ ਅਕਾਬ ਸਾਹਿਬ ਤੁਸੀਂ ਮੇਰੇ ਨਾਲ ਇਸ ਵਜ੍ਹਾ ਤੋਂ ਨਹੀਂ, ਇੱਕ ਮਿੰਟ ਮੇਰੀ ਗੱਲ ਮਲਕ ਸਾਹਿਬ, ਇਹਨੇ ਦਿੱਤਾ ਮੇਰੀ ਗੱਲ ਦਾ ਮਲਕ ਸਾਹਿਬ, पागल हो आप? मलक साहब, बात मेरी हो रही है, एक मिनट मलक साहब को मैंने पूछ लेने दो, क्यों नहीं मलक साहब ए छोटी सरकार की कह रहे हैं कि कमेंट दे उत्ते कमेंट की होया जी, उसी का जवाब दे रहा हूं, सुन तो लो, सुन जी। लो। मैं कुरान की कसम खा कर कह रहा हूं, ये ब्यूटीफुल ने मुझे, मैंने दिख गया हूं नीचे, इनकी बरात थी, किसकी बरात भी, ये बैठे हुए थे 3-4, ये कह रहे थे ये हराम का है, हम इसको मलक कहते हैं, ये मलक नहीं है, ये तो बैंड जो तेली की औलाद है, ये उसकी माँ फलानी है तो फलानी का बच्चा है, ये मैंने सुना उधर। अगले दिन इन्होंने आके नीचे मेरी बरात के नीचे या किसी बरात पर बैठा था, कहा मुनाफिक, वहाँ पर मैंने इसे गालियाँ दी, लेकिन ये जो वड्डा मुसलमान दी कंपनी आ गया ना, वड्डा सरकारी मुसलमान, इस कुत्ते बेगैरत को मैंने ये जाके दिखाना था भाई क्यों गाली दी है। मैंने मुनाफिक की वजह से मैंने गालियाँ नहीं दी, उसने मुझे कहा ये अवान की नस्ल नहीं है, ये तो कुत्ते का बच्चा फलाने का बच्चा है, ये इसकी माँ फलानी है, दिमागी है। ये अल्फाज मैंने कुरान की कसम खा रहा हूँ अपने कानों से सुने हैं। फिर किसी बरात पर बैठे हुए उसने नीचे कमेंट किए थे मुनाफिक, फिर मैंने गालियां दी। और ये अपनी खुदी पान कुछ भी सरकारी अहम दिया या दफा हो जाना। अब देखो फिर थले लाने में तो प्रवोक की छोटी सरकार साहब, छोटी सरकार साहब, अकाब साहब ਹੁਣ ਸੁਣਦੇ ਹੋ, ਦੇਖੋ ਮੇਰੀ ਮਾਂ ਨੂੰ ਨਹੀਂ ਸੁਣੋ ਪਹਿਲੋਂ ਅਕਾਬ ਸਾਹਿਬ, ਇਸ ਤੋਂ ਨਹੀਂ ਪਹਿਲਾਂ ਮੇਰੀ ਸੁਣ ਲਓ ਨਾ। ਇਸ ਹਾਲਤ ਦੇ ਵਿੱਚ ਮੈਂ ਗੱਲ ਕੀਤੀ ਹੈ, ਸੁਣਨੀ ਹੈ, ਹਾਂ ਮੈਂ ਤੁਹਾਡੀ ਹੀ ਸੁਣਨੀ ਹੈ। ਮੈਂ ਜੇ ਇਸ ਹਾਲਤ ਦੇ ਵਿੱਚ ਹੁੰਦਾ ਕਿ ਮਤਲਬ ਮੈਂ ਗਾਲਾਂ ਜਦੋਂ ਕੱਢਣਾ ਹੁੰਨਾ ਸਾਂ ਤੇ ਅਗਰ ਮੈਨੂੰ ਕੋਈ ਇੰਜ ਆਂਦਾ ਤੇ ਮੈਂ ਤਾਂ ਜ਼ਾਹਰੀ ਗੱਲ ਹੈ ਉਹਦੀ ਮਾਂ ਭੈਣ ਇੱਕ ਕਰਨੀ ਸੀ, ਠੀਕ ਹੈ। ਲੇਕਿਨ ਗੱਲ ਕਰਨ ਦਾ ਮਕਸਦ ਇਹ ਵੇ ਕਿ ਯਾਰ ਮਲਕ ਸਾਹਿਬ ਨੂੰ ਇੰਜ ਆਖਣ ਦਾ ਕੋਈ ਸਾਡਾ ਮਕਸਦ ਬਣਦਾ ਕਿਸੇ ਬੰਦੇ ਦਾ। ਮੈਂ ਹੁਣ ਅਕਾਬ ਸਾਹਿਬ ਇਹ ਗੱਲ ਦੱਸ ਦੇਣਾ ਕਿ ਚਲੋ ਜੇ ਇਹ ਕਹਿ ਰਹੇ ਨੇ ਨਾ ਕਿ ਇਹਨਾਂ ਨੇ ਉਹ ਮੁਨਾਫਿਕ ਵਾਲੇ ਸਿਰਫ ਲਫ਼ਜ਼ ਤੋਂ ਗਾਲ ਨਹੀਂ ਕੱਢੀ, ਕੁਛ ਦਿਨ ਪਹਿਲੋਂ ਇਹ ਕਿਤੋਂ ਨੰਗੇ ਸਨ ਥੱਲੇ ਤੇ ਉਹਨੇ ਗਾਲਾਂ ਕੱਢੀਆਂ ਹਨ, ਮੈਂ ਉਸ ਗੱਲ ਤੇ ਗਾਲ ਕੱਢ ਦਿੱਤੀ, ਵਾਪਸੀ ਗਾਲ ਕੱਢ ਦਿੱਤੀ ਮਾਂ ਭੈਣ ਦੀ, ਠੀਕ ਹੈ। ਦੋਵੇਂ ਬਰਾਬਰ ਹੋ ਗਏ ਹੁਣ, ਬਿਲਕੁਲ ਦੋਵੇਂ ਬਰਾਬਰ ਹੋ ਗਏ। ਇੱਕ ਬੰਦਾ ਕਿਹੜਾ ਗਲਤ ਹੋਇਆ?
ਦੋਵੇਂ ਬਰਾਬਰ ਹੋ ਗਏ, ਮੈਂ ਤਾਂ ਕਹਿ ਰਿਹਾ ਦੋਵੇਂ ਬਰਾਬਰ ਹੋ ਗਏ, ਦੋਵੇਂ ਗਲਤ ਹੋ ਗਏ, ਦੋਵੇਂ ਹੀ ਗਲਤ ਹੋ ਓ ਯਾਰ ਤੁਸੀਂ ਕਿਹੜੇ ਕਾਬ ਸਾਹਿਬ ਸੁਣ ਲਓ, ਪਹਿਲ ਕੀਤੀ ਹੈ, ਜਿਹਨੇ ਪਹਿਲ ਕੀਤੀ ਹੈ ਉਹ ਗਲਤ ਨਹੀਂ, ਦੋਵੇਂ ਭਰਾ ਇਹ ਦੇਖੋ ਇਹਨਾਂ ਦਾ ਠੀਕ ਹੈ, ਸਾਹਿਬ ਠੀਕ ਤੁਹਾਡੀ ਹੈ, ਉਂਗਲ ਫੜ ਕੇ ਠੀਕ ਹੈ। ਕਾਬ ਸਾਹਿਬ ਨੂੰ ਅਗਲੀ ਗੱਲ ਸੁਣ ਲਓ, ਕੱਢਦਾ ਨਾ ਅਗਲੀ ਗੱਲ ਨੂੰ ਸੁਣ ਲਓ, ਅਗਲੀ ਗੱਲ सुनो, एक मिनट रुको ना, फैसला हो गया। उकाब साहब जो पहली बात इन्होंने की थी कि तल्लत साहब ने हमेशा गाली में पहल की है, ये बात इनकी झूठी साबित हो गई? नहीं, सब झूठी साबित हुई। नहीं ਉਹ ਨਹੀਂ ਕੱਢਦੇ, ਮਲਕ ਸਾਹਿਬ ਪਹਿਲ ਨਹੀਂ ਕਰਦੇ ਕੋਈ। ਮੈਂ ਦੱਸ ਦੇਣਾ, ਕਾਬ ਸਾਹਿਬ ਅਗਰ ਤੁਸੀਂ ਇਹ ਗੱਲ ਕਰ ਰਹੇ ਹੋ, ਇੱਥੇ ਬੈਠਿਆਂ ਤੁਸੀਂ ਇਹ ਸੁਣਿਆ ਮੇਰੇ ਮੂੰਹ ਚੋਂ ਜਾਂ ਕਿਸੇ ਟਾਈਮ ਹੀ ਸੁਣ ਲਓ, ਬਨੀ ਇਸਰਾਇਲ ਸਾਹਿਬ ਨੂੰ ਗੱਲ ਤੇ ਕਰਨ ਦਿਓ, ਜੇ ਉੱਤੇ ਚੁੱਕ ਲਿਆ ਤਾਂ ਹਿੰਮਤ ਕਰਿਆ ਕਰੋ, ਗੱਲ ਝੂਠਾ ਸਾਬਤ ਹੋ ਗਿਆ, ਉਹ ਸਾਨ ਤੇ ਲੋ, ਮੈਂ ਦੱਸਣ ਲੱਗਾ ਤੇਰੀ ਗੱਲ ਦੀ ਕੀ ਵਕਤ ਹੈ? ਅਕਾਬ ਸਾਹਿਬ ਤੁਸੀਂ ਇੱਥੇ ਬੈਠਿਆਂ ਇਹ ਗੱਲ ਸੁਣੀਏ, ਇਸ ਤੋਂ ਪਹਿਲਾਂ ਸਵੇਰ ਦੀ ਬਰਾੜ ਬਨੀ ਇਸਰਾਇਲ ਸਾਹਿਬ ਚਲਾ ਰਹੇ ਨੇ, ਇਹਨਾਂ ਨੂੰ ਪੁੱਛ ਦਿਓ ਕਿ ਮੈਂ ਇੱਥੇ ਆ ਕੇ ਜਾਂ ਇਸ ਤੋਂ ਪਹਿਲਾਂ ਵੀ ਕਿਹੜੇ ਟਾਈਮ ਮੈਂ ਮਲਕ ਸਾਹਿਬ ਨੂੰ ਇਹਨਾਂ ਦੀ ਮਾਂ ਭੈਣ ਦੀ ਗੱਲ ਜਾਂ ਕੁੱਤਾ ਬਿੱਲਾ ਕੋਈ ਸ਼ੈ ਵੀ ਕਹੀ ਸੀ, ਇਹਨਾਂ ਨੇ ਕਿਹੜੀ ਗੱਲ ਤੋਂ ਮੇਰੀ ਮਾਂ ਭੈਣ ਨੂੰ ਗਾਲਾਂ ਕੱਢੀਆਂ ਨੇ? ਇੱਥੇ ਬਤਾ एक मिनट मैं बताता हूँ, अकाब भाई मैं बताता हूँ। इससे मैंने सवाल किया जब आया, मैंने कहा भाईजान कल ये जो वाकया हुआ है, मैंने तो कोई गाली नहीं दी थी, इन्होंने मेरी बेटियों को कहा है कि अहमदियो इसकी बेटी ते वारी वार चढ़ो, इनकी बेटियां ना जना करो। अहमदियो छोटी सरकार ने किया है? नहीं, ये उधर बैठे हुए थे सारे, इनको पता है, छोड़ दो ये इनकी, ठीक है। इन्होंने ये कहा, उसके बाद मेरी बेटी के नाम लिख के पोस्टर बनाए हुए हैं, अभी भी लगाए हुए हैं, तो फिर मैं इनको गालियां दूं और उल्टा ये कह रहे हैं नहीं इसमें भी तुम्हारी गलती, पहले इस पर आ ही नहीं रहा, ये कुत्ता है, इससे मैं इंसाफ कराऊंगा, ये तो मेरी तरफ से डक कुत्ते से भी बदतर है, जिसके अंदर इतना ईमान नहीं है, सच को सच कह ਠਹਿਰੋ ਕਰ ਲੈਣੇ ਗੱਲ। ਹੁਣ ਕਾਬ ਸਾਹਿਬ ਤੁਸੀਂ ਮੈਨੂੰ ਦੱਸੋ ਕਿ ਅਗਰ ਕਿਸੇ ਦੀ ਜ਼ੁਬਾਨ ਚੋਂ ਗਾਲ ਨਿਕਲੇ ਉਹ ਭੈੜੀ ਗਾਲ ਹੈ, ਅਗਰ ਪੋਸਟਰ 'ਚ ਲਿਖ ਕੇ ਲਾਈ ਹੋਏ ਉਹ ਭੈੜੀ ਗਾਲ ਹੈ, ਜਾਂ ਅਗਰ ਕਿਸੇ ਦੇ ਮੂੰਹ ਤੇ ਖਲੋ ਕੇ ਗਾਲ ਕੱਢੀ ਜਾਏ, ਕਿਹੜੀ ਗਾਲ? ਗਾਲ ਤੇ ਗਾਲ ਹੁੰਦੀ ਨਾ। ਤੇ ਧੀ ਭੈਣ ਸੁਣ ਲਓ ਧੀ ਭੈਣ ਬਨੀ ਇਸਰਾਇਲ ਦੀ ਵੱਧ ਧੀ ਭੈਣ ਹੈ, ਮਲਕ ਸਾਹਿਬ ਦੀ ਵੱਧ ਹੈ, ਤੇ ਸਾਡੀ ਮਾਂ ਭੈਣ ਨਹੀਂ ਹੈ, ਠੀਕ ਹੈ। ਇਸੇ ਬੰਦੇ ਨੇ ਮਲਕਵਾਨ ਨੇ ਮੈਨੂੰ ਗਾਲਾਂ ਕੱਢੀਆਂ ਖੇਡ ਰਿਹਾ ਤੁਹਾਡੇ ਨਾਲ ਔਕਾਬ ਸਾਹਿਬ, ਇਹ ਤੁਹਾਡੇ ਨਾਲ ਅਲਫਾਜ਼ਾਂ ਨਾਲ ਨਹੀਂ ਖੇਡ ਰਿਹਾ, ਅਲਫਾਜ਼ਾਂ ਨਾਲ ਨਹੀਂ ਐਪੀ ਸਾਹਿਬ। ਮੇਰੀ ਗੱਲ ਦਾ ਕਿਉਂ ਨਹੀਂ ਜਵਾਬ ਦੇ ਰਿਹਾ? ਮੇਰੀ ਗੱਲ ਦਾ ਕਿਉਂ ਨਹੀਂ ਜਵਾਬ ਦੱਸੋ, ਕਿਹੜੀ ਗੱਲ ਦਾ ਜਵਾਬ ਚਾਹੀਦਾ? ਕਿ ਮਲਕ ਸਾਹਿਬ ਜਦੋਂ ਅਹਿਮਦੀਆਂ ਦੀ ਬਰੋਡਾਂ ਤੋਂ ਉਹਨਾਂ ਨੂੰ ਥੱਲੇ ਲਾ ਕੇ ਸਿੱਟਦੇ ਸੀ, ਜਿਹੜੀ ਬਰੋਡ ਤੋਂ ਜਾਂਦੇ ਸੀ ਉਹਨਾਂ ਨੂੰ ਮੁਨਾਫਿਕ ਕਿਹਾ ਜਾਂਦਾ ਸੀ, ਇਹ ਹੋਇਆ ਕਿ ਨਹੀਂ ਹੋਇਆ? ਕਿਉਂ ਨਹੀਂ ਦਿੰਦਾ ਜਵਾਬ ਇਹਦਾ? ਹੋਇਆ। ਤੇ ਫਿਰ ਮੈਂ ਕਦੋਂ ਕਹਿੰਦਾ ਨਹੀਂ ਹੋਇਆ? ਤੁਹਾਨੂੰ ਗਾਲਾਂ, ਹਾਂ, ਤੇ ਫਿਰ ਅਗਰ ਕਿਸੇ ਨੂੰ ਮੁਨਾਫਿਕ ਕਹੋ ਉਹਨੂੰ ਗਾਲਾਂ ਕੱਢਣੀਆਂ ਚਾਹੀਦੀਆਂ ਨੇ। मुनाफिक नहीं, सुने आप नहीं ना करो, एक बंदा करके आओ, जे हिम्मत जे ते एक करके आओ, गल जेड़ी है मलक साहब, गल जेड़ी है करके आओ, एक करके आओ, मैं देखा कितने को पहलवान हो तुसी, ये नहीं वो बोलने देगा। बात ये है, यहाँ तक मुनाफिक कहते तो भी कोई बात नहीं है, सारी दुनिया कहती है, ये भी कह रहे। एक तो इन्होंने मुझे गालियां दी, मेरी माँ को गालियां दी, फिर मैंने गालियां दी। अब ये कुत्ते कहते हैं कि ये खराज है, ये अहमदी है ही नहीं। फिर मैंने इन्हें बताया थोड़े प्यो खबीस की अहमदी है, मैं मिर्जा साहब की अहमदियत को मानता हूँ, मिर्जा साहब को नबी रसूल मानता हूँ, हजूर को मिर्जा मसूद साहब को मैं इंतज़ामी मामलात में अपना आका मानता हूँ। उसके अलावा अगर कोई कहता है मेरी अहमदी, उसकी माँ की कुस में डाले वो अहमदियत जाके, उसकी बहन की कुस में डाले, जो जिसका बाबा साबी था तो फलाना जे था, तो मेरा अब्बा जमात में है तो मेरा सदर, वो माँ की कुस में डाले वो अहमदियत। मुझे ये अहमदियत है, इसमें किसी का बाप भी मुझे नहीं निकालता। लेकिन छोटी सरकार ने तानू केड़ी गाल कड्डी है? हाँ, ये पूछो, छोटी सरकार ने तानू गाल कड्डी? हाँ, मैं बताता हूँ। इन्होंने गाली से ज्यादा की है कि इन्होंने आके ये, मैंने कहा कि मेरी बेटियों को, इनसे मैंने सवाल किया कि मेरी बेटियों को बराड़ लगा के मैंने कानों से सुना, कह रहे हैं अहमदियो बारी बारी मलक की बेटियों से जना करो। फिर इन्होंने वो बना के बैनर मेरी बेटियों के खिलाफ लगाए। मैंने कहा तुम इनकी मजम्मत करो कि ये बेगैरत लोग हैं। इन्हें कहा नहीं वो यूं हुआ था तो नहीं, यूं हुआ था तो नहीं, यूं हुआ था, झूठे नहीं। अकाब साहब ना मेरे लिए, नहीं अकाब साहब,
ਹੁਣ ਇਹਨਾਂ ਨੇ ਗੱਲ ਕਰ ਲਈ ਹੈ। ਸੁਣੋ ਮੈਂ ਕੀ ਕਿਹਾ ਸਾਜੇ डग कुत्ते से बदतर है। ਅਕਾਬ ਸਾਹਿਬ ਸੁਣੋ ਮੈਂ ਕੀ ਗੱਲ ਕਹੀ ਸਾਜੇ मेरे लिए वो ਇਹ ਬੰਦਾ डग ਅਲਫਾਜ਼ਾਂ कुत्ते ਨਾਲ से ਖੇਡ बदतर है। ਰਿਹਾ। ਅਕਾਬ ਸਾਹਿਬ ਇਹਨਾਂ ਨੂੰ ਆਖੋ ਇਹ ਮਿਊਟ ਅਲਫਾਜ਼ਾਂ ਨਾਲ ਕਰਨ ਖੇਡਦਾ ਤੇ ਗੱਲ ਸੀ। ਸੁਣਨ ਕਿਉਂ ਜੀ ਐਪੀਸੋਡ ਸੁਣ ਲਓ ਨਾ ਸਰਕਾਰ ਸਾਹਿਬ ਇੱਕ ਮਿੰਟ ਹੈਪੀ ਸਾਹਿਬ ਹੁਣ ਸੁਣ ਲਓ ਨਾ ਮੇਰੀ ਗੱਲ ਤੇ ਸੁਣੋ ਸੁਣੋ ਨਾ ਯਾਰ ਅਕਾਬ ਸਾਹਿਬ ਹੁਣ ਗੱਲ ਤੇ ਸੁਣੋ ਗੱਲ ਤੇ ਸੁਣ ਲਓ एक मिनट अकाब साहब सुन लो। ये कह दे अच्छा जी। अभी भी कह दे कि यार उन्होंने बेगैरती की है, वो बेगैरत लोग है, तो मैं फिर भी इनसे ये गालियां की सॉरी कर लेता हूँ। बोलो सुने तेरे मैं बताता हूँ बता रहा हूँ ना मलक साहब को सुन के लगो अभी डग बनेगा। सुनो वो भाई बताने लगा हूँ बताने लगा ਗੱਲ ਤੇ ਕਰਨ ਦਿਓ। ਮੈਂ ਕਿਹਾ ਮਲਕ ਸਾਹਿਬ ਤੁਸੀਂ ਹਿੰਮਤ ਕਰ ਲਓ, ਤੁਸੀਂ ਕਹਿੰਦੇ ਹੋ ਮੇਰੇ ਸਾਹਮਣੇ ਆਓ ਮੈਂ ਤੁਹਾਨੂੰ ਇੰਜ ਕਰ ਦਿਆਂਗਾ ਉਂਝ ਕਰ ਦਿਆਂਗਾ, ਤੁਸੀਂ ਗੱਲ ਸੁਣਨ ਜੋਗੇ ਤੇ ਹੋਈਓ, ਸਾਹਮਣਾ ਕਰਨ ਦੀ ਤੇ ਬਾਅਦ ਦੀ ਗੱਲ ਹੈ, ਤੁਸੀਂ ਤੇ ਗੱਲ ਨਹੀਂ ਸੁਣ ਸਕਦੇ। 37 ਵਾਰੀ ਤੁਸੀਂ ਮੈਨੂੰ ਸਵੇਰ ਦੇ ਟੋਕ ਬੈਠੇ ਹੋ, ਗਾਲਾਂ ਕੱਢ ਬੈਠੇ ਹੋ। ਗੱਲ ਇਹ ਵੇ ਮੈਂ ਇਹਨਾਂ ਨੂੰ ਅਕਾਬ ਸਾਹਿਬ ਇਹ ਗੱਲ ਕੀਤਾ ਕਿ ਮੈਂ ਆ ਜਿਹੜਾ ਤੁਸੀਂ ਵਤੀਰਾ ਇਸਤੇਮਾਲ ਕੀਤਾ ਨਾ ਅਕਾਬ ਸਾਹਿਬ, ਤੁਸੀਂ ਵਤੀਰਾ ਇਸਤੇਮਾਲ ਕੀਤਾ ਮੈਂ ਇਹ ਨਹੀਂ ਕਰਾਂਗਾ, ਮੈਂ ਇਹਦੇ ਮੁਖਾਲਫ ਹਾਂ। ਕਿਉਂ ਮੁਖਾਲਫ ਹਾਂ ਕਿ ਮੁਖਾਲਫੀਨ 'ਚ ਬਹਿ ਕੇ ਮੁਖਾਲਫੀਨ ਦੇ ਵਿੱਚ ਬਹਿ ਕੇ ਆਪਣਿਆਂ ਦੀਆਂ ਬਦਖੋਈਆਂ ਨਹੀਂ, ਅਗਰ ਆਪਣਿਆਂ ਦੀ ਨਸੀਹਤ ਕਰਨੀ ਹੈ, ਆਪਣਿਆਂ ਦੀ ਤਰਬੀਅਤ ਕਰਨੀ ਹੈ, ਆਪਣਿਆਂ 'ਚ ਬਹਿ ਕੇ ਕਰੀਦੀ ਹੈ, ਉਹਨਾਂ ਦੀ ਸਲਾਹ ਕਰਨੀ, ਉਹਨਾਂ ਦੀ ਆਪਣਿਆਂ 'ਚ ਬਹਿ ਕੇ। ਮੈਂ ਅੱਜ ਸਵੇਰ ਤੋਂ ਲੈ ਕੇ ਕੱਲ ਵੀ ਜਿਸ ਟਾਈਮ ਇਹ ਪੋਸਟਰ ਲੱਗਾ ਸੀ ਉਸ ਟਾਈਮ ਹੀ ਉਸੇ ਬਰਾੜ ਦੇ ਉੱਤੇ ਉਸੇ ਬਰਾੜ ਤੋਂ ਉੱਤੇ ਥੱਲੇ ਗਿਆ ਵਾਂ, 50 ਵਾਰੀ ਉਸ ਬਰਾੜ ਤੇ ਮਿਊਟ ਹੋਇਆ ਵਾਂ। ਮੈਂ ਉੱਥੇ ਵੀ ਇਹ ਗੱਲ ਕੀਤੀ ਹੈ ਕਿ ਇਹ ਕੰਮ ਗਲਤ ਹੈ। ਠੀਕ ਹੋ ਗਿਆ ਜੀ ਅਕਾਬ ਸਾਹਿਬ ਸੁਣ ਲਓ ਪੂਰੀ ਗੱਲ ਮੈਂ ਇਹ ਗੱਲ ਕਿ ਉਹ ਗਲਤ ਨੇ, ਉਹ ਬਗੈਰਤ ਨੇ, ਉਹ ਕੁੱਤੇ ਨੇ, ਉਹ ਕਮੀਨੇ ਨੇ, ਇਹ ਗੱਲ ਮੈਂ ਮੁਖਾਲਫੀਨ ਦੇ ਘਰ ਬਹਿ ਕੇ ਸੁਣ ਲਓ ਅਕਾਬ ਸਾਹਿਬ ਪੂਰੀ ਗੱਲ ਸੁਣ ਲਓ ਅਕਾਬ ਸਾਹਿਬ ਪੂਰੀ ਗੱਲ ਸੁਣ ਲਓ। ਮੈਂ ਆਪਣਾ ਅਸੂਲ ਬਣਾਇਆ ਤੇ ਇਹ ਅਸੂਲ ਮੈਂ ਕਿੱਥੋਂ ਸਿੱਖਿਆ ਇੱਥੋਂ ਹੀ ਸਿੱਖਿਆ, ਆ ਵੱਡਿਆਂ ਕੋ ਸਿੱਖਿਆ ਜਿਹੜੇ ਉੱਤੇ ਜਿਨ੍ਹਾਂ ਕੋ ਤੁਸੀਂ ਵੀ ਸਾਰੇ ਸੁਣ ਕੇ ਤੇ ਇਸ ਨੋਬਤ ਤੱਕ ਪਹੁੰਚੇ ਹੋ ਕਿ ਗੱਲ ਨਹੀਂ ਕਰਨੀ ਚਾਹੀਦੀ। ਇਹਨਾਂ ਲੋਕਾਂ ਕੋ ਸਿੱਖਿਆ ਕਿ ਮੁਖਾਲਫੀਨ 'ਚ ਬਹਿ ਕੇ ਆਪਣਿਆਂ ਨੂੰ ਨਾ ਤੇ ਕੋਈ ਨਸੀਹਤ ਹੁੰਦੀ ਹੈ, ਨਾ ਹੀ ਉਹ ਨਸੀਹਤ ਫੜਦੇ ਨੇ, ਉਲਟਾ ਉਹ ਪ੍ਰਵੋਕ ਹੁੰਦੇ ਨੇ। ਠੀਕ ਹੈ, ਅਗਰ ਇਹੀ ਨਸੀਹਤ ਮਲਕ ਸਾਹਿਬ ਆਪਣੀ ਬਰਾੜ ਤੇ ਬਹਿਣ, ਮੈਂ ਪੁੱਛੋ ਹਾਂ ਇਹਨਾਂ ਨੇ ਉਦੋਂ ਨਹੀਂ ਸਨ ਕੱਢੀਆਂ ਸਰਕਾਰੀਆਂ ਨੂੰ ਗਾਲਾਂ ਤੇ ਕੀ ਮੈਂ ਉਦੋਂ ਆਖਿਆ ਸੀ, ਅੱਜ ਵੀ ਰਿਕਾਰਡਿੰਗ ਕੋ ਮੈਂ ਗੱਲ ਆਖੀ ਨਹੀਂ ਸੀ। ਮਲਕ ਸਾਹਿਬ ਗਲਤ ਖਤਮ ਹੋ ਗਈ ਹੁਣ ਹੈਪੀ ਸਾਹਿਬ ਮੈਨੂੰ ਗੱਲ ਕਰਨ ਦਿਓ, ਮੇਰਾ ਟਾਈਮ ਹੈ ਨਾ। ਮਲਕ ਸਾਹਿਬ ਗਲਤ ਜਿੰਨੇ ਗੱਲ ਕੱਢੀ ਤੁਹਾਨੂੰ ਇਹ ਗੱਲ ਨਹੀਂ ਸੀ ਕੀਤੀ ਇਹਨਾਂ ਕੋਲੋਂ ਇਲਾਜ ਮੰਗੇ ਸਰ ਕੱਲੇ ਬੰਦੇ ਦੇ ਅਕਾਬ ਸਾਹਿਬ ਸੁਣ ਲਓ ਅਕਾਬ ਸਾਹਿਬ ਆਖਰੀ ਲਫ਼ਜ਼ ਸੁਣ ਲਓ ਨਹੀਂ ਆਖਰੀ ਲਫ਼ਜ਼ ਸੁਣ ਲਓ। ਮਲਕ ਸਾਹਿਬ ਨੂੰ ਜਿੱਦਣ ਇਹਨਾਂ ਨੂੰ ਰਿਕਾਰਡਿੰਗਾਂ ਘਲਾਈਆਂ ਨੇ, ਇਹਨਾਂ ਨੇ ਆਖਿਆ ਮੈਨੂੰ ਸਵੇਰੇ ਉੱਠਿਆ ਮੈਨੂੰ 2-3 ਰਿਕਾਰਡਿੰਗਾਂ ਸਰਕਾਰੀਆਂ ਨੇ ਘਲਾਈਆਂ ਨੇ ਜਿਹਦੇ ਵਿੱਚ ਅਹਿਮਦੀਆਂ ਨੇ ਮੈਨੂੰ ਗਾਲਾਂ ਕੱਢੀਆਂ ਨੇ, ਇਹਨਾਂ ਨੇ ਕਰੋੜ ਗਾਲ ਕੱਢੀ। ਅੱਜ ਵੀ ਅਬੂ ਬਕਰ ਮੀਰ ਦੇ ਚੈਨਲ ਦੇ ਉੱਤੇ ਲੱਗੀ ਹੈ। ਮੈਂ ਉਹਦੇ ਵਿੱਚ ਵੀ ਇਹ ਗੱਲ ਕਹੀ ਸੀ ਮਲਕ ਸਾਹਿਬ ਬੰਦਿਆਂ ਦੇ ਨਾਂ ਦੱਸੋ, ਉਹਨਾਂ ਦੇ ਕੋਲ ਜਾਵਾਂਗੇ, ਉਹਨਾਂ ਨਾਲ ਜਾ ਕੇ ਗੱਲ ਕਰਾਂਗੇ। ਉਹ ਤੁਸੀਂ ਮਲਕ ਸਾਹਿਬ ਆਪਣੇ ਆਪਣੇ ਆਪ ਨੂੰ ਅਹਿਮਦੀ ਕਹਿੰਦੇ ਹੋ, ਆ ਉੱਤੇ ਬੈਠਾ ਜੇ ਅਮਨ ਨਜ਼ੀਰ, ਆ ਉਹਦਾ ਮਾਂ ਪਿਓ ਨੂੰ ਟੰਗ ਕੇ ਬੈਠੇ ਜੇ, ਜਾਓ ਹਾਂ ਪੁੱਛ ਕੇ ਆਓ। ਮੈਂ ਨਹੀਂ ਕਹਿ ਕੇ ਆਇਆ ਕਿ ਗਲਤ ਕਰਦੇ ਹੋ। ਠੀਕ ਹੈ ਮੈਂ ਬਗੈਰਤ ਨਹੀਂ ਕਿ ਮੈਂ ਮੁਖਾਲਫੀਨ ਦੀ ਝੋਲੀ 'ਚ ਆ ਕੇ ਬਹਿ ਕੇ ਚੁੱਪ ਕਰਾਓ। ਕੀ ਕਰਦੇ ਹੋ ਪਏ ਮਿਊਟ ਲਾਓ ਉਹਦਾ। ਸਿਰਫ 30 ਸੈਕਿੰਡ ਦੀ ਗੱਲ ਕਰਨੀ ਔਕਾਬ ਸਾਹਿਬ, ਉਸ ਤੋਂ ਬਾਅਦ ਤੁਸੀਂ ਲੰਬੀ ਗੱਲ ਕਰੀਓ 30 ਸੈਕਿੰਡ ਦੀ ਸਿਰਫ। ਕਿ ਮੈਂ CCD ਜਿਹੜਾ ਤੁਹਾਡਾ ਅਹਿਮਦੀ ਭਰਾ ਹੈ ਉਹਦੀ ਬਰੋਡ ਦੇ ਉੱਤੇ ਮੈਂ ਆਪ ਦੇਖਿਆ ਕਿ ਮਲਕ ਸਾਹਿਬ ਨੂੰ ਗਾਲਾਂ ਪੈ ਰਹੀਆਂ ਸੀ ਤੇ ਇਹ ਕਾਲ ਤੇ ਬੈਠਾ ਸੀ, ਕਿਉਂ ਨਹੀਂ ਇਹਨੇ ਮਿਊਟ ਔਨ ਕਰਕੇ ਉਹਨਾਂ ਨੂੰ ਰੋਕਿਆ? ਠੀਕ ਹੈ ਮੈਂ ਦੱਸਾਂ ਦਿਆਂ ਵਾਂ ਮੈਂ ਅੱਜ ਵੀ ਇਹ ਸਾਰੀਆਂ ਗੱਲਾਂ ਦਾ ਜਵਾਬ ਜਿਹੜਾ ਇਹ ਨਹੀਂ ਹੈ ਮੇਰੇ ਕੋਲੇ ਜਵਾਬ, ਹਰ ਗੱਲ ਦੀ ਜਸਟੀਫਿਕੇਸ਼ਨ ਨਹੀਂ ਦੇਈ ਇਹ ਸਾਰੀਆਂ ਗੱਲਾਂ ਦਾ ਜਵਾਬ ਮੇਰੇ ਕੋਲੇ ਇਹ ਕਿਸੇ ਕੋ ਨਹੀਂ। ਮੈਂ ਇੱਕ ਉਹ ਵਾਹਦ ਬੰਦਾ ਵਾਂ ਕਿ ਜਿਹੜਾ ਕਿਸੇ ਗੈਰ ਦੀ ਸਫ ਦੇ ਵਿੱਚ ਨਹੀਂ ਬੈਠਾ ਕੋਈ ਵੀ। ਜਿਸ ਦਿਨ ਦਾ ਮੈਂ ਕੰਮ ਛੱਡਿਆ ਕਿਸੇ ਬੰਦੇ ਦੀ ਗੈਰ ਦੀ ਸਫ 'ਚ, ਨਾ ਆਮਰ ਨਜ਼ੀਰ ਦੀ ਝੋਲੀ 'ਚ ਬੈਠਾ ਜਾ ਕੇ ਮੈਂ, ਨਾ ਸ਼ਾਰਪ ਸ਼ੂਟਰ ਦੀ ਝੋਲੀ 'ਚ ਬੈਠਾ ਤੇ ਨਾ ਮੈਂ ਤਾਰਕ ਝਾਨ ਦੀ ਝੋਲੀ 'ਚ ਬੈਠਾ ਵਾਂ। ਮੈਂ ਆਪਣੀ ਜਮਾਤ ਦੇ ਬੰਦੇ ਦੇ ਕੋਲ ਬੈਠਾ ਵਾਂ, ਆਪਣੀ ਜਮਾਤ ਦੀ ਗੱਲ ਕੀਤੀ ਏ। ਉਸ ਦੇ ਬਾਵਜੂਦ ਵੀ ਮੈਨੂੰ ਕਿਉਂ ਗਾਲਾਂ ਕੱਢਦੇ ਨੇ ਇਹ ਅਹਿਮਦੀ? ਮੈਂ ਤਾਂ ਕਿਸੇ ਗੈਰ ਦਾ ਨਹੀਂ ਸਹਾਰਾ ਲਿਆ। ਜਦੋਂ ਇਹਨਾਂ ਨੇ ਮੈਨੂੰ ਵੀ ਗਾਲਾਂ ਕੱਢਣੋਂ ਨਹੀਂ ਮੁੜਦੇ ਕੋਈ ਵੀ, ਨਾਸਰ ਸਾਹਿਬ ਨੂੰ ਵੀ ਗਾਲਾਂ ਕੱਢਣੋਂ ਨਹੀਂ ਮੁੜਦੇ ਕੋਈ ਵੀ। ਠੀਕ ਹੈ, ਨਾਸਰ ਸਾਹਿਬ ਨੇ ਤਾਂ ਕਿਸੇ ਚੀਜ਼ ਦਾ ਸਹਾਰਾ ਨਹੀਂ ਲਿਆ, ਕਿਸੇ ਗੈਰ ਦਾ ਸਹਾਰਾ ਨਹੀਂ ਲਿਆ, ਕਿਸੇ ਦੀ ਗੈਰ ਦੀ ਬਰਾੜ ਦੇ ਉੱਤੇ ਜਾ ਕੇ ਨਹੀਂ ਬੈਠੇ, ਕਿਸੇ ਗੈਰ ਦੀ ਸਫ 'ਚ ਨਹੀਂ ਖਲੋਤੇ ਖੜੇ ਹੋਏ। ਮੈਂ ਵੀ ਕਿਸੇ ਗੈਰ ਦੀ ਸਫ 'ਚ ਖੜਾ ਨਹੀਂ ਹੋਇਆ। ਮੰਨਿਆ ਕਿ ਮਲਕ ਸਾਹਿਬ ਨੇ ਗੈਰਾਂ ਦੇ ਕੋਲ ਬੈਠੇ ਨੇ ਤੇ ਗੈਰਾਂ ਦੇ ਕੋਲ ਬੈਠ ਕੇ ਗੱਲ ਕਰਦੇ ਨੇ ਪਏ ਤੇ
ਸਾਡਾ ਕੀ ਗੁਨਾਹ ਹੈ? ਮੈਂ ਦੱਸ ਦੇਣਾ ਸਾਬਤ ਹੋਇਆ ਕਿ ਅਹਿਮਦੀ ਜਿਹੜੇ ਇਹ ਗਾਲਾਂ ਕੱਢਦੇ ਨੇ, ਇਹ ਗਾਲਾਂ ਕੱਢਦੇ ਨੇ, ਇਹ ਗਲੀਜ਼ ਨੇ, ਇਹ ਅਹਿਮਦੀ ਨਹੀਂ ਹੈ ਕੋਈ ਵੀ। ਇਸ ਤੋਂ ਪਹਿਲਾਂ ਵੀ ਇਹੋ ਜਿਹੇ ਅਹਿਮਦੀਆਂ ਨੇ ਪਿੰਡਾਂ ਦੇ ਵਿੱਚ, ਜਿਨ੍ਹਾਂ ਲੋਕਾਂ ਨੂੰ ਗਾਲਾਂ ਕੱਢੀਆਂ ਨੇ, ਉਹਨਾਂ ਲੋਕਾਂ ਦੀਆਂ ਮੁਖਾਲਫਤਾਂ ਬਣੀਆਂ ਨੇ ਉਹਨਾਂ ਪਿੰਡਾਂ ਦੇ ਵਿੱਚ। ਉੱਥੇ ਬੰਦੇ ਕਤਲ ਹੋਏ ਨੇ, ਉੱਥੇ ਇੱਜ਼ਤਾਂ ਲੁੱਟੀਆਂ ਗਈਆਂ ਨੇ, ਉੱਥੇ ਸਾਰੇ ਕੰਮ ਹੋਏ ਨੇ। ਇਹ ਉਹਨਾਂ ਦੀਆਂ ਭੈਣਾਂ ਮਾਵਾਂ ਨੂੰ ਗਾਲਾਂ ਕੱਢਦੇ ਨੇ, ਉਹ ਇਹਨਾਂ ਦੀਆਂ ਮਾਵਾਂ ਭੈਣਾਂ ਚੁੱਕ ਕੇ ਲੈ ਜਾਂਦੇ ਨੇ। ਤੇ ਇਹ ਐਡੇ ਗੈਰਤ ਵਾਲੇ ਅਹਿਮਦੀ ਨੇ, ਇੱਥੇ ਆਣ ਕੇ ਸੋਸ਼ਲ ਮੀਡੀਆ ਦੇ ਉੱਤੇ ਬਾਹਰ ਦੇ ਮੁਲਕ ਆਣ ਕੇ ਚਲੋ ਮਿਊਟ ਕਰੋ ਨਾ ਹੁਣ ਕਰਦੇ ਨੇ ਪਏ ਕਿ ਜਰਮਨੀ ਦੇ ਵਿੱਚ ਆਏ ਆਕਾਬ ਸਾਹਿਬ, ਜਾਂ ਬਾਹਰ ਦੇ ਮੁਲਕਾਂ ਚ ਆਣ ਕੇ ਗਾਲਾਂ ਆਕਾਬ ਸਾਹਿਬ ਹੁਣ ਮਿਊਟ ਕਰੋ ਨਾ, ਮੁਖਤਸਰ ਗੱਲ ਕਰੋ ਨਾ। ਇਹ ਗੱਲ ਤੁਸੀਂ ਪਹਿਲਾਂ ਕਰ ਬੈਠੇ ਹੋ, ਇਹ ਗੱਲ ਚੁੱਪ ਕਰੋ ਮੇਰੀ ਵਾਰੀ ਤੱਲਾ ਸਾਹਿਬ ਨੂੰ ਗੱਲ ਮੈਨੂੰ ਉਹਨਾਂ ਦੀ ਗੱਲ ਦਾ ਜਵਾਬ ਤੇ ਦੇਣ ਦਿਓ। ਦਿਨੇ ਤੁਮ ਟਾਈਮ ਦਿਨੇ ਸੁਣੇ ਮੇਰੀ ਬਾਤ। ਅਸੀਂ ਗੱਲਾਂ ਕਰਨੀਆਂ ਜੇ, ਆਪਸ ਵਿੱਚ ਗੱਲਾਂ ਕਰਨੀਆਂ ਜੇ, और मेरी गल करनी है तो ਬਸ ਇਹ ਗੱਲਾਂ ਕਰਨੀਆਂ ਜੇ। ਹਿੰਮਤ ਕਰਿਆ ਕਰੋ। ਮਲਕ ਸਾਹਿਬ ਇਹ ਤੇ ਤੁਸੀਂ ਸਾਹਮਣਾ ਕਰਨ ਦਾ ਕਹਿਣ ਦੇ ਸੋ ਕਿ ਮੈਂ ਤੁਹਾਡਾ ਸਾਹਮਣਾ ਕਰਨਾ ਹੈ, ਗੱਲ ਤੇ ਸੁਣ ਨਹੀਂ ਸਕਦੇ। इसको चुप कराओ यार। ਆਕਾਬ ਸਾਹਿਬ ਨਾਸਰ ਸਾਹਿਬ ਨੂੰ ਯਾਰ ਕਿਉਂ ਨਹੀਂ ਤੁਹਾਨੂੰ ਇੱਕ ਜ਼ੁਬਾਨ ਕਿਉਂ ਨਹੀਂ? ਇੱਕ ਮਿੰਟ ਸਰਦਾਰ ਸਾਹਿਬ, ਮੈਂ ਜਿਹੜੀ ਗੱਲ ਕੀਤੀ ਹੈ ਮੈਨੂੰ ਦੱਸ ਲਓ, ਕੋ ਮੈਂ ਗਲਤ ਕੀਤੀ ਹੈ ਗੱਲ? ਤੁਸੀਂ ਸਵਾਲ ਪੁੱਛਿਆ, ਮੈਨੂੰ ਜਵਾਬ ਤੇ ਦੇਣ ਦਿਓ। ਉਹ ਤੱਲਾ ਸਾਹਿਬ ਨੂੰ ਬੋਲਣ ਦਿਓ ਯਾਰ। ਸਰ ਤੱਲਾ ਸਾਹਿਬ ਨੇ ਆਪਸ ਵਿੱਚ ਗੱਲਾਂ ਕਰਨੀਆਂ ਜੇ। ਕੀਤੀ ਹੈ ਕਿ ਸਹੀ ਕੀਤੀ ਹੈ, ਪਹਿਲਾਂ ਇਹ ਦੱਸੋ। ਮੈਂ ਦੱਸਣ ਲੱਗਾ, ਤੁਸੀਂ ਜਿਹੜੇ ਪਲੇਟਫਾਰਮ ਤੇ ਬਹਿ ਕੇ ਗੱਲ ਕਰ ਰਹੇ ਹੋ ਬਿਲਕੁਲ ਗਲਤ ਕਰ ਰਹੇ ਹੋ। ਦੂਸਰਾ ਤੁਸੀਂ ਕਿ ਲੈ ਨਾਮ ਨਾਸਰ ਸਾਹਿਬ ਦਾ, ਨਾਸਰ ਸਾਹਿਬ ਨੂੰ ਸੁਣ ਲਓ ਉਹ ਸੁਣ ਲਓ। ਹਾਂ ਮੁਨਾਫਿਕ ਸੁਣ ਲਓ ਹੈਪੀ ਭਾਈ। ਆਕਾਬ ਸਾਹਿਬ ਤੁਸੀਂ ਨਾਸਰ ਅਹਿਮਦ ਸਾਹਿਬ ਦੀ ਗੱਲ ਕਰਦੇ ਹੋ ਪਏ। ਨਾਸਰ ਅਹਿਮਦ ਸਾਹਿਬ ਐਸੀ ਸ਼ਖਸੀਅਤ ਨੇ, ਹੁਣ ਮੈਂ ਉਹ ਹੈ ਤੇ ਭਰਾ ਨੇ, ਹੁਣ ਮਜਬੂਰਨ ਤੁਸੀਂ ਇੱਥੇ ਗੱਲ ਛੇੜ ਲਈਏ ਤੇ ਤਾਂ ਮੈਂ ਗੱਲ ਕਰ ਰਿਹਾ। ਸਹੀ ਤਾਂ ਗੱਲ ਕਰ ਰਹੇ ਆ ਕਿ ਨਾਸਰ ਅਹਿਮਦ ਸਾਹਿਬ ਨੂੰ ਸਖਤ ਅਲਫਾਜ਼ ਬੋਲੇ ਗਏ। ਹਲੋ ਵੇਖੋ यार इसको चुप कराओ, इस कुत्ते को ਚੁੱਪ ਕਰਾਓ, ਗੱਲ ਨਾ ਕਰਨ ਦਿਓ। ਤੁਹਾਡੀ ਅਸਲੀਅਤ ਖੋਲ ਕੇ ਰੱਖ ਦਿਆਂਗਾ ਮਲਕ ਸਾਹਿਬ, ਤੁਹਾਡੀ ਅਸਲੀਅਤ ਖੋਲ ਕੇ ਰੱਖ ਦਿਆਂਗਾ। ਮੈਨੂੰ ਬੋਲਣ ਨਾ ਦਿਓ, ਬੋਲਣ ਨਾ ਦਿਓ, ਮੇਰੀ ਜ਼ੁਬਾਨ। ਮੈਂ ਕੀ ਕੀਤਾ? ਮੈਂ ਯਾਰ ਆਕਾਬ ਤੁਸੀਂ ਆਪਣੀ ਫਜ਼ਾਤ ਪਾ ਦਿਓ, ਮੈਂ ਕੀ ਕੀਤਾ? ਅਸੀਂ ਆਪਣੇ रोने पे रोने हैं, ਤੁਸੀਂ ਆਪਣਾ पिटना शुरू कर दो। बात सुने, इन्होंने कहा कि मैंने गैर की बराड़, मैंने एक बराड़ लगाई, इन्होंने ये जिसने भी अल्लाह जानता, मैंने इन्होंने रिपोर्टिंग की, ब्लॉक हो गई। दूसरी बराड़ लगाई, रिपोर्टिंग की, ब्लॉक हो गई। तीसरी मैंने लगाई आईडी, वो भी ब्लॉक हो गई। ओ बेशर्मो, तो इन्होंने मुझे आईडी दी और मैं उस आईडी से आया हूँ लाइव। ये कहता है हम हमारे पास, और इनके पास मैं जाऊं जिन्होंने पोस्टर लगाए हुए हैं, मेरी बेटियों को गालियां बक रहे हैं। ये उत्ते बेगैरत डग कुत्ता उत्ते बैठा था, डग डग बैठे बहुत मेसी जबान करके बड़ा सच्चा। ये डग उधर बैठा हुआ है, मेरी बेटियों को कह रहे हैं कि एमडीओ इसकी बच्चियों से तौबा नौज़ जना करो। अब मैं एमडीओ की बेटियों से अब मैं जना कर रहा हूं। फुदियां बचा लो अपनी भैणवां धीयां मावां दियां। मैं ते हुण जना करांगा थोड़ियां धीयां नाल भी, भैणां नाल भी, रन्नां नाल भी। गांडू नस्ल दे गांडू एमडीओ, बेगैरत दे बच्चे सरकारी एमडीओ। ਹੁਣ ਚੰਗੇ ਰਹੇ ਹੋ ਨਾ, ਹੁਣ ਦਿਓ ਜਵਾਬ ਮਲਕ ਸਾਹਿਬ ਨੂੰ, ਕਿਉਂਕਿ ਮੈਂ ਤੇ ਗਾਲਾਂ ਦੇ ਉੱਤੋਂ ਕੀਤੀ ਹੈ ਤੋਬਾ। ਹੁਣ ਦਿਓ ਇਸ ਪਿਓ ਨੂੰ ਜਵਾਬ ਆਣ ਕੇ। ਇਹ ਕੱਢਦਾ ਜੇ ਪਿਆ ਤੁਹਾਨੂੰ ਗਾਲਾਂ, ਤੁਹਾਡੀਆਂ ਮਾਵਾਂ ਨੂੰ ਵੀ ਤੇ ਭੈਣਾਂ ਨੂੰ ਵੀ ਤੇ ਸਾਰਿਆਂ ਨੂੰ ਟੰਗਦਾ ਜੇ ਪਿਆ। ਹੁਣ ਦਿਓ ਜਵਾਬ ਇਹਨੂੰ, ਹੁਣ ਇਹਨੂੰ ਮਾਰੋ। ਔਕਾਰ ਸਾਹਿਬ ਉਦੋਂ ਤੁਸੀਂ ਮੇਰੀ ਪੂਰੀ ਗੱਲ ਸੁਣੀ ਨਹੀਂ। ਮੈਂ ਇਹਨਾਂ ਕਰਨਾ एक मिनट हैप्पी भाई, देखें मेरे पास कोई मुखलिस अहमदी आता, कहता मलक साहब उन्होंने भी किया है, ठीक नहीं किया, आप भी चुप हो जाओ, तो मैं उनकी तरफ से आपसे माफ़ी मांगता हूँ क्योंकि उन्होंने पहल की। फिर अगर मेरे मुंह से एक बात भी सुन लेते तो मैं हराम दसा। वो जेड़ा आंदा है भैन चो, तो उन्होंने साइड लैके मेरे नाल गल कर, मैं थोड़ी भैन नूं यवा नहीं। पहले जो मेरी बेटियों को गालियां बक रहे हैं, मैंने कोई गाली नहीं दी उनको। खैर शेर दी चुक दिता ही घड़े तो कोला के। ਔਕਾਰ ਸਾਹਿਬ ਸੁਣੋ, ਹੁਣ ਤੁਸੀਂ ਤੱਲਾ ਸਾਹਿਬ ਦੀ ਇੱਜ਼ਤ ਕਰਦੇ ਹੋ ਔਰ ਕਿਸੇ ਬਰੋਡ 'ਚ ਤੁਸੀਂ ਬੈਠੇ ਹੋ ਔਰ ਉੱਥੇ ਤੱਲਾ ਸਾਹਿਬ ਨੂੰ ਗਾਲਾਂ ਪੈ ਰਹੀਆਂ ਨੇ, ਤੁਸੀਂ ਕੀ ਕਰੋਗੇ? ਖਾਮੋਸ਼ੀ ਨਾਲ ਬੈਠ ਕੇ ਸੁਣੋਗੇ? ਮਨਾ ਕਰੋਗੇ ਨਾ। ਤੇ ਬਹੁਤ ਸਾਰੀਆਂ ਬਰੋਡਾਂ ਐਸੀਆਂ ਜਿੱਥੇ ਮੈਂ ਤੱਲਾ ਸਾਹਿਬ ਨੂੰ ਆਪਣੀਆਂ ਅੱਖਾਂ ਨਾਲ ਕੰਨਾਂ ਨਾਲ ਸੁਣਿਆ ਗਾਲਾਂ ਪੈ ਰਹੀਆਂ। ਇਹ ਕਾਲ ਤੇ ਬੈਠਾ, ਇਹ ਕਾਲ ਤੇ ਬੈਠਾ ਸੀ ਆ 1122 ਜਿਹੜਾ ਤੱਲਾ ਸਾਹਿਬ ਨੂੰ ਤੇ ਆ ਕੇ ਇੱਥੇ ਰੋਕ ਰਿਹਾ ਕਿ ਤੱਲਾ ਸਾਹਿਬ ਤੁਸੀਂ ਆ ਨਾ ਕਰੋ। ਉਹਨਾਂ ਨੂੰ ਕਿਉਂ ਨਹੀਂ ਉੱਥੇ ਰੋਕ ਰਿਹਾ?
ਮੈਂ ਉਹਨਾਂ ਨੂੰ ਮਨਾ ਕਰਾਂਗਾ, ਪਰ ਮੈਂ ਇਹ ਸੋਚਣ ਡਿਆ ਕਿ ਮੈਂ ਅੱਜ ਐਲਾਨ ਕਰਨਾ, ਸੁਣ ਲਓ ਗੱਲ ਸਾਰੇ ਜਿੰਨੇ ਵੀ ਅਹਿਮਦੀ ਹੈ ਉਹ, ਤੁਹਾਨੂੰ ਬੜਾ ਮੇਰਾ ਚਾਅ ਸੀ ਕਿ ਉਕਾਬ ਕੌਣ ਹੈ। ਉਕਾਬ ਜ਼ਿਲ੍ਹਾ ਸਿਆਲਕੋਟ, ਪਿੰਡ ਕਟਿਆਲੀਆਂ ਦਾ ਰਹਿਣ ਵਾਲਾ ਬੰਦਾ ਹੈ, ਸਮਝ ਲੱਗੀ ਜੇ। ਉਕਾਬ ਦੇ 4 ਭਰਾ ਮਰੱਬੀ ਨੇ, ਸੁਣ ਲਓ ਗੱਲ, ਜਿਨ੍ਹਾਂ ਨੂੰ ਬੜਾ ਹੀ ਸ਼ੌਕ ਹੈ ਨਾ ਮੇਰਾ ਤਾਰਫ ਸੁਣਨ ਦਾ, ਸੁਣ ਲਓ। 4 ਭਰਾ ਮਰੱਬੀ ਨੇ, 2 ਹਾਫਜ਼ੇ ਕੁਰਾਨ ਨੇ, ਸਮਝ ਲੱਗੀ ਜੇ, ਵਿੱਚ 2 ਹਾਫਜ਼ੇ ਕੁਰਾਨ ਨੇ। ਉਕਾਬ ਨੇ ਸਕੂਲੋਂ ਫੱਟੀ ਮਾਰ ਕੇ ਭੱਜਿਆ, ਸਮਝ ਲੱਗੀ ਜੇ। ਉਕਾਬ ਇਹ ਚਾਹੁੰਦਾ ਹੈ ਕਿ ਜਿੰਨੇ ਵੀ ਅਹਿਮਦੀ ਹੈ ਨੇ ਇਹ ਸਾਰੇ ਆਪਣੇ ਆਪਣੇ ਕਿਬਲੇ ਦਰੁਸਤ ਕਰ ਲੈਣ, ਠੀਕ ਹੈ। ਤੇ ਜਿਸ ਅਹਿਮਦੀ ਨੂੰ ਮੈਨੂੰ ਬੜੀ ਖੁਆਸ਼ ਹੈ ਮੈਨੂੰ ਮਾਰਨ ਦੀ, ਉਕਾਬ ਜਰਮਨੀ 'ਚ ਰਹਿੰਦਾ ਤੇ ਜਿਹਨੂੰ ਮੇਰੀ ਫੈਮਿਲੀ ਨੂੰ ਮਾਰਨ ਦੀ ਜ਼ਰੂਰਤ ਹੈ, ਉਹ ਕਟਿਆਲੀਆਂ ਪਿੰਡ ਦੇ ਵਿੱਚ ਟੁਰ ਜਾਵੇ। 90 ਸਾਲ ਦਾ ਮੇਰਾ ਅੱਬਾ ਉੱਥੇ ਰਹਿੰਦਾ, ਉਹਨੂੰ ਫੈਰ ਮਾਰ ਦਿਓ, ਕਿਉਂਕਿ ਉਹਨੇ ਕਿਹਾ ਸੀ ਕਿ ਮੈਨੂੰ ਵੀ ਕੋਈ ਸ਼ਹਾਦਤ ਸ਼ੂਦਤ ਚਾਹੀਦੀ ਏ, ਤੇ ਉਹ ਸ਼ਾਇਦ ਆਪਣਿਆਂ ਦੇ ਹੱਥੋਂ ਹੀ ਮਰਨਾ ਚਾਹੁੰਦਾ ਹੈ, ਤੇ ਤੁਸੀਂ ਉਹਨੂੰ ਵੀ ਮਾਰ ਦਿਓ। ਇੱਕ ਮੇਰਾ ਭਰਾ ਉੱਥੇ ਰਹਿੰਦਾ ਜੇ, ਉਹਨੂੰ ਵੀ ਮਾਰ ਦਿਓ, ਠੀਕ ਹੈ। ਇਹ ਮੇਰਾ ਐਲਾਨ ਹੈ, ਐਲਾਨੀਆ। ਅੱਜ ਮੈਂ ਤੁਹਾਨੂੰ ਆਪਣਾ ਤਾਰਫ ਕਰਾ ਦਿੱਤਾ ਜਮਾਤ ਅਹਿਮਦੀਆ ਦੇ ਸਾਰੇ ਬੰਦਿਆਂ ਨੂੰ, ਕਿਉਂਕਿ ਮੈਨੂੰ ਇੰਨਾ ਪਤਾ ਲੱਗ ਗਿਆ ਕਿ 3 ਸਾਲਾਂ 'ਚ ਮੌਲਵੀਆਂ ਨੇ ਤੇ ਮੈਨੂੰ ਨਹੀਂ ਮਾਰਿਆ ਕੋਈ ਵੀ, ਠੀਕ ਹੈ। ਲੇਕਿਨ ਤੁਸੀਂ ਆਂਦੇ ਹੋ ਕਿ ਐਸਾ ਮਾਰ ਛੱਡਣਾ, ਤੇ ਤੁਸੀਂ ਆਪਣਾ ਚਾਅ ਜਿਹੜਾ ਨਾ ਪੂਰਾ ਕਰ ਲਓ, ਠੀਕ ਹੈ। ਤੇ ਬਾਕੀ ਮੌਲਵੀ ਜਿਹੜੇ ਨੇ ਉਹ ਵੀ ਆਪਣਾ ਚਾਅ ਪੂਰਾ ਕਰ ਲੈਣ, ਠੀਕ ਹੈ। ਪਾਕਿਸਤਾਨ ਦੇ ਵਿੱਚ ਜਿੰਨੀਆਂ ਗੌਰਮੈਂਟਾਂ, ਜਿੰਨੇ ਆਰਮੀ ਚੀਫ, ਜਿੰਨੇ ਦਹਿਸ਼ਤਗਰਦ ਨੇ, ਸਾਰਿਆਂ ਨੂੰ ਮੈਂ ਐਲਾਨ ਕਰਨਾ ਵਾ, ਮਾਰ ਦਿਓ, ਸਾਡੀ ਸਾਰੀ ਫੈਮਿਲੀ ਮਾਰ ਦਿਓ। 6 ਭਰਾ ਜੇ ਅਸੀਂ, ਮਾਰੇ ਜਾਂਦੇ ਜੇ ਤੇ ਮਾਰ ਲਵੋ, ਠੀਕ ਹੈ। ਤੇ ਜੇ ਅਸੀਂ ਨਾ ਮਰੇ ਕੋਈ ਵੀ ਤੁਹਾਡੇ ਕੋਲੋਂ, ਤੇ ਤੁਸੀਂ ਹਰਾਮ ਦੇ, ਤੇ ਜੇ ਅਸੀਂ ਬਚ ਗਏ ਤੇ ਅਸੀਂ ਹਲਾਲ ਦੇ, ਸਮਝ ਲੱਗੀ ਜੇ। ਜੇ ਤੁਹਾਨੂੰ ਬੜਾ ਸ਼ੌਕ ਕਤਲੋ ਗਾਰਤ ਕਰਨ ਦਾ, ਇਹ ਮੈਂ ਦੱਸ ਦਿੱਤਾ ਜੇ, ਕਟਿਆਲੀਆਂ ਪਿੰਡ ਦਾ ਰਹਿਣ ਵਾਲਾ ਜੇ ਮੈਂ, ਕਟਿਆਲੀਆਂ ਪਿੰਡ ਦਾ ਕਾਲੋ ਨਾਂ ਜੇ ਮੇਰਾ, ਉਕਾਬ ਕਾਲੋ ਜੇ, ਸਮਝ ਲੱਗੀ ਜੇ। ਇਹਦੇ ਪਿੱਛੇ ਇੱਕ ਖਲੀਲ ਨਾਂ ਜੇ, ਖਲੀਲ ਉਕਾਬ ਅਹਿਮਦ ਕਾਲੋ, ਖਲੀਲ ਅਹਿਮਦ ਉਕਾਬ ਮੇਰਾ ਨਾਂ ਜੇ ਸਿੱਧਾ, ਸਮਝ ਲੱਗੀ ਜੇ। ਜਿੰਨੇ ਜਿੰਨੇ ਫੈਰ ਮਾਰਨਾ ਨਾ, ਜਾਓ ਜਾ ਕੇ ਮਾਰ ਲਓ, ਬਦਮਾਸ਼ ਬਣੇ ਹੋ ਤੁਸੀਂ, ਤੇ ਆਪਣੀਆਂ ਆਪਣੀਆਂ ਜ਼ੁਬਾਨਾਂ ਨੂੰ ਲਗਾਮਾਂ ਦੇ ਲਵੋ। ਜਿੰਨੇ ਅਹਿਮਦੀ ਹੈ ਉਹ, ਮੈਂ ਤੁਹਾਨੂੰ ਐਲਾਨੀ ਆਨਾ ਵਾਂ, ਇਹ ਕੋਈ ਜਮਾਤ ਅਹਿਮਦੀਆ ਦੀ ਤਲੀਮ ਨਹੀਂ ਹੈ ਕੋਈ ਵੀ ਕਿ ਤੁਸੀਂ ਲੋਕਾਂ ਨੂੰ ਗਾਲਾਂ ਕੱਢੋ ਤੇ ਲੋਕਾਂ ਨੂੰ ਨੰਗਿਆਂ ਕਰਦੇ ਫਿਰੋ, ਤੇ ਲੋਕਾਂ ਦੇ ਇੱਥੇ ਤੁਸੀਂ ਜਮਾਤ ਅਹਿਮਦੀਆ ਦੇ ਵਿੱਚ ਠੇਕੇਦਾਰ ਬਣਦੇ ਫਿਰੋ ਕਿ ਅਸੀਂ ਜਮਾਤੋਂ ਕਢਾ ਦਿਆਂਗੇ ਤੇ ਇਹ ਕਰ ਦਿਆਂਗੇ ਤੇ ਉਹ ਕਰ ਦਿਆਂਗੇ। ਜੇ ਤੁਹਾਡੇ ਕਿਸੇ ਪਿਓ ਦੇ ਵਿੱਚੋਂ, ਕਿਸੇ ਮਾਂ ਦੇ ਵਿੱਚੋਂ 4 ਮੁੰਡੇ ਵਕਫ ਕੀਤੇ ਨੇ ਜਮਾਤ 'ਚ, ਤੇ ਉਹ ਮੈਨੂੰ ਦੱਸੇ ਕਿ ਮੈਂ ਅਹਿਮਦੀ ਹਾਂ। ਮੇਰੇ ਮਾਂ ਪਿਓ ਨੇ 4 ਮੁੰਡੇ ਵਕਫ ਕੀਤੇ ਨੇ ਜਮਾਤ ਨੂੰ, 4 ਦਿੱਤੇ ਨੇ। ਤੁਸੀਂ ਦੌਲਤਾਂ ਦੇ ਪਿੱਛੇ, ਜ਼ਮੀਨਾਂ ਦੇ ਪਿੱਛੇ ਤੇ ਰੁਪਈਆਂ ਦੇ ਪਿੱਛੇ ਝੁਕਦੇ ਫਿਰਦੇ ਹੋ, ਤੇ ਮੇਰੇ ਮਾਂ ਪਿਓ ਨੇ ਇਸ ਦੌਰ ਦੇ ਵਿੱਚ, ਜਿਸ ਦੌਰ ਦੇ ਵਿੱਚ ਲੋਕੀ ਰੁਪਈਏ ਦੇ ਪਿੱਛੇ ਭੱਜਦੇ ਨੇ, ਉਸ ਦੌਰ ਦੇ ਵਿੱਚ 4 ਮੁੰਡੇ ਮਰੱਬੀ ਬਣਾਏ ਨੇ, 4, ਤੇ 4 ਮੁੰਡਿਆਂ ਮਰੱਬੀਆਂ ਦਾ ਕਿਤਾਬਾਂ ਵੇਖ ਲਓ ਉਹਨਾਂ ਦੀਆਂ, ਉਹਨਾਂ ਨੇ ਨਾਲ ਐਮਏ ਕੀਤਾ ਜੇ, ਐਮਏ, ਸਮਝ ਲੱਗੀ ਜੇ। ਨਾਲ ਮਰੱਬੀ ਬਣੇ ਨੇ, 7 ਸਾਲ ਕੋਰਸ ਕੀਤਾ, ਨਾਲ ਐਮਏ ਬਣੇ ਨੇ, ਤੇ ਨਾਲ ਹਾਫਜ਼ੇ ਕੁਰਾਨ ਜੇ, ਤੇ ਦੌਲਤ ਦੇ ਪਿੱਛੇ ਨਹੀਂ ਜੇ ਭੱਜੇ ਕੋਈ ਵੀ। ਤੇ ਤੁਸੀਂ ਆਪਣਾ ਬੰਦੂਕਾਂ ਤੇ ਬਦਮਾਸ਼ੀਆਂ ਜਿੰਨੀਆਂ ਵਿਖਾਣੀਆਂ ਜੇ ਨਾ, ਉਹ ਮੇਰੇ ਪਿਓ ਦਾ ਨਾਮ ਬੀਬਲਾ ਕਾਲੋਂ ਜੇ, ਬੀਬਲਾ ਕਾਲੋਂ, ਸਮਝ ਲੱਗੀ ਜੇ। ਤੇ ਬੀਬਲਾ ਕਾਲੋਂ ਦੀ ਜੇ ਨਸਲ ਖਤਮ ਕੀਤੀ ਜਾਂਦੀ ਹੈ ਤੁਹਾਡੇ ਕੋਲੋਂ, 6 ਮੁੰਡੇ ਜੇ ਉਹਦੇ, 6 ਮੁੰਡੇ, ਤੇ ਜੇ ਖਤਮ ਕੀਤੀ ਜਾਂਦੀ ਜੇ ਤੇ ਕਰ ਲਵੋ, ਜੇ ਨਾ ਕੀਤੀ ਗਈ ਤੇ ਸਮਝਾਂਗਾ ਕਿ ਸਾਰੇ ਹਰਾਮ ਦੇ। अकाब भाई मैं बड़ा शौक सी तानू काब दा पीछा करना। छोटी सी बात करूंगा, 1 मिनट मुझे इजाजत दे दे। मैं आपके माँ बाप को, हकीकी अहमदियों को सलूट करता हूँ, और आप भी हकीकी अहमदी हो। आप में ईमान और हक की बात करने वाला अहमदी है, मेरे साथ या किसी का साथ देने वाला या खिलाफ करने वाला अहमदी नहीं है। जो ईमान की बात करे, अपने बाप को इज़्ज़त एहतराम में कहे कि अब्बा जी आपकी गलती है, और गाँव के मुसल्ली को कहो कि आपकी बात ठीक है, वो ईमान वाला अहमदी है। और मैं आपको भी और आपके माँ बाप को भी सलूट करता हूँ, आप लोग हकीकी अहमदी हो, और आप मुझे जान से भी प्यारे हो। जज़ाकल्लाह। अब
मैं कोई शक नहीं कि मैं तलीम याफ्ता नहीं है कोई। मेरे बाप ने मैंने सिर्फ एक मारे अपने कोल रखा सी कि बुढ़े बाड़े मेरे कोल रहेगा, ठीक है। लेकिन मेरा ये नहीं मकसद कोई भी कि बंदे ठेकेदार बन जान जमात दे। केड़ा ठेकेदार? किसी दे मां प्यो ने इत्थे एक मुंडा नहीं वकफ कर सकते, कोई भी ये मरबी बना सकते, बने फिरदे ने हीरो। मेरे मां बाप ने 4 कीते ने वकफ। को दस्से नहीं सही के मां प्यो को जम के बखाए जिन्हें 4 कीते ने। उकाब भाई बात सिर्फ थोड़ी सी कर लेने दें। अच्छा, ये जो लोग नीचे परेशान हो रहे हैं या सुनने वाले कि उकाब साहब इस तरह की बात क्यों कर रहे हैं या क्यों इस नौबत पे आए हैं, तो वो दूसरी ब्रॉड पे उकाब भाई को जो है इनको भी गालियां निकाल रहे हैं। हालांकि ना ये डिबेट सुनने में, ना बैठने में, ना पैनल में थे, उसके बावजूद इनको भी गालियां निकाल रहे हैं। अब इसकी क्या वजह बनती है? कोई वजह नहीं, लेकिन गालियां निकाल रहे हैं। सिर्फ इनका वतीरा अब हो गया कि गालियां देना है, हर बंदे को गालियां देना है। ਉਹਦੀ वजह मैं दसदा ना। और दूसरी बात ये है कि जो मलिक साहब से परेशान हो रहे हैं कि मलिक साहब हर आते जाते को गाली दे रहे हैं, सिर्फ दो सेकंड के लिए सिर्फ अपने आप को उस जगह पे रखें कि आपकी माओ बहनों का नाम लेके या इस तरह इश्तिहार बना के ब्रॉड पे टांगे हो, तो उस वक्त हर बंदा ही जहर लगेगा, आपको भी लगेगा। या तो जाके ये काम रुकवाएं जो इधर इतने सगे बने हैं अहमदियत के या किसी भी चीज़ के, या मलिक साहब के जो सगे बांध रहे हैं, वो ये काम रुकवाएं और फिर आके बात करें। काम साथ साथ जो है चल रहा है, उधर भी जाके तेल फेंकते हैं, इधर भी आके तेल फेंकते हैं और फिर कहते हैं जी मलिक साहब गालियां दे रहे हैं। सो ये हरकत ना करें प्यारे भाइयों। मैं जो बात कर रहा हूँ ना, दिल से कर रहा हूँ, दिल से, कुरान की कसम। अगर कोई अहमदी, मुखलिस अहमदी जो हकीकी अहमदी है, वो आ जाता, मुझे कहता मलिक साहब इसके बाद आपने गाली नहीं देना है, उन्होंने बेगैरती का काम किया, गंदा काम किया आपके से पहले किया है, आपकी बेटियों को बुरा भला कहा है, मैं माफ़ी मांगता हूँ, बेगैरतों खबीसों को मैंने बुरा भला कहा है। मैं एक गाली मुँह से जो आता है उनकी साइड लेकर मेरे पास आता है, तुम गलत कर रहे हो। वो तेरी भैणा नू तियां नू कोई कहे कि सारे अहमदी इनकी बेटियों के साथ जना करो, फिर तुसी उसदी भैन नू दुगोगे या नहीं दुगोगे? तुसी ते सरकारां दी चुੱਤ विच नहीं, नाल बुण विच नहीं, नाल मूँह विच भी पाओगे। ते 3 बंदे लेके जाओ, एक उसदे मूँह च पाओ, एक उसदी बुण विच पाओ ते एक उसदी चुੱਤ विच पाओ। हल्लन सरकारी अहमदियां दी मैं मां दी कुस विच मारां, वो सवाड़ियां धीआं सरकारियां नू मैं चोदां, वो सवाड़ियां सरकारां मावां नू मैं चोदां। भैन दी कुस जाविओ, तुहाडा मां नाल कदी राबता पिया ही नहीं है। मैं ते तुहाडी मावां नू दुगांगा सरकारियां ਦੀਆਂ। ਹੁਣ पता लग गया जे इस गल दे उत्तों मैं डरना सा कि एक काम मैं ना करा, क्योंकि मैं कीता ते मेरे भरावां मरब्बियां ने आखना कि तू ये काम क्यों कीता है। समझ लगी जे? क्योंकि मैनू एक मैं वीडियो एक जारी की सी ते मैनू फौरी तौर ते फोन आ गया सी, ठीक है, कि ये केड़ी वीडियो वे, ते मैं तोबा कीती है ते मैं ना कि या अल्लाह मैनू माफ़ करी ਜਿਹੜੀਆਂ मैं गालां मौलवियां नू कड्डियां ने या मैं किसी बंदियां नू भी गालां कड्डियां ने, मेरी जबान दे विचों गंद बकिया गया है, मैनू माफ़ कर दें, मैं तोबा कीती है। लेकिन ये बंदे आंदे ने कि तू तोबा कीती है तो हुण कीती क्यों है? तोबा तोड़, तू 100 चूहा खा के बिल्ली हज नू क्यों चली है? हुण बिल्ली मर जाए, वो 200 पूरा करे या 600 पूरा करे? ਚਾਹੁੰਦੇ ਇਹੀ ਨੇ ਵੈਸੇ। ਗੱਲ ਇਹ ਹੈ ਕਿ ਇਹੀ ਚਾਹੁੰਦੇ ਨੇ, ਉਹ ਆਂਦੇ ਨੇ ਕਿ ਗਾਲੀ ਬਾਜ਼ਾਂ ਦੇ ਗਰੁੱਪ ਦੇ ਵਿੱਚੋਂ ਇੱਕ ਮੈਂਬਰ ਜਿਹੜਾ ਹੈ। साहब बात कर रहे हैं ना जी, तलत साहब गालियां देते हैं, तलत साहब यार आज इन्हां नू ख्याल आया तलत साहब गालियां देंदे ने, सारी जमाते अहमदियां नू आज पता लगा कि तलत साहब गालियां देंदे ने। की वजह बनी है कि इन्हां नू आज जेड़ा होश मत पी आंदी है? हालांकि जिस वजह थी तलत साहब इन्हां दे नाल गालां कढदे सी, ਉਦੋਂ ਬਹੁਤ ਸੋਹਣੇ ਲੱਗਦੇ ਸੀ ਤਲਾ ਸਾਹਿਬ ਇਹਨਾਂ ਨੂੰ। ਪਿੱਛੇ ਲੰਗੋਟਾ ਕਰ ਲੈਂਦੇ ਨੇ, ਥੱਲੇ ਜਨਾਬ ਨਹੀਂ ਗਰੁੱਪ ਬਣਾ ਲੈਂਦੇ ਨੇ। ਉਹ ਮਤਲਬ ਤਮਾਸ਼ਾ ਯਾਰ, ਸਾਡੀ ਜਮਾਤ ਦੇ ਵਿੱਚ ਤੇ ਇੰਜ ਦੀ ਗਰੁੱਪ ਬੰਦੀ ਹੁੰਦੀ ਕੋਈ ਨਹੀਂ, ਕੋਈ ਵੀ। ਇਹ ਆਪਣੇ ਆਪ ਨੂੰ ਅੱਜ ਜਿਸ ਵਜ੍ਹਾ ਦੀ ਤੇ ਕਢਾ ਲਓ, ਹਾਂ ਬਈ ਮੈਨੂੰ ਜਮਾਤ ਦੇ ਵਿੱਚੋਂ ਕਢਾਓ ਵਾਲਾ, ਮੈਂ ਤੁਹਾਨੂੰ ਵੇਖਾਂ ਕਿਵੇਂ ਜਮਾਤ ਚੋਂ ਕਢਾਉਂਦੇ ਹੋ। ਅੱਜ ਜਿਸ ਵਜ੍ਹਾ ਤੀ ਇਹ ਸਾਰੇ ਤਲਤ ਸਾਹਿਬ ਦੇ ਖਿਲਾਫ ਹੋਏ ਨੇ, ਉਹ ਵਜ੍ਹਾ ਗਾਲਾਂ ਨਹੀਂ ਹੈ, क्योंकि तलत साहब ने कल कोई गाल नहीं कड्डी, किसी बंदे नू कोई गाल नहीं कड्डी। तलत साहब पूरी गुफ्तगू दे विच है ही नहीं सन, बल्कि उल्टा तरले वास्ते पे पांदे। कुत्ते हो अपने नु मालकां नु पै गए हो।
ਅੱਲਾ ਤੇ ਅੱਲਾ ਦੇ ਰਸੂਲ ਦਾ ਵਾਸਤਾ ਦਿੱਤਾ ਕਾਲੂ ਨੂੰ ਕੱਲ ਕਿ ਹਰਕਤ ਨਾ ਕਰ। ਫਿਰ ਪੁੱਛਿਆ ਕਾਲੂ ਨੂੰ ਕਿ ਕਾਲੂ ਤੂੰ ਗਾਲਾਂ ਹੀ ਕੱਢਣੀਆਂ ਨੇ? ਉਹਨੇ ਆਖਿਆ ਹਾਂ ਜੀ ਮੈਂ ਬਿਲਕੁਲ ਗਾਲਾਂ ਹੀ ਕੱਢਣੀਆਂ ਨੇ, ਮੈਨੂੰ ਕੱਢਣ ਦਿਓ, ਕੋਈ ਬੰਦਾ ਮਿਊਟ ਨਾ ਲਾਏ। ਜਿਹੜਾ ਕਾਲੂ ਨੂੰ ਮਿਊਟ ਲਾਂਦਾ ਸੀ ਜਾਂ ਥੱਲੇ ਲਾਂਦਾ ਸੀ, ਕਾਲੂ ਆ ਕੇ ਉਹਨੂੰ ਗਾਲਾਂ ਕੱਢਦਾ ਕਿ ਤੂੰ ਫਲਾਣੇ ਦਾ ਬੱਚਾ। ਤੇ ਇਹ ਗਲਤੀ ਕਾਲੂ ਦੀ ਹੈ ਜਾਂ ਤਲਤ ਸਾਹਿਬ ਦੀ ਹੈ ਜਿਨ੍ਹਾਂ ਦੇ ਖਿਲਾਫ ਇਹ ਬਰਾਡਾ ਲਾ ਕੇ ਬੈਠੇ ਨੇ? ਕਮਾਣੀਆਂ ਹਰਾਮ ਦੀਆਂ ਕਮਾਈਆਂ ਤੇ ਇੱਥੇ ਆਣ ਕੇ ਦੱਸਣਾ। ਉਹ ਮੇਰਾ ਬਾਪ ਹੈ ਜਿਹਨੇ ਦੱਸਿਆ, ਉਹਨੇ ਆਖਿਆ ਜੀ ਮੈਂ ਇੱਕ ਨਵਾਲਾ ਆਪਣੇ ਪੁੱਤਰਾਂ ਨੂੰ ਹਰਾਮ ਦਾ ਨਹੀਂ ਖਵਾਇਆ ਕੋਈ ਵੀ। ਇੱਕ ਨਵਾਲਾ 65 ਦੀ ਜੰਗ ਵੀ ਉਹਨੇ ਲੜੀ ਹੈ ਤੇ 71 ਦੀ ਜੰਗ ਵੀ ਉਹਨੇ ਲੜੀ ਹੈ। ਸਮਝ ਲੱਗੀ ਜੇ? ਪਹਿਲਾਂ ਜਾ ਕੇ ਆਪਣੇ ਪਿਓਾਂ ਨੂੰ ਪੁੱਛ ਲਓ ਨਾ, ਤੁਹਾਨੂੰ ਹਲਾਲ ਖਵਾਇਆ ਵੀ ਹੈ ਕਿ ਨਹੀਂ ਖਵਾਇਆ। ਹਲਾਲ ਤੇ ਹਰਾਮ ਹੁੰਦਾ ਕੀ ਏ ਇਹ ਪਤਾ ਜੇ? ਤੇ ਜਿਨ੍ਹਾਂ ਨੇ ਹਰਾਮ ਖਵਾਇਆ ਹੈ ਨਾ, ਉਹਨਾਂ ਦੀਆਂ ਔਲਾਦਾਂ ਜਿਹੜੀਆਂ ਨੇ ਨਾ, ਉਹ ਹਰਾਮ ਦੀਆਂ ਹੀ ਨਿਕਲੀਆਂ ਨੇ, ਉਹਨਾਂ ਨੇ ਹਰਾਮ ਦਾ ਹੀ ਕੰਮ ਕੀਤੇ ਨੇ। ਠੀਕ ਹੈ? ਤੇ ਜਿਨ੍ਹਾਂ ਨੇ ਹਲਾਲ ਖਵਾਇਆ ਨਾ, ਉਹਨਾਂ ਦੀਆਂ ਔਲਾਦਾਂ ਨੂੰ ਅਗਰ ਮੁਆਸ਼ਰਾ ਕੋ ਖਰਾਬ ਕਰ ਵੀ ਛੜੇ ਨਾ, ਤੇ ਉਹ ਕਾਬ ਵਰਗੇ ਬੰਦੇ ਜਿਹੜੇ ਨੇ ਨਾ, ਉਹ ਸਰੇਆਮ ਨੰਗੇ ਹੋ ਕੇ ਤੋਬਾ ਕਰਦੇ ਨੇ, ਆਂਦੇ ਨੇ ਕਿ ਯਾ ਅੱਲਾ ਸਾਨੂੰ ਮਾਫ ਕਰ ਦੇਈਂ, ਸਾਡੇ ਕੋਲੋਂ ਗਲਤੀ ਹੋ ਗਈ ਆ, ਸਾਨੂੰ ਮਾਫ ਕਰ ਦੇਈਂ। ਠੀਕ ਹੈ? ਉਹ ਅੱਲਾ ਦੇ ਅੱਗੇ, ਆਪਣੇ ਦੇ ਅੱਗੇ ਝੁਕਦੇ ਨੇ, ਬੰਦੇ ਦੇ ਅੱਗੇ ਨਹੀਂ ਝੁਕਦੇ ਕੋਈ ਵੀ। ਠੀਕ ਹੈ? अस्सलाम वालेकुम। ਤੁਸੀਂ ਬੰਦਿਆਂ ਦੇ ਅੱਗੇ ਝੁਕਦੇ ਹੋ ਤੇ ਬੰਦਿਆਂ ਦੀ ਪੂਜਾ ਕਰਦੇ ਹੋ ਤੇ ਬੰਦਿਆਂ ਦੇ ਨਾਲ ਤੁਸੀਂ ਗਰੁੱਪ ਬੰਦੀਆਂ ਬਣਾਉਂਦੇ ਹੋ ਤੇ ਬਾਂਦਰਾਂ ਦਾ ਗਰੁੱਪ ਬਣ ਕੇ ਤੇ ਤੁਸੀਂ ਸਮਝਦੇ ਹੋ ਕਿ ਇੱਕ ਬਾਂਦਰ ਨੂੰ ਅਸੀਂ ਮਾਰ ਲਾਂਗੇ। ਤੇ ਉਹ ਫਿਰ ਸਾਰਾ ਹੀ ਬਾਂਦਰ ਵੇਖਿਆ, ਇੱਕ ਬਾਂਦਰ ਨੂੰ ਮਾਰਦੇ ਨੇ ਨਾ, ਤੇ ਸਾਰਾ ਹੀ ਬਾਂਦਰ ਆਉਂਦੇ ਨੇ ਤੇ ਆਣ ਕੇ ਉਹਨੂੰ ਚਪੇੜਾ ਮਾਰੀ ਜਾਂਦੇ ਨੇ ਤੇ ਉਹ ਬਾਂਦਰ ਖੀਰ ਮਾਰੀ ਜਾਂਦਾ ਵਿਚਾਰਾ। ਠੀਕ ਹੈ? ਤੇ ਤੁਸੀਂ ਗਿੱਦੜਾਂ ਵਾਲਾ ਤੇ ਬਾਂਦਰਾਂ ਵਾਲਾ ਗਰੁੱਪ ਜਿਹੜਾ ਨਾ, ਇਹ ਛੱਡ ਦਿਓ। ਸਮਝ ਲੱਗੀ ਜੇ? ਨਹੀਂ ਉਹ ਕਾਬ ਕੋਲ ਹੁਣ ਨਾ ਮਾਈਕ ਬੰਦ ਹੋਣੇ ਨੇ ਤੇ ਨਾ ਕਾਬ ਨੂੰ ਮਾਰਿਆ ਜਾਣਾ, ਉਹ ਟਾਈਮ ਮੁੱਕ ਗਿਆ। ਉਹ ਕਾਬ ਮੇਰੀ ਤੇ ਗੱਲ ਸੁਣ ਲਾ, ਮਰ ਜਾਂਦਾ ਕਿਸੇ ਦੀ ਗੋਲੀ ਦੇ ਨਾਲ। ਉਹ ਕਾਬ ਭਾਈ ਮੇਰੀ ਤੇ ਗੱਲ ਸੁਣ ਲਓ। ਕਾਬ ਭਾਈ ਆਵਾਜ਼ ਆ ਰਹੀ ਜੇ? ਆ ਰਹੀ ਹੈ। ਇਹ ਤੁਸੀਂ ਇਕੱਲੇ ਹੀ ਹੋ ਹਲਾਲ ਦੇ ਜਰਮਨੀ ਪੂਰੇ ਚ? ਬਥੇਰੇ ਨੇ ਹੋਰ ਵੀ, ਲੇਕਿਨ ਤੇ ਕਰਦੇ ਕਿਉਂ ਨਹੀਂ ਉਹ ਫੋਨ ਉੱਥੇ ਹੰਬਰਗ? ਸਾਰਿਆਂ ਨੂੰ ਨਹੀਂ ਪਤਾ ਬਈ ਹੰਬਰਗ ਰਹਿੰਦਾ ਨਾਸਰ ਬੱਟ? ਕਿਉਂ ਯਾਰ ਉਹਨੇ ਅਮਰ ਨਜ਼ੀਰ ਦੀ ਵਾਲਦਾ ਦੀ ਫੋਟੋ ਲਾਈ ਹੈ? गलत काम में हम्बर्ग रहिंदा है। जबरदस्त, ये बहुत अच्छी बात की है भाई ने। ਹੰਬਰਗ ਰਹਿੰਦਾ ਵਾ ਜੇ ਏਡੇ ਹੀ ਹਲਾਲ ਦੇ ਅਹਿਮਦੀ ਹੈ ਨੇ ਜਿਹੜੇ ਸੁਣਦੇ ਨੇ ਪਏ, ਉਹ ਵੀ ਜਾਂ ਜਿੰਨੇ ਵੀ ਨੇ, ਉਹ ਯਾਰ ਉੱਥੇ ਫੋਨ ਕਿਉਂ ਨਹੀਂ ਕਰਦੇ? ਕਿਹਦੇ ਕੋਲ ਨਹੀਂ ਨੰਬਰ ਹੈ ਉੱਥੇ ਦੇ ਸਦਰ ਦੇ ਜਾਂ ਮੁਰੱਬੀ ਦਾ? ਨਹੀਂ ਲੱਭਦਾ ਨੰਬਰ? ਪੈਂਦਾ ਕਿਉਂ ਨਹੀਂ ਲੱਭਦਾ? ਹੰਬਰਗ ਛੋਟਾ की सियासत है ना भाईजान। ਤੇ ਕਰੋ ਨਾ ਫੋਨ, ਕਿਉਂ ਨਹੀਂ ਕਰਦੇ ਭਈਆ? ਹੰਬਰਗ ਛੋਟਾ ਭਾ, ਹੰਬਰਗ 'ਚ ਪਤਾ ਨਹੀਂ ਕਿੰਨੀਆਂ ਜਮਾਤਾਂ ਨੇ, ਸਾਨੂੰ ਕੀ ਪਤਾ ਕਿਹੜੀ ਜਮਾਤ ਦੇ ਵਿੱਚ ਰਹਿੰਦਾ। ਨਾਸਰ ਬੱਟ ਦਾ ਨੰਬਰ ਕੋਈ ਨਹੀਂ ਤੇਰੇ ਕੋਲ? ਜਿੱਥੇ ਵੀ ਨੰਬਰ ਦੇਗਾ ਤੇ ਉੱਥੇ ਵਾਲੇ ਹਰਸ਼ਾ ਲੱਭ ਜਾਏਗੀ। ਮੈਂ ਇਹਨੇ ਮੇਰੇ ਘਰ ਦਾਣੇ ਪਾਉਂਦਾ ਹੈ? ਨਹੀਂ ਮੈਂ ਪਿਆ ਨਾ ਫੋਨ ਕਰਕੇ ਤੇ ਕਿਉਂ ਨਹੀਂ ਦੱਸਦੇ ਜਮਾਤ ਨੂੰ? ਓਹੋ, ਪਰ ਫੋਨ ਕਰਕੇ ਕਿਹੜੀ ਜਮਾਤ ਨੂੰ ਦਸੀਏ, ਕਿੱਥੋਂ ਲੱਭੀਏ? ਦੱਸ। ਨਾਸਰ ਬੱਟ ਨੂੰ ਕਿਸੇ ਵੇਖਿਆ? ਆਹੋ ਵੇਖਿਆ, ਸਾਰਿਆਂ ਵੇਖਿਆ। ਇਹਦੀ ਫੋਟੋ ਇੱਥੇ ਇੰਟਰਨੈਟ ਤੇ ਫਿਰਦੀ ਪਈ। ਮੈਂ ਤੇ ਅਜੇ ਤੱਕ ਨਹੀਂ ਵੇਖਿਆ ਉਹਨੂੰ। ਮੈਂ ਤੈਨੂੰ ਹੁਣੇ ਵਿਖਾ ਦੇਣਾ, ਵੇਖਣਾ ਹੀ ਤੇ। ਮੈਂ ਲਾਣਾ ਉਹਦੀ ਫੋਟੋ ਹੋਣੀ, ਮੈਂ ਬਹਾਨਾ ਤੁਹਾਨੂੰ ਨਾਸਰ ਬੱਟ ਦੀ ਫੋਟੋ। ਅੱਛਾ, ਇਹ ਸਾਰਿਆਂ ਦੇ ਨਾਂ ਜਿਹੜੇ ਨੇ ਨਾ ਲਿਖ ਕੇ ਦਿਓ, ਗਾਲਾਂ ਵਾਲਿਆਂ ਦੇ। ਠੀਕ ਹੈ? ਇਹਨਾਂ ਦੇ ਸਾਰਿਆਂ ਦੀ ਆਈਡੀਆਂ ਦੇ ਨਾਂ ਲਿਖ ਕੇ ਦਿਓ ਮੈਨੂੰ, ਗਾਲਾਂ ਵਾਲਿਆਂ ਦੇ। ਮੈਂ ਲਿਖਣਾ ਹਜ਼ੂਰਾਂ ਨੂੰ ਲੈਟਰ। ਠੀਕ ਹੈ? ਤੇ ਇਹਨਾਂ ਦਾ ਮੈਂ ਇਲਾਜ ਕਰਾਉਣਾ ਵਾ। ਇਹ ਸਮਝਦੇ ਨੇ ਕਿ ਸ਼ਾਇਦ ਕੁਝ ਨਹੀਂ ਹੋਣਾ ਕੋਈ ਵੀ, ਤੇ ਹੁਣ ਮੈਂ ਇਹਨਾਂ ਨੂੰ ਦੱਸਣਾ ਵਾ ਕਿ ਮੇਰੇ 'ਚ ਪਾਵਰ ਕੀ ਏ। ਮੈਂ ਲਿਖਣਾ ਹਜ਼ੂਰਾਂ ਨੂੰ ਲੈਟਰ ਕਿ ਇਹ ਆਈਡੀਆਂ ਜੇ, ਤੇ ਜਿਨ੍ਹਾਂ ਨੂੰ ਮੈਂ ਜਾਣਦਾ ਵਾ ਇਹਨਾਂ ਦੇ ਪਿਛਲੇ ਐਡਰੈਸ ਵੀ ਮੈਂ ਦੇਣਾ ਵਾ। ਠੀਕ ਹੈ? ਇਹਨਾਂ ਨੂੰ ਗਾਲਾਂ ਤੋਂ ਮੈਂ ਬੰਦ ਕਰਾ ਦਾਂਗਾ। ਅਗਰ ਮੈਂ ਗਾਲਾਂ ਤੋਂ ਨਾ ਬੰਦ ਕਰਾ ਸਕਿਆ ਤੇ ਮੇਰਾ ਨਾਮ ਕਾਬ ਹੀ ਨਹੀਂ ਹੈ। ਮੇਰੀ ਗੱਲ ਯਾਦ ਰੱਖਿਓ ਜੀ, ਮੈਂ ਵਾਅਦਾ ਕਰ ਲਿਆ, ਮੈਂ ਪਾਂਡੇ ਚੁੱਕ ਲਈ ਏ। गाना तो मैं मोड़ छड़ांगा ना जी। अच्छा, ये जमात अहमदिया का बनाया हुआ असूल था कि पिछली बार जब इनसे बात हुई थी काफी देर पहले और उस वक्त इनने गालियां दी तो जमात अहमदिया के जो अकाबरीन है बदले में उनको रिटेलिएशन में गालियां पड़ी तो इनने हर ब्रॉड पे ये असूल बयान किया कि यार अगर इरफान जट ने आपको गाली दी है या आपकी माँ बहन को गाली दी है आप उसकी माँ बहन को गाली दे लो। सो ये असूल जमात अहमदिया का था कि अगर कोई आपको गाली दे तो आप उसको गाली दो, अगर कोई आपकी माँ बहन को गाली दे तो आप उसकी माँ बहन को गाली दो, और अगर कोई आपके अकाबिर को गाली दे तो आप उसके अकाबिर को गाली दो। अब कल कौन सी गाली दी है ये तो इनसे पूछे ना, ये क्यों असूल तोड़ रहे हैं? इनकी माँ बहन को कौन सी गाली दी है जो इनने मेरी माँ बहन को गाली दी?
कौन सी इनकी माँ बहन को गाली दी है जो इनने वकास की को दी, भगवान मलिक साहब की को दी, आमिर नजीर साहब की को दी। गालां कढणों मुड़ ना जाणगे कोई भी। ते मैं कहंडिया मेरा नां उकाब जिहड़ा ना ਉਹ ਛੱਡ ਕੇ ਕੋਈ ਹੋਰ ਰੱਖ ਦੇਈ, ਠੀਕ ਹੈ। ਮੈਂ ਪੰਡ ਚੁੱਕੀ ਹੈ ਨਾ, ਇਹ ਭਾਰ ਮੈਂ ਚੁੱਕਿਆ, ਤੇ ਜੇ ਮੈਂ ਨਾ ਤੋੜ ਲੈ ਕੇ ਗਿਆ ਤੇ ਆਖੀ ਤੂੰ ਹੈ ਹੀ ਹਰਾਮਦਾ। ਹੋਰ ਦੱਸ। ਦੇਖੋ ਇਹਨੂੰ ਟਾਈਮ, ਉਕਾਬ ਸਾਹਿਬ ਇਹਨੂੰ ਟਾਈਮ ਲੱਗਣਾ ਹੈ, ਟਾਈਮ ਲੱਗਣਾ ਇਹਨੂੰ, ਠੀਕ ਹੈ। ਮੈਂ ਪੰਡ ਚੁੱਕ ਲਈਏ, ਜਿਸ ਗੰਦ ਨੂੰ ਖਿਲਰਣੇ ਚ ਨਾ ਆਪਣੇ ਤੋਂ ਕੀਤੀ ਏ, ਸਮਝ ਲੱਗੀ ਜੇ। ਨਾਲ ਮੈਂ ਹਜ਼ੂਰ ਹੋਰਾਂ ਨੂੰ ਖਤ ਲਿਖ ਕੇ ਦੱਸਣਾ ਕਿ ਹਜ਼ੂਰ ਮੇਰੇ ਤੋਂ ਵੱਧ ਗਾਲਾਂ ਕੋਈ ਵੀ ਨਹੀਂ ਸੀ ਕੱਢਦਾ ਟਿਕਟੋਕ ਦੇ ਉੱਤੇ। ਸਿੱਧੀ ਗੱਲ ਏ, ਸਭ ਤੋਂ ਬਹੁਤੀਆਂ ਗਾਲਾਂ ਮੈਂ ਕੱਢਣਾ ਹਾਂ, ਕਿਉਂਕਿ ਮੇਰੇ ਤੋਂ ਵੱਧ ਗਾਲਾਂ ਕੋਈ ਵੀ ਨਹੀਂ ਸੀ ਕੱਢਦਾ। ਤੇ ਮੈਨੂੰ ਹਜ਼ੂਰ ਅੱਲਾ ਨੇ ਦਿੱਤੀ ਹੈ ਹਦਾਇਤ, ਤੇ ਮੈਂ ਗਾਲਾਂ ਦਿੱਤੀਆਂ ਨੇ ਛੱਡ। ਤੇ ਹੁਣ ਮੌਲਵੀਆਂ ਨੂੰ ਇਹ ਕੱਢਦੇ ਨੇ ਗਾਲਾਂ, ਤੇ ਜਿਹਦੀ ਵਜ੍ਹਾ ਦੇ ਉੱਤੋਂ ਜਮਾਤ ਹੁੰਦੀ ਹੈ ਬਦਨਾਮ। ਤੇ ਇਹ ਆਈਡੀਆਂ ਜੇ ਇਹਨਾਂ ਦੀਆਂ ਨਾਂ ਜਿਹੜੇ ਨੇ ਮੈਨੂੰ ਲਿਖ ਕੇ ਦੇ ਦਿਓ ਆਈਡੀਆਂ ਦੇ, ਠੀਕ ਹੈ। ਜਿਹੜਾ ਗਾਲਾਂ ਕੱਢਦਾ ਹੱਕੀ ਸੱਚੀ ਮਾਨੀ ਕਰਾਨੀ ਉਸ ਬੰਦੇ ਦਾ ਨਾਂ ਦੇਣਾ ਜਿਹੜਾ ਗਾਲਾਂ ਕੱਢਦਾ। ਜਿਹੜਾ ਬੰਦਾ ਗਾਲਾਂ ਨਹੀਂ ਨਾ ਕੱਢਦਾ ਉਸ ਬੰਦੇ ਦਾ ਨਾਂ ਨਹੀਂ ਦੇਣਾ ਕੋਈ ਵੀ। ਆ ਗੱਲ ਦੇਣ ਚ ਰੱਖਿਓ ਜੇ, ठीक है। मैंने भी फैसला किया था कि इनको जो है ना कोई कोड़ा मंजम चखवा के इस्लाह की जाए, लेकिन ये दुश्मनी और इस दुश्मन के हालात देख के ना इतने घटिया दुश्मन थी, बस करियो यार। मैं दे हाथ जोड़ गया, मेरे हाथ खड़े। ये वतीरा इन्हां नूं मुबारक ते इन्हां तक ही रवे। और यार ये गालीबाज और डिजिटल ग्रुप बदमाशों का ग्रुप है, और इसके अलावा कुछ है? आई डोंट थिंक सो कि इसके अलावा कुछ है। गालीबाज ग्रुप के अलावा कुछ बड़ी वजूहात ने अब्बासी साहब, बड़ी वजूहात ने। गलत गल एक ਕਿਸੇ ਦੀ ਮਾਂ ਭੈਣ ਨੂੰ ਗਾਲ ਜਾਂ ਕਿਸੇ ਦੇ ਕਾਬਰੀ ਨੂੰ ਗਾਲ ਕੱਢਣੀ ਜਿਹੜੀ ਹੈ ਇਹ ਸਖਤ ਗੁਨਾਹ ਹੈ। ਇਹ ਅੱਲਾਹ ਤਾਲਾ ਦੀ ਜ਼ਾਤ ਜਿਹੜੀ ਉਹ ਆਂਦੀ ਹੈ ਕਿ ਤੇਰੀ ਸਮਝ ਚ ਕਿਉਂ ਨਹੀਂ ਗੱਲ ਆਉਂਦੀ ਕੋਈ ਵੀ ਕਿ ਉਹ ਇਸ ਦੁਨੀਆ ਦੇ ਉੱਤੋਂ ਚਲਾ ਗਿਆ ਤੇ ਤੂੰ ਉਹਨੂੰ ਗਾਲਾਂ ਕੱਢਦਾ ਫਿਰਨਾ। ਤੂੰ ਕਿਉਂ ਨਹੀਂ ਅਕਲ ਕਰਦਾ? ਇਹ ਕੁਰਾਨ ਪਾਕ ਦੀ ਤਲੀਮ ਦੇ ਬਿਲਕੁਲ ਹੀ ਖਿਲਾਫ ਹੈ। ਔਰ ਯਹੂਦੀ ਤੇ ਕ੍ਰਿਸਚਨ ਜਿਹੜੇ ਨੇ ਇਸੇ ਚੀਜ਼ ਤੋਂ ਫਾਇਦਾ ਉਠਾ ਕੇ ਤੇ ਦੋਨੇ ਹੀ ਪਾਰਟੀਆਂ ਇਕੱਠੀਆਂ ਹੋ ਕੇ ਤੇ ਮੁਸਲਮਾਨਾਂ ਨੂੰ ਛਿੱਤਰ ਫੇਰ ਰਹੇ ਨੇ। ਇਸ ਗੱਲ ਦੀ ਇਹਨਾਂ ਨੂੰ ਸਮਝ ਨਹੀਂ ਲੱਗਣ ਡਈ ਮੁਸਲਮਾਨਾਂ ਨੂੰ। ਤੇ ਅਸੀਂ ਮੁਸਲਮਾਨ ਜਿੰਨੇ ਹੈ ਵਾਂ ਅਸੀਂ ਆਪਸ 'ਚ ਲੜ ਮਰ ਚੱਲੇ ਹਾਂ। ਤੇ ਅੱਗੋਂ ਬਦਕਿਸਮਤੀ ਦੇ ਨਾਲ ਇੱਕ ਕੰਮਣ ਵਾਲੀ ਜਮਾਤ ਹੈ ਤੇ ਉਹ ਵੀ ਅਗਰ ਗਾਲਾਂ ਕੱਢਣ ਲੱਗ ਪਏਗੀ ਤੇ ਮਗਰ ਪੱਲੇ ਕੀ ਬਚ ਜਾਏਗਾ? ਇਹ ਮਗਰ ਤੇ ਅਜ਼ਾਬ ਹੀ ਰਹਿ ਜਾਣਾ ਫਿਰ। ਦੇਖੋ ਜੀ, ਇੱਕ ਬੱਚੇ ਦੇ ਖਰਾਬ ਹੋਣੇ 'ਚ ਨਾ ਦੋ ਹੀ ਪਹਿਲੂ ਨਜ਼ਰ ਆਉਂਦੇ ਨੇ। ਇੱਕ ਇਹ ਕਿ ਉਹ ਮਾਸ਼ਰੇ ਦੇ ਵਿੱਚ ਜਿਹੜਾ ਹੈ ਉਹ ਸਾਰੀਆਂ ਜਿਹੜੀਆਂ ਖਰਾਬੀਆਂ ਨੇ ਉਹਨਾਂ ਨੂੰ ਅਡਾਪਟ ਕਰ ਲੈਂਦਾ ਹੈ, ਉਹਨਾਂ ਨੂੰ ਅਪਣਾ ਲੈਂਦਾ ਹੈ। ਦੂਸਰਾ ਇਹ ਕਿ ਉਹਦੇ ਵਾਲਦ ਦਾ ਉਹਦੇ ਨਾਲ ਇੰਨਾ ਲਾਡ ਪਿਆਰ ਹੋਵੇ ਕਿ ਉਸ ਲਾਡ ਪਿਆਰ ਦੇ ਚੱਕਰ 'ਚ ਉਹ ਵਿਗੜ ਜਾਵੇ। ਹਾਂਜੀ, ਇਹ ਹੁਣ ਤੁਸੀਂ ਦੇਖਣਾ ਹੈ ਕਿ ਜਮਾਤ ਨੇ ਇਹਨਾਂ ਲੋਕਾਂ ਦੇ ਨਾਲ ਇੰਨਾ ਲਾਡ ਪਿਆਰ ਕਰ ਲਿਆ ਹੈ ਕਿ ਜਿਹਦੀ ਨੌਬਤ ਇਹ ਆ ਗਈ ਆ ਕਿ ਜਮਾਤ ਦੇ ਹੀ ਮੈਂਬਰਾਂ ਨੂੰ ਗਾਲੀਆਂ ਪਵਾਉਂਦੇ ਨੇ, ਜਾਂ ਇਹ ਜਿਹੜੇ ਮਾਸ਼ਰੇ 'ਚ ਰਹਿ ਰਹੇ ਨੇ ਉਸ ਮਾਸ਼ਰੇ ਤੋਂ ਸਿੱਖ ਰਹੇ ਨੇ। ਜਮਾਤ ਨੇ ਇਹਨਾਂ ਨੇ ਕੱਖ ਨਹੀਂ ਕੀਤਾ। ਇਹ ਅਸਲ 'ਚ ਮੈਂ ਤੁਹਾਨੂੰ ਹਕੀਕਤ ਦੱਸਣਾ ਵਾ ਕਿ ਜਿਹੜੇ ਮੁਆਸ਼ਰੇ ਦੇ ਵਿੱਚ ਪਾਕਿਸਤਾਨ ਦਾ ਜਿਹੜਾ ਮੁਆਸ਼ਰਾ ਨਾ ਇਹ ਮੁਆਸ਼ਰਾ ਹੀ ਬਹੁਤ ਗਲਤ ਮੁਆਸ਼ਰਾ ਜਿੱਥੇ ਅਸੀਂ ਰਹਿੰਦੇ ਹਾਂ। ਉਹ ਗਾਲਾਂ ਅਸੀਂ ਉੱਥੋਂ ਸਿੱਖ ਕੇ ਆਏ ਹਾਂ, ਠੀਕ ਹੈ। ਇੱਥੇ ਆਣ ਕੇ ਨਹੀਂ ਗਾਲਾਂ ਸਿੱਖੀਆਂ। ਸਿਰਫ ਵਜ੍ਹਾ ਇੰਨੀ ਹੈ ਕਿ ਕੁਝ ਲੋਕ ਜਿਹੜੇ ਸਨ ਉਹ ਉੱਥੇ ਵੀ ਗਾਲਾਂ ਜਿਹੜੀਆਂ ਸਨ ਉਹ ਕੱਢਦੇ ਸਨ। ਜਿਵੇਂ ਮੌਲਵੀ ਆਮਰ ਨਜ਼ੀਰ ਨੇ ਕਿਹਾ ਨਾ ਕਿ ਮੌਲਵੀਆਂ ਨੂੰ ਉੱਥੇ ਗਾਲਾਂ ਕੱਢ ਕੇ ਵਿਖਾਣ, ਤੇ ਇਹਦੇ 'ਚ ਕੋਈ ਸ਼ੱਕ ਨਹੀਂ, ਠੀਕ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਇਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਕੱਢ ਕੇ ਵਿਖਾ ਸਕਦਾ। ਜਿੰਨੇ ਇੱਥੇ ਕੱਢਣ ਡਏ ਨੇ ਨਾ ਸਵਾਏ ਕਾਬ ਤੋਂ ਇਲਾਵਾ ਕੋਈ ਵੀ ਨਹੀਂ ਕੱਢ ਕੇ ਵਿਖਾ ਸਕਦਾ। ਕਾਬ ਹੀ ਹੈ ਜਿਹੜਾ ਸਾਹਮਣੇ ਮੌਲਵੀਆਂ ਨੂੰ ਮੂੰਹ ਦੇ ਉੱਤੇ ਕੱਢ ਕੇ ਕੱਢੀਆਂ ਨੇ ਜਿਹਨੇ ਪਹਿਲਾ। ਇਸ ਤੋਂ ਇਲਾਵਾ ਹੋਰ ਕੋਈ ਨਹੀਂ ਕੱਢ ਸਕਦਾ ਕੋਈ ਵੀ। ਕਿਉਂ ਅਮਨ ਨਜ਼ੀਰ ਸਾਹਿਬ? ਬਟੇਰਿਆਂ ਨੂੰ ਵੀ ਤਾਂ ਬੋਲਣ ਦਿਓ। ਮੈਂ ਕਿਹਾ ਤੁਹਾਡੇ ਮੈਂ ਫੋਟੋ ਲਾਈ ਹੈ ਨਾਸਰ ਬੱਟ ਦੀ। ਆਵਾਜ਼ ਆ ਰਹੀ ਮੇਰੀ? ਨਾਸਰ ਬੱਟ ਜੀ ਆ ਰਹੀ ਹੈ। ਤੁਹਾਨੂੰ ਵਹਾਣ ਵਾਸਤੇ ਲਾਈ ਹੈ ਤੇ ਮੈਂ ਲਾ ਛੱਡਣੀ ਹੈ। ਜੇ ਦਾ ਸਕਰੀਨਸ਼ਾਟ ਲੈਣਾ ਤੇ ਲੈ ਲਓ। ਮੈਨੂੰ ਡਰ ਹੈ, ਉਹਨੇ ਮੇਰੇ ਮਾਂ ਪਿਓ ਦੀ ਫੋਟੋ ਲਾਈ, ਉਹਦੀ ਤੇ ਖੈਰ ਹੈ। ਡਰ ਮੈਨੂੰ ਜ਼ਿਆਦਾ ਹੈ। ਇਹ ਐਸਾ ਨਹੀਂ ਫੋਟੋ ਦਾ ਹਜ ਕਰਨਾ ਹੈ, ਤਵਾਫ ਕਰਨਾ ਹੈ ਕਿ ਲੈ ਲਓ ਤੇ ਤਵਾਫ ਕਰ ਲਓ। ਨਹੀਂ, ਕੋਈ ਕਹਿੰਦੇ ਸੀ ਨਾ ਪੇ ਕਹਿੰਦੇ ਸੀ ਪੇ ਕੋਈ ਵੀ ਚਾਹੀਦੀ ਹੈ ਹੰਬਰਗ ਕਿਸੇ ਨੇ ਫੋਨ ਕਰਨਾ, ਮੈਂ ਤਾਂ ਦੇਖਿਆ ਉਹਦੀ ਫੋਟੋ। ਤੇ ਮੈਨੂੰ ਡਰ ਇਹ ਵੇ ਕਿ ਮੇਰੀ ਇਟਾਲੀਅਨ ਬੀਵੀ ਦੀ ਉਹਦੇ ਕੋਲ ਫੋਟੋ ਹੈ ਕਿ ਉਹ ਨਾ ਲਾ ਛੜੇ। ਮਾਂ ਪਿਓ ਦੀ ਤੇ ਖੈਰ ਹੈ, ਬੁੱਢੇ ਮਾਂ ਪਿਓ ਨੇ ਉਹਨਾਂ ਦੀ ਤੇ ਉਹਨੂੰ ਲਾਣੀ ਚਾਹੀਦੀ ਉਹਦੇ ਨਾਲ। ਤੇ ਇਹ ਤੁਸੀਂ ਇਸ਼ਾਰਾ ਦੇ ਰਹੇ ਹੋ ਮੇਰੇ ਖਿਆਲ ਦੇ ਮੁਤਾਬਕ ਕਿ ਇਹ ਉਹ ਵੀ ਲਾ ਹੈ। ਉਹ ਮੈਨੂੰ ਡਰ ਹੈ ਕਿ ਉਹ ਹੀ ਨਾ ਲਾ ਛੜੇ ਨਾ। ਮੈਂ ਹੋਈ ਕਹਿੰਦਾ ਕਿ ਉਹ ਹੀ ਨਾ ਲਾੜੇ। ਤੁਸੀਂ ਇਸ਼ਾਰਾ ਦੇ ਰਹੇ ਹੋ ਕਿ ਉਹ ਉਕਾਬ ਸਾਹਿਬ, ਹਾਂਜੀ, ਇੱਕ ਅੱਛਾ ਮਛੇਰਾ ਜਿਹੜਾ ਹੁੰਦਾ ਹੈ ਨਾ ਉਹਦੀ ਇੱਕ ਨਿਸ਼ਾਨੀ ਹੁੰਦੀ ਹੈ ਇਹ ਵੀ
ਕਿ ਉਹ ਛੋਟੀ ਮੱਛੀ ਦਾ ਸ਼ਿਕਾਰ ਕਰਦਾ ਹੈ ਖਾਣ ਵਾਸਤੇ ਨਹੀਂ ਜੀ ਉਹਨੂੰ ਚਾਰਾ ਬਣਾਉਂਦਾ ਹੈ ਵੱਡੀ ਮੱਛੀ ਫੜਨ ਵਾਸਤੇ। ਬਿਲਕੁਲ। ਤੇ ਹੁਣ ਗੱਲ ਤੁਸੀਂ ਸਮਝ ਗਏ ਹੋਵੋਗੇ। ਬਿਲकुल नहीं, ये मेरी सादगी है। मैं भावें दा मेरा भोलापन कह लो कि मैनू डर है कि किरे मेरी इटालियन बीवी दी ना फोटो ला छड़े, बाकी तो खैर मेरा वो नौजवान है जवान है ਉਹਦੇ ਤੇ ਫਿਰ ਜ਼ਾਹਿਰ ਜ਼ਿਆਦਾ ਗੁੱਸਾ ਲੱਗਦਾ ਹੈ, ਜਿਸ ਤਰ੍ਹਾਂ ਮਲਕ ਸਾਹਿਬ ਦੀਆਂ ਬੇਟੀਆਂ ਦਾ ਗੱਲ ਪੋਸਟ ਮੈਂ ਸਮਝ ਗਿਆ, ਤੁਹਾਡੀ ਗੱਲ ਸਮਝ ਗਿਆ ਹੈਗਾ। ਕੋਨੇ ਤੁਸੀਂ ਜਿੰਨੇ ਵੀ ਬੰਦੇ ਹੈ ਨੇ ਨਾ, ਇਹਨਾਂ ਸਾਰਿਆਂ ਦੇ ਗਾਲੀ ਬਾਜ਼ਾਂ ਦੇ ਮੈਨੂੰ ਨਾ ਆਈਡੀਆਂ ਦੇ ਨਾਂ ਦਿਓ ਤੇ ਅਗਲੀ ਗੱਲ ਜਿਹੜੀ ਹੈ ਨਾ ਇਹਨਾਂ ਦਾ ਇਲਾਜ ਕਰ ਲਿਓ। ਯਾਰ ਤੁਸੀਂ ਦੇਖੋ ਕਾਬ ਸਾਹਿਬ, ਅਗਰ ਸਿਰਫ ਤੁਸੀਂ ਇੱਕ ਨੂੰ ਹੀ ਪਿੰਚ ਕਰ ਦੋਗੇ ਨਾ, ਜਿਹੜਾ ਇਹਨਾਂ ਦੇ ਵਿੱਚ ਮੇਨ ਬੰਦਾ ਹੈ, ਸਿਰਫ ਇੱਕ ਬੰਦੇ ਨੂੰ ਹੀ, ਤੇ ਮੇਰੇ ਖਿਆਲ ਵਿੱਚ ਇਹ ਜਿਹੜਾ ਹੈ ਉਹ ਬਹੁਤ ਵੱਡਾ ਇੰਪੈਕਟ ਕਰ ਲੋ। ਇਹ ਨਾਸਰ ਬੱਟ ਬੈਠਾ ਹੈ, ਬੱਟ ਜਿਹੜਾ ਨਾ ਮੁੜ ਜੇ ਤੇ ਮੇਰੇ ਖਿਆਲ ਨਾਲ ਸਾਰੀ ਦੁਨੀਆ ਮੁੜ ਸਕਦੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਫਾਈਟਰ ਦੀ ਬਰਾੜ ਹੈ, ਜ਼ਰਤਸ਼ਤ ਬੈਠੇ ਹੈ, ਇਹ ਡੋਗਰ ਬੈਠੇ ਹੈ, ਚੌਧਰੀ ਨਸਰੁੱਲਾ ਹਮੀਦ ਬੈਠੇ ਹੈ, ਇਹ ਸਾਰੇ ਬੈਠੇ ਨੇ ਉੱਥੇ, ਇਹੀ ਬੰਦੇ ਨੇ। ਇਹ ਕੋਈ ਅਸਲਮ ਡੋਗਰ ਥੱਲੇ ਕਹਿ ਰਿਹਾ ਕਾਲ ਤੇ ਮੈਨੂੰ ਲਓ ਕਾਲ ਤੇ ਬੰਦੇ ਨੂੰ ਮਨਾ ਕਰਿਓ ਯਾਰ। ਮੇਰੀ ਇਟਾਲੀਅਨ ਬੀਵੀ ਦੀ ਨਾ ਫੋਟੋ ਲਾ ਦੇਵੇ, ਮਾਂ ਪਿਓ ਦੀ ਲਾਈ ਸੁਪਨੀ ਗੱਲ ਕਹਿ ਰਹੇ, ਉਹ ਤੇ ਬੁੱਢੇ ਨੇ ਨਾ ਯਾਰ। ਅਨਨੋਨ ਆਈਡੀਆ ਨੇ, ਨਾ ਚੱਕੋ। ਚਲੋ ਰਿਪੋਰਟਾਂ ਮਾਰਦੇ ਨੇ, ਸੇਬੇ ਵਾਲਾ ਬੰਬ ਚਲਾ ਜਾਏਗਾ ਤੁਹਾਡੀ ਬਰਾੜ ਤੇ, ਉਹ ਰਿਪੋਰਟ ਮਾਰਦੇ ਨੇ ਦਸਤੀ। ਫਿਰ ਉਹ ਗੱਲ ਕਰੋ ਜੀ ਜਲਦੀ ਡੋਗਰ ਸਾਹਿਬ। ਜੀ ਅਸਲਾਮ ਵਾਲੇਕੁਮ। ਮੈਂ ਗੱਲ ਇਹ ਕਰਨੀ ਸੀ, ਅਕਾਰ ਸਾਹਿਬ ਨੂੰ ਮੈਂ ਕਿਹਾ ਸੀ ਮੈਨੂੰ ਨਾ ਨੰਬਰ ਆਪਣਾ ਘੱਲੋ ਜਾਂ ਮੇਰੇ ਨਾਲ ਰਾਬਤਾ ਕਰਨਾ। ਉਹਨਾਂ ਨੂੰ ਕਾਲ ਆਈ ਹੈ ਤੇ ਉਹ ਮੇਰੇ ਹਾਲੇ ਪਿੱਛੇ ਗਏ ਨੇ, ਆਉਂਦੇ ਨੇ। ਕਿਸ ਸਿਲਸਿਲੇ ਦੇ ਵਿੱਚ ਜੀ ਤੁਹਾਨੂੰ ਨੰਬਰ ਚਾਹੀਦਾ? ਇਹ ਮੈਨੂੰ ਅਕਾਬ ਸਾਹਿਬ ਨਾਲ ਥੋੜਾ ਜਿਹਾ ਕੰਮ ਆ ਤੇ ਮੈਨੂੰ ਕਿਸ ਸਿਲਸਿਲੇ ਨਾਲ? ਜਮਾਤ ਅਹਿਮਦੀਆ ਤੋਂ ਤਲਕ ਹੈ ਤੁਹਾਡਾ? ਮੈਂ ਜਮਾਤ ਅਹਿਮਦੀਆ, ਹਾਂਜੀ। ਤੇ ਮੈਂ ਕੋਸ਼ਿਸ਼ ਕਰਾਂਗਾ ਮੈਂ ਦੇਖਣਾ ਬੰਦਾ ਨਾ ਸਾਡਾ ਮਰਵਾ ਦੇਣਾ। ਜੋਸ਼ੇ ਖਤਾਬਤ ਦੇ ਵਿੱਚ ਕਦੇ ਕਿਤੇ ਅਲਫਾਜ਼ ਜਿਹੜੇ ਨੇ ਥੱਲੇ ਹੋ ਜਾਂਦੇ ਨੇ। ਸਾਰੇ ਭਾਈ ਜੀ ਆਪਣੇ, ਤੁਸੀਂ ਅਹਿਮਦੀ ਹੋਵੇ ਗੈਰ ਅਹਿਮਦੀ ਹੋਵੇ ਕੋਈ ਵੀ ਹੋਵੇ, ਦੇਖੋ ਜੀ ਇਤਬਾਰ ਜਿਹੜਾ ਹੈ ਨਾ, ਇਤਬਾਰ ਕਦੇ ਦੁਸ਼ਮਣ ਨਹੀਂ ਤੋੜਦਾ, ਕਿਉਂਕਿ ਦੁਸ਼ਮਣ ਤਾਂ ਪਹਿਲਾਂ ਹੀ ਪਤਾ ਹੁੰਦਾ ਹੈ ਕਿ ਪਿੱਛੋਂ ਵੀ ਵਾਰ ਕਰ ਸਕਦਾ ਹੈ, ਅੱਗੋਂ ਵੀ ਵਾਰ ਕਰ ਸਕਦਾ ਹੈ, ਲੇਕਿਨ ਜਿਹੜਾ ਦੋਸਤ ਹੁੰਦਾ ਹੈ ਨਾ, ਉਹਦਾ ਕੋਈ ਨਹੀਂ ਪਤਾ ਹੁੰਦਾ ਕਿ ਉਹ ਜੱਫੀ ਪਾ ਕੇ ਪਿੱਛੋਂ ਛੁਰਾ ਘੋਪ ਦੇਵੇ। ਲਿਹਾਜ਼ਾ ਅੱਜ ਦੇ ਦੌਰ ਵਿੱਚ ਜੀ ਸਰ ਅਕਾਬ ਸਾਹਿਬ ਨੂੰ ਕਹਿਣਾ ਕਿ ਮੇਰੇ ਨਾਲ ਥੋੜਾ ਰਾਬਤਾ ਕਰਨ। ਮੈਂ ਇਹਨਾਂ ਨੂੰ ਇਨਬਾਕਸ ਕੀਤਾ, ਤੁਸੀਂ ਉਹਨਾਂ ਨੂੰ ਇਨਬਾਕਸ ਕਰ ਦਿਓ। ਹਾਂਜੀ ਮੈਂ ਕੀਤਾ ਸੀ, ਅਗਰ ਮੁਨਾਸਬ ਸਮਝਣਗੇ ਤੇ ਉਹ ਬਹੁਤ ਮਿਹਰਬਾਨੀ, ਦੇ ਦੇਣਗੇ ਜਵਾਬ। ਬਹੁਤ ਮਿਹਰਬਾਨੀ, ਜਜ਼ਾਕੱਲਾ, ਸ਼ੁਕਰੀਆ। ਹੋ ਸਕਦਾ ਉਹਨਾਂ ਦੀ ਉਡਾਨ ਜਿਹੜੀ ਹੈ ਉਹ ਵਾਪਸ ਆ ਗਈ ਹੋਵੇ। ਯਾਰ ਮੈਨੂੰ ਤਾਂ ਇੱਕ ਸ਼ੇਰ ਯਾਦ ਆ ਰਿਹਾ ਸੀ, ਮੈਨੂੰ ਹੁਣ ਜ਼ਿਹਨ ਵਿੱਚ ਨਹੀਂ ਰਿਹਾ। ਲੋਕ ਮੈਨੂੰ ਫੋਨ ਕਰਕੇ ਕਹਿ ਰਹੇ ਨੇ ਕਿ ਤੁਸੀਂ ਜਨਾਬ ਕੀ ਕਰਦੇ ਹੋ ਪਏ, ਤੁਸੀਂ ਸਾਨੂੰ ਗਾਲਾਂ ਤੋਂ ਡੱਕਣ ਲੱਗੇ ਹੋ। ਯਾਰ ਇਹੀ ਮੈਂ ਤੁਹਾਨੂੰ ਦੱਸ ਰਿਹਾ ਨਾ ਔਕਾਬ ਸਾਹਿਬ, ਤੁਸੀਂ ਸਾਨੂੰ ਨਾਸਰ ਭੱਟ ਜਿਹੜਾ ਉਹ ਮੁੜ ਜੇ ਇਹ ਗਾਲਾਂ ਦੇ ਉੱਤੋਂ, ਤੂੰ ਕੀ ਕਹਿ ਰਿਹਾ ਕਿ 10 ਮਤਲਬ ਨਾਸਰ ਭੱਟ ਦੇ ਗਾਲਾਂ ਤੇ ਮੁੜਨਾ ਨਹੀਂ, ਇਹਦਾ ਅੱਬਾ ਵੀ ਮੁੜੇਗਾ। ਸਮਝ ਲੱਗੀ ਜੇ? ਇਹਦਾ ਅੱਬਾ ਵੀ ਮੁੜੇਗਾ ਗਾਲਾਂ ਤੋਂ। ਜਦੋਂ ਕਾਬ ਮੁੜ ਗਿਆ ਤੇ ਹਰ ਬੰਦਾ ਮੁੜੇਗਾ, ਅਗਰ ਨਾ ਮੁੜਿਆ ਕੋਈ ਤਾਂ ਕਾਬ ਦਾ ਨਾਂ ਵਟਾ ਦਿਓ ਜੀ, ਗੱਲ ਯਾਦ ਰੱਖਿਓ ਜੀ। ਯਾਰ ਅਸੀਂ ਤੇ ਚਾਹੁੰਦੇ ਹੈਗੇ ਆ ਕਿ ਘੱਟ ਤੋਂ ਘੱਟ ਇਖਤਲਾਫ ਤੇ ਹੈ, ਚੱਲਣਾ ਹੈ, ਲੇਕਿਨ ਐਟ ਲੀਸਟ ਤੁਸੀਂ ਕਿਸੇ ਮੈਦਾਨ ਵਿੱਚ ਬੈਠੋ ਤੇ ਰਿਪਰੈਜ਼ੈਂਟ ਕਰੋ ਕਿ ਤੁਸੀਂ ਵਾਕਈ ਹੀ ਕਿਸੇ ਜਮਾਤ ਦਾ ਹਿੱਸਾ ਹੋ। ਹਾਂਜੀ, ਵਾਕਈ ਉਹਦੀ ਕੋਈ ਤਾਲੀਮ ਹੈ, ਤਰੀਕਾਕਾਰ ਹੀ ਗਲਤ ਹੈ। ਵਿਕਾਸ ਭਾਈ ਔਕਾਬ ਸਾਹਿਬ ਤੇ ਗੱਲ ਕਰ ਰਹੇ ਨੇ, ਲੇਕਿਨ ਇਹ ਵੇ ਕਿ ਉਹ ਬੜੀ ਪਾਵਰਫੁਲ ਫੈਮਿਲੀ ਨਾਲ ਬਿਲੋਂਗ ਕਰਦਾ, ਜਿਹੜੀ ਸਾਨੂੰ ਪਤਾ ਹੈ ਭਾਈਜਾਨ, ਇਹੀ ਤੇ ਗੱਲਾਂ ਅਸੀਂ ਪਹਿਲੇ ਕਰ ਰਹੇ ਹੈਗੇ ਆ। ਪਾਵਰਫੁਲ ਇਹੀ ਹੈ ਨਾ ਕਿ ਪਰਦਾਦਾ ਵੀ ਅਹਿਮਦੀ ਸੀਗਾ। ਯਾਰ ਦਾਦਾ ਜੀ ਇਹ ਨਾ ਚੱਕੋ ਯਾਰ। ਇੱਕ ਬੰਦੇ ਨੇ ਆਵਾਜ਼ ਚੁੱਕੀ ਸੀ ਤੇ ਉਹ ਜਮਾਤੋਂ ਬਾਹਰ ਹੋ ਗਿਆ ਸੀ। ਮੈਂ ਉਹੀ ਤਾਂ ਦੱਸ ਰਿਹਾ ਹੈਗਾ ਕਿ ਇਹ ਜਿਹੜੀ ਮੈਂ ਗੱਲ ਕੀਤੀ ਸੀਗੀ ਨਾ ਕਿ ਜਿਹੜਾ ਪੈਦਾਇਸ਼ੀ ਅਹਿਮਦੀ ਹੁੰਦਾ ਹੈ ਨਾ, ਉਹਦੇ ਸਾਹਮਣੇ ਕੋਈ ਫਾਰਮ ਨਹੀਂ ਆਉਂਦਾ, ਬੈਤ ਫਾਰਮ, ਲੇਕਿਨ ਇੱਕ ਜਿਹੜਾ ਨਵਾਂ ਅਹਿਮਦੀ ਆਉਂਦਾ ਹੈ ਕਿਉਂਕਿ ਉਹਦੀਆਂ ਸ਼ਾਖਾਂ ਕਮਜ਼ੋਰ ਨੇ। ਇਹ ਮਿਸਾਲ ਤੇ ਕੁਰਾਨ ਦੇ ਵਿੱਚ, ਅਗਰ ਤੁਸੀਂ ਕੁਰਾਨ ਦੀ ਮਿਸਾਲ ਲਓ, ਕਲਮਾ ਤੈਯਿਬਾ ਤੇ ਜਿਹੜਾ ਖਬੀਸ ਕਲਮਾ ਤੇ ਜਿਹੜਾ ਤੈਯਬ ਕਲਮਾ ਹੈ, ਉਹਦੇ ਵਿੱਚੋਂ ਤੁਸੀਂ ਦੇਖੋਗੇ ਨਾ, ਜਦੋਂ ਵੀ ਖਬੀਸ ਕਲਮੇ ਦੀ ਹਮੇਸ਼ਾ ਜੜ੍ਹਾਂ ਉੱਤੇ ਹੋਣਗੀਆਂ ਤੇ ਸ਼ਾਖਾਂ ਜ਼ਮੀਨ ਦੇ ਵਿੱਚ ਹੋਣਗੀਆਂ। ਇਹੋ ਹੀ ਹਿਸਾਬ ਹੈ।
ਕਿ ਉਹ ਜਿਨ੍ਹਾਂ ਦੀਆਂ ਸ਼ਾਖਾਂ ਪਹਿਲੇ ਹੀ ਫੈਲੀਆਂ ਹੋਈਆਂ ਨੇ ਨਾ, ਉਹਨਾਂ ਨੂੰ ਇਸ ਚੀਜ਼ ਨਾਲ ਪਰਵਾਹ ਨਹੀਂ ਹੈਗਾ ਕਿ ਜੜ ਕੋਈ ਵੱਢ ਦੇਗਾ ਤੇ ਕੀ ਹੋ ਜਾਏਗਾ। ਸ਼ਾਖਾਂ ਤੇ ਫਿਰ ਮਜ਼ਬੂਤ ਨੇ, ਜੜ ਫਿਰ ਆ ਜਾਏਗੀ। ਬਾਬਾ ਜਿਹੜਾ ਨਾ ਨਾਸਰ ਬਾਬਾ, ਇਹ ਜਦੋਂ ਦਾ ਮੈਂ ਆਇਆ ਨਾ, ਹਕੀਕਤ 'ਚ ਸਹੀ ਪੁੱਛੋ ਨਾ ਤੇ ਮੈਨੂੰ ਉਦੋਂ ਹੀ ਦਿਲੋਂ ਜਿਹੜਾ ਸੀ ਨਾ ਇਹ ਭੈੜਾ ਲੱਗਦਾ ਸੀ। ਜਿਹੋ ਜਿਹੀਆਂ ਗੱਲਾਂ ਕਰਦਾ ਸੀ ਨਾ, ਟੋਵੀਆਂ ਤੇ ਜਨਾਬ ਅਲੀ ਚੁੰਬੜਾਂ ਦੇਣ ਵਾਲੀਆਂ, ਤੇ ਮੈਂ ਨਾ ਕਿ ਇਹ ਗੱਲਾਂ ਠੀਕ ਨਹੀਂ ਹੈ ਕੋਈ ਵੀ। ਤੇ ਆਖਰਕਾਰ ਉਹ ਟਾਈਮ ਆ ਗਿਆ ਕਿ ਹੁਣ ਇਸ ਚੀਜ਼ ਦਾ ਖਾਤਮਾ ਹੋਣ ਦਾ ਵਕਤ ਆ ਗਿਆ। ਹਰ ਚੀਜ਼ ਇੱਕ ਦਾ ਉਹਦਾ ਸ਼ੁਰੂਆਤ ਹੁੰਦੀ ਏ, ਤੇ ਸ਼ੁਰੂਆਤ ਤੋਂ ਬਾਅਦ ਉਹਦਾ ਇੱਕ ਅਰੂਜ ਹੁੰਦਾ ਹੈ, ਤੇ ਅਰੂਜ ਤੋਂ ਬਾਅਦ ਫਿਰ ਉਹਦਾ ਜ਼ਵਾਲ ਹੁੰਦਾ ਹੈ। ਠੀਕ ਹੈ। ਤੇ ਇਹ ਵੀ ਜਿਹੜੀ ਬਕਵਾਸ ਹੈ ਨਾ, ਜਿਹੜੀ ਪੰਜਾਬੀ ਦੇ ਵਿੱਚ ਕੀਤੀ ਜਾ ਰਹੀ ਸੀ ਕਾਫੀ ਅਰਸੇ ਤੋਂ, ਇਹਦਾ ਵੀ ਖਾਤਮਾ ਹੋਣ ਦਾ ਟਾਈਮ ਹੋ ਗਿਆ। ਤੇ ਸ਼ੁਰੂਆਤ ਕਰਨੀ ਪੈਂਦੀ ਹੈ ਬੰਦੇ ਨੂੰ ਆਪਣੇ ਘਰੋਂ। ਠੀਕ ਹੈ। ਆਪਣੇ ਘਰੋਂ ਪਹਿਲਾਂ ਆਪਣੇ ਤੋਂ ਕਰਨੀ ਪੈਂਦੀ ਹੈ। ਠੀਕ ਹੈ। ਤੇ ਫਿਰ ਜਾ ਕੇ ਖਾਤਮਾ ਹੁੰਦਾ ਹੈ। ਉਹ ਇੱਕ ਬੰਦਾ ਹੀ ਹੁੰਦਾ ਹੈ ਜਿਹਨੇ ਆਪਣੇ ਤੋਂ ਸ਼ੁਰੂਆਤ ਕਰਨੀ ਹੁੰਦੀ ਹੈ ਤੇ ਉਹਨੇ ਅੱਗੇ ਲੈ ਕੇ ਚੱਲਣਾ ਹੁੰਦਾ ਹੈ। ਦੇਖੋ ਜੀ, ਪਿੰਡ ਦਾ ਚੌਧਰੀ ਗਲਤੀ ਕਰੇ ਤੇ ਉਹਦੀ ਸ਼ਿਕਾਇਤ ਤੁਸੀਂ ਕਿਹਨੂੰ ਲਾਓਗੇ? ਕਿ ਪਿੰਡ ਦੇ ਮੁਨਸ਼ੀ ਨੂੰ ਲਾਓਗੇ? ਮੁਨਸ਼ੀ ਨੂੰ ਜਾ ਕੇ ਦੱਸੂਗੇ ਕਿ ਪਿੰਡ ਦੇ ਚੌਧਰੀ ਨੇ ਗਲਤੀ ਕੀਤੀ ਹੈ? ਸਾਰੇ ਜਿੰਨੇ ਵੀ ਹੈ ਨੇ ਵੇਖੋ ਨਾ, ਹੁਣ ਐ ਸਾਰੇ ਅਸੀਂ ਜਿੰਨੇ ਵੀ ਉਹਦਾ ਹੱਲ ਇੱਕ ਹੀ ਹੈ। ਬੈਠੇ ਤੇ ਸਾਨੂੰ ਸਾਰਿਆਂ ਨੂੰ ਆਪਣੇ ਆਪਣੇ ਗਿਰੇਬਾਨਾਂ 'ਚ ਝਾਤੀ ਮਾਰਨੀ ਚਾਹੀਦੀ ਹੈ, ਤੇ ਸਾਰਿਆਂ ਨੂੰ ਆਪਣੇ ਕਿਬਲੇ ਦੁਰਸਤ ਕਰਨੇ ਪੈਂਦੇ ਨੇ, ਤੇ ਤਾਂ ਜਾ ਕੇ ਸਿਸਟਮ ਸਹੀ ਹੁੰਦਾ। ਹੁਣ ਜੇ ਬੰਦਾ ਆਖੇ ਕਿ ਅਮਨ ਨਜ਼ੀਰ ਕੱਲਾ ਜਿਹੜਾ ਉਹ ਗਾਲਾਂ ਕੱਢਦਾ ਪਿਆ, ਯਾਰ ਉਹ ਤੁਸੀਂ ਨਾ ਕੱਢੋਗੇ ਤੇ ਉਹ ਕਿੰਨੀ ਕੁ ਦੇਰ ਕੱਲਾ ਵਿਚਾਰਾ ਕੱਢਦਾ ਰਹੇਗਾ? ਮੈਨੂੰ ਇਹ ਤੇ ਦੱਸ ਛੜੋ। ਜੇ ਥੱਕ ਨਾ ਗਿਆ, ਮੇਰਾ ਨੱਕ ਮੂੰਹ ਵੱਢ ਛੜਿਓ ਜੇ। ਹੋਰ ਦੱਸਿਓ। ਨਾਲੇ ਔਕਾਬ ਸਾਹਿਬ, ਤੁਸੀਂ ਆਪਣਾ ਆਪ ਠੀਕ ਕਰ ਲਓ, ਸਾਰੇ ਹੀ ਠੀਕ ਹੋ ਜਾਣਗੇ। ਦੇਖੋ, ਕੱਲਾ ਅਗਰ ਕਿਸੇ ਨੂੰ ਗਾਲਾਂ ਕੱਢਣ ਦਾ ਸ਼ੌਕ ਹੈ ਤੇ ਸ਼ੀਸ਼ੇ ਦੇ ਸਾਹਮਣੇ ਖਲੋ ਕੇ ਜਿੰਨੀਆਂ ਮਰਜ਼ੀ ਕੱਢੇ, ਸਾਨੂੰ ਕੀ ਇਤਰਾਜ਼ ਹੈ? ਔਕਾਬ ਭਾਈ, ਮੈਂ ਤੁਹਾਨੂੰ ਅੱਜ ਕਹਿ ਰਿਹਾ, ਆ ਲੈ ਲਵੋ। ਠੀਕ ਹੈ, ਤੁਸੀਂ ਪੰਡ ਚੁੱਕੀ ਹੈ, ਲੇਕਿਨ ਇਹ ਬੜੀ ਭਾਰੀ ਹੈ। ਹਾਂਜੀ, ਇਹ ਪਿੰਡਾ ਤੁਸੀਂ ਪੂਰਾ ਨਹੀਂ ਮਸਲਾ ਹੀ ਨਹੀਂ ਹੈ। ਮੈਂ ਅੱਗੇ ਵੀ ਜਦੋਂ ਮੈਂ ਨਿੱਕਾ ਹੁੰਨਾ ਹਾਂਜੀ, ਮੇਰੇ ਮੈਨੂੰ ਆਪਣੇ ਕੋਲ ਰੱਖਿਆ ਹੀ ਇਸ ਮਾਰਿਆ ਸੀ ਕਿ ਪੁੱਤਰ ਤੈਨੂੰ ਮੈਂ ਨਾ ਆਪਣੇ ਕੋਲ ਰੱਖਣਾ ਇਸ ਵਜ੍ਹਾ ਤੋਂ ਕਿ ਬੁਢਾਪੇ ਦੇ ਵਿੱਚ ਤੂੰ ਮੇਰੇ ਕੋਲ ਰਹੇਗਾ। ਠੀਕ ਹੈ। ਤੇ ਉਹ ਚਲੋ ਕਿਸਮਤ ਨੂੰ ਮਨਜ਼ੂਰ ਨਹੀਂ ਹੋਇਆ, ਮੌਲਵੀਆਂ ਦੇ ਧੱਕੇ ਦੇ ਵਿੱਚ ਮੈਂ ਵੀ ਨਿਕਲ ਆਇਆ ਵਾਂ ਬਾਹਰ। ਠੀਕ ਹੈ। ਮੌਲਵੀਆਂ ਧੱਕਾ ਮਾਰਿਆ ਤੇ ਉਹ ਕੁੱਬੇ ਦਾ ਜਨਾਬ ਵਾਲੀ ਲੱਕ ਸਿੱਧਾ ਹੋ ਗਿਆ। ਠੀਕ ਹੈ। ਤੇ ਠੀਕ ਹੋ ਗਿਆ ਤੇ ਉਹ ਉਦੋਂ ਹੀ ਮੈਨੂੰ ਪੰਡਾਂ ਨਿੱਕੀਆਂ, ਮੈਂ ਜਦੋਂ ਮੱਝ ਨੂੰ ਪੱਠੇ ਪਾਣਾ ਹੁੰਦਾ ਤੇ ਉਦੋਂ ਹੀ ਬੜੀਆਂ ਵੱਡੀਆਂ ਪੰਡਾਂ ਚੁੱਕਣਾ ਹੁੰਦਾ ਹਾਂ। ਤੇ ਇਹ ਜਿਹੜਾ ਝੂਠ ਹੈ ਨਾ, ਝੂਠ ਇਹ ਮੇਰੇ ਤੋਂ ਵੱਧ ਕੌਣ ਮਾਰਦਾ ਹੁੰਦਾ ਸੀ? ਇਹ ਮੈਂ ਪੰਡ ਆਪਣੇ ਉੱਤੇ ਚੁੱਕੀ ਕਿ ਮੈਂ ਹੁਣ ਸੱਚ ਬੋਲਣਾ, ਤੇ 12 ਸਾਲ ਹੋ ਗਏ ਨੇ ਮੈਂ ਸੱਚ ਬੋਲਣਾ ਪਿਆ, ਮੈਂ ਕੋਈ ਝੂਠ ਨਹੀਂ ਮਾਰਿਆ। ਠੀਕ ਹੈ। ਇਹ ਬੜੀ ਵੱਡੀ ਗੱਲ ਹੁੰਦੀ ਹੈ ਕਿ 12 ਸਾਲਾਂ ਦੇ ਵਿੱਚ ਬੰਦੇ ਨੇ ਇੱਕ ਵੀ ਝੂਠ ਨਹੀਂ ਬੋਲਿਆ। ਛੋਟੀ ਵੱਡੀ ਗੱਲ ਹੁੰਦੀ ਹੈ। ਇੱਕ ਵੀ, ਛੋਟੇ ਤੋਂ ਛੋਟਾ ਵੀ ਤੇ ਵੱਡੇ ਤੋਂ ਵੱਡਾ ਵੀ ਨਹੀਂ ਮਾਰਿਆ। ਤੇ ਹੁਣ ਆ ਪੰਡ ਆਪਣਾ ਪਿੰਡ ਦਾ ਨਾਂ ਲਿਆ, ਨਾ ਆਪਣਾ ਬੀਬ, ਆਪਣੇ ਵਾਲਦ ਸਾਹਿਬ ਦਾ ਨਾਂ ਦੱਸਿਆ, ਆਰਐਮਡੀ ਦੇ ਵਿੱਚ ਇਹਦਾ ਪੀਛਾ ਕੋ ਨਹੀਂ ਜਿਆ। ਮੈਂ ਆਖਣ ਡਿਆ ਵਾਂ ਕਿ ਮੇਰੇ ਅੱਬੇ ਨੇ 6 ਮੁੰਡੇ ਜੰਮੇ ਨੇ, ਤੇ ਉਹਨੇ ਆਖਿਆ ਸੀ ਕਿ ਮੇਰੇ ਅਗਰ 100 ਮੁੰਡਾ ਵੀ ਹੋਏ ਨਾ, ਮੈਂ ਸਾਰੇ ਦਾ ਸਾਰਾ ਜਿਹੜਾ ਹੈ ਨਾ ਜਮਾਤ ਦੇ ਉੱਤੋਂ ਦੀ ਵਕਫ ਕਰ ਦਿਆਂ। ਠੀਕ ਹੈ। ਉਹਨੇ ਆਖਿਆ ਕਿ ਮੈਂ ਆਪਣੇ ਮੁੰਡੇ, ਅਗਰ ਮੇਰਾ 100 ਮੁੰਡਾ ਹੁੰਦਾ ਤੇ ਮੈਂ 100 ਮੁੰਡਾ ਵੀ ਜਿਹੜਾ ਨਾ ਆਪਣੀ ਜਮਾਤ ਦੇ ਉੱਤੋਂ ਦੀ ਵਕਫ ਕਰ ਦਿੰਦਾ। ਠੀਕ ਹੈ। ਤੇ ਉਹਨੇ ਚਾਰੇ ਹੀ ਮੁੰਡੇ ਜਿਹੜੇ ਸਨ ਨਾ ਉਹਨੇ ਵਕਫ ਕਰ ਦਿੱਤੇ ਨੇ, 4 ਹੀ ਮਰਬੀ ਬਣਾ ਦਿੱਤੇ ਹਨ ਉਹਨੇ। ਠੀਕ ਹੈ। ਤੇ ਅਸੀਂ 2 ਹੈ ਸਾਂ, 2 ਰਹਿ ਗਏ ਸਾਂ। ਠੀਕ ਹੈ। ਤੇ ਅਸੀਂ ਜਨਾਬ ਵਾਲੀ ਆਪਣਾ ਬਾਹਰ ਦੇ ਮੁਲਕਾਂ ਦੇ ਵਿੱਚ ਆ ਗਏ ਹਾਂ। ਠੀਕ ਹੈ। ਤੇ ਹੁਣ ਜਿਹੜੇ ਅਹਿਮਦੀ ਨੇ ਜਾਂ ਕਿਸੇ ਬੰਦੇ ਨੇ ਜਾਂ ਉਹ ਜਮਾਤ ਦੇ ਵਕਫ ਹੋਏ ਨੇ, ਉਹਨਾਂ ਨੂੰ ਜਨਾਬ ਵਾਲੀ ਕੋਈ ਮਾਰ ਛੜੇ, ਕੋਈ ਕਤਲ ਕਰ ਛੜੇ, ਕੋਈ ਉਹਨਾਂ ਦੇ ਟੋਟੇ ਕਰ ਛੜੇ। ਸਾਨੂੰ ਇਸ ਗੱਲ ਨਾਲ ਕੀ ਪਰਵਾਹ ਹੈ? ਅੱਬੇ ਨੇ ਤੇ ਪਹਿਲਾਂ ਹੀ ਵਕਫ ਕਰ ਛੜੇ ਨੇ, ਉਹਨਾਂ ਨੂੰ ਤੇ ਪਹਿਲਾਂ ਹੀ ਦੇ ਛੜਿਆ ਅੱਲਾ ਦੀ ਰਾਹ ਦੇ ਉੱਤੇ। ਜਿਹੜੇ ਬੰਦੇ ਨੇ ਉਹਨਾਂ ਨੂੰ ਪਹਿਲਾਂ ਹੀ ਅੱਲਾ ਦੀ ਰਾਹ ਤੇ ਦੇ ਛੜਿਆ, ਤੇ ਉਹਦਾ ਕੀ ਕਰ ਲੈਣਗੇ? ਠੀਕ ਹੈ। ਸੋ ਇਹ ਵੇ ਕਿ ਅੱਲਾਹ ਤਾਲਾ ਦੀ ਜ਼ਾਤ ਜਿਹੜੀ ਹੈ ਨਾ, ਉਹ ਮੇਰੀ ਇੱਕ ਗੱਲ ਸੁਣ ਲਵੋ। ਹੁਣ ਤੱਕ ਨਹੀਂ ਨਾ ਮਾਰਿਆ ਸਾਨੂੰ, ਤੇ ਮਾਰਨਾ ਉਹਨੇ ਅੱਗੇ ਵੀ ਮੁਬਾਰਕ ਹੋਵੇ ਔਕਾਬ ਸਾਹਿਬ। ਹਾਂਜੀ, ਤੁਹਾਨੂੰ ਵੀ ਲਟਕਾ ਦਿੱਤਾ। ਕੋਈ ਮਸਲਾ ਹੀ ਨਹੀਂ ਹੈ। ਮੇਰਾ ਇੱਕ ਯਾਰ ਹੈ ਨੇਪਾਲ ਦੇ ਵਿੱਚ ਹੁੰਦਾ ਹੈ। ਠੀਕ ਹੈ। ਤੇ ਇੱਕ ਦਿਨ ਮੈਂ ਨਾ ਇਹਦੀ ਫੋਟੋ ਜਨਾਬ ਲਾਈ ਸੀ, ਤੇ ਇਹ ਕੁਦਰਤੀ 20 ਸਾਲਾਂ ਬਾਅਦ ਨਾ ਮੇਰੀ ਇਹਦੀ ਮੁਲਾਕਾਤ ਹੋਈ, ਤੇ ਮੈਨੂੰ ਫੋਟੋਆਂ ਘਲਾਈਆਂ। ਤੇ ਮੈਂ ਕਿਹਾ ਇਹ ਜੇ ਔਕਾਬ ਜਿਹਨੇ ਜੋ ਕਰਨਾ ਜੇ ਕਰ ਲਓ। ਤੇ ਭਾਈ ਮੈਂ ਤੇ ਆਪ ਲਾਈਵ ਆਉਣ ਵਾਲਾ ਵਾਂ, ਮੈਨੂੰ ਕੀ ਲਟਕਾਣਾ ਜੇ? ਹੈਂ, ਮੈਂ ਤਾਂ ਖੁਦ ਲਾਈਵ ਆਉਣ ਵਾਲਾ ਵਾਂ। ਹੈਂ, ਇਹ ਮੈਂ ਨਹੀਂ ਹੈ ਭਾਜੀ। ਹੋਰ ਦੱਸੋ, ਇਹ ਮੇਰਾ ਨਾਸਰ ਦੋਸਤ ਹੈ। ਹੋਰ ਦੱਸੋ, ਇਹ ਵੀ ਕਟਿਆਲੀਆਂ ਦਾ। ਮੇਰੇ
ਚਾਚੇ ਦਾ ਪੁੱਤਰ ਏ, ਹੋਰ ਦੱਸੋ। ਠੀਕ ਹੈ, ਲਟਕਾ ਤੇ ਉਹਨਾਂ ਨੇ ਛੱਡਿਆ, ਉਹਨਾਂ ਕੋ ਜੋ ਸੀਗਾ ਉਹਨਾਂ ਨੇ ਲਟਕਾ ਛੱਡਿਆ ਭਾਈਜਾਨ। ਇਹਨੂੰ ਨੇਪਾਲ ਮਾਰਨਾ ਜੇ ਮਾਰਨਾ ਜੇ ਜਾ ਕੇ 20 ਸਾਲਾਂ ਤੋਂ ਉੱਥੇ ਰਹਿ ਰਿਹਾ ਜੇ। ਗੱਲ ਇਹ ਸੀਗੀ ਕਿ गैर अहमदियों के हाथों अहमदियों की इज्जत महफूज नहीं, लेकिन एक गल पुठी हो गई है कि अहमदियों के हाथों अहमदियों की इज्जत महफूज नहीं। ਇਹ ਨਾ ਟੈਨਸ਼ਨ ਲਵੋ, ਇਹ ਮੈਂ मेरे ख्याल वक्त जिहड़ा है वो बड़ी तेजी ਨਾਲ ਬਦਲ ਰਿਹਾ ਹੈ। स्लोगन चेंज कर लो टाइम नाल। ਜ਼ਮੀਨਾਂ ਦੇ ਸਮਾਨ ਜਿਹੜੇ ਨੇ ਬਦਲਣ ਲੱਗੇ ਨੇ। ਹਜ਼ਰਤ ਮਸੀਹ ਮੌਦ अलैहिस्सलाम ਨੇ ਆਖਿਆ ਨਵੀਂ ਜ਼ਮੀਨ ਤੇ ਨਵਾਂ ਸਮਾਨ ਬਣ ਜਾਏਗਾ। ਠੀਕ ਹੈ, ਤੇ ਇਹ ਜਿਹੜੀਆਂ ਕੰਨ ਟੁੱਟੇ ਨੇ ਨਾ, ਇਹਨਾਂ ਕੰਨ ਟੁੱਟਿਆਂ ਦੇ ਮੈਂ ਕੰਨ ਨਾ ਤੋੜ ਛੜੇ ਤੇ ਮੇਰਾ ਨਾਂ ਗੁਆਬ ਨਹੀਂ ਆ ਕੋਈ ਵੀ, ਇਹਨਾਂ ਨੂੰ ਭੁੱਲ ਲੱਗੀ ਹੋਈ ਹੈ। स्लोगन ਹੁਣ चेंज कर लो ਤੇ स्लोगन ला दियो, गाली सब के लिए, मोहब्बत किसी के लिए नहीं। ਮਲਕ ਸਾਹਿਬ ਮੌਜੂਦ ਹੋ? ਯਾਰ ਮਲਕ ਸਾਹਿਬ ਨੂੰ ਥੋੜਾ ਰੈਸਟ ਕਰਨ ਦਿਓ, ਕੀ ਹੋ ਗਿਆ? ਨਹੀਂ, ਅਸਲ 'ਚ ਨਾ ਮਲਕ ਸਾਹਿਬ ਅੱਛੇ ਦਿਲ ਦੇ ਬੰਦੇ ਨੇ ਨਾ, ਇਹ ਆਪਣੇ ਨਾਲ ਹੋਈ ਜ਼ਿਆਦਤੀ ਭੁੱਲ ਜਾਂਦੇ ਨੇ। ਇਸ ਵਾਕੇ ਕੱਲ ਦੇ ਤੇ ਪਰਸੋਂ ਜ਼ਿਆਦਤੀ ਕੋਈ ਦੇਖੋ ਅਬਦੁੱਲਾ ਸਾਹਿਬ, ਜ਼ਿਆਦਤੀ ਘਰੋਂ ਹੋਵੇ, ਜ਼ਿਆਦਤੀ ਬਾਹਰੋਂ ਹੋਵੇ, ਬੰਦਾ ਭੁੱਲਦਾ ਨਹੀਂ ਹੈ, ਬੰਦਾ ਉਹਨੂੰ ਦਰਗੁਜ਼ਰ ਕਰ ਦਿੰਦਾ ਹੈ ਕਿ ਚਲੋ ਕੋਈ ਗੱਲ ਨਹੀਂ, ਹੋ ਗਈ ਹੈ। ਜ਼ਿਆਦਤੀ ਤੇ ਕਤਲ ਦੀ ਵੀ ਹੋ ਜਾਂਦੀ ਹੈ, ਜ਼ਿਆਦਤੀ ਤੇ ਰੇਪ ਦੀ ਵੀ ਹੋ ਜਾਂਦੀ ਹੈ। ਉਹ ਸਾਡੇ ਕੋਲ ਉਹ ਵੀਡੀਓ ਮੌਜੂਦ ਹੈ, ਜੇ ਚਾਹੀਦੀ ਹੋਈ ਤੇ ਅਸੀਂ ਚਲਾ ਦਾਂਗੇ। ਮੇਰੀ ਬੀਵੀ ਦੀਆਂ ਫੋਟੋਆਂ ਲਾਉਣ ਲੱਗੇ ਅਬਦੁੱਲਾ ਇੱਕ ਮਿੰਟ ਦੇ ਥੱਲੇ ਗਏ ਮੈਨੂੰ ਦੂਰੋਂ ਸ਼ੱਕ ਪਿਆ, ਮੈਂ ਮੇਰੀ ਬੇਗਮ ਦੀ ਫੋਟੋ ਹੈ, ਇਹ ਕਿੰਨੇ ਦਿੱਤੀਆਂ ਤੁਹਾਨੂੰ ਫੋਟੋਆਂ? ਰੁਕੋ ਜਰਾ, ਸਬਰ ਕਰੋ। ਓਏ ਮੇਰੀ ਜਨਾਨੀ ਦੀ ਫੋਟੋ ਲਾ ਕੇ ਲੈ ਲਿਆ ਹੁਣ ਇਹਨੇ, ਮੇਰੀ ਬੀਵੀ ਦੀ ਫੋਟੋ ਲਾ ਲੈਂਦੀ ਹੈ, ਆਪਣੇ ਮੇਰੇ ਭਾਜੀ ਦੀ ਫੋਟੋ ਲਾ ਲੈ। ਜੀ ਰਾਣਾ ਸਾਹਿਬ, ਹਾਂਜੀ ਭਗਵਾਨ ਹੈ ਵੱਡਾ ਕੰਨਾ ਦਾ ਬੜਾ ਮਸਲਾ, ਬੜਾ ਮਸਲਾ। ਬੋਲੋ ਰਾਣਾ ਜੀ, ਬੋਲੋ। ਤੇਰੀ ਬੁੱਢੀ ਦੀ ਫੋਟੋ ਕਾਬ ਕਹਿੰਦਾ ਮੈਂ ਵੱਡੇ ਤੋਂ ਵੱਡਾ ਝੂਠ ਬੋਲਿਆ। ਕਿੱਥੋਂ ਇਹ ਕੋ ਤਿੰਨ ਫਲਾਸਫਾ ਇੰਗਲਿਸ਼ ਦੇ ਨਾਮ ਤੇ ਪੁੱਛੀ ਤਰ੍ਹਾਂ ਜਿਹੜੇ ਨੇ ਪੜੇ ਨੇ, ਬਾਅਦ ਵਿੱਚ ਬੁੱਢੀ ਕਿਵੇਂ ਮੰਨ ਗਏ? ਇੱਕ ਮਿੰਟ ਅਮਰ ਭਾਈ ਮਿਊਟ ਲਾਇਓ, ਬੜੀ ਕੋਈ ਇੰਪੋਰਟੈਂਟ ਗੱਲ ਸੁਣਨ ਲੱਗੇ। ਹਾਂਜੀ ਦੱਸੋ। ਮੈਂ ਕਿਹਾ ਮੇਰੇ ਕਹਿੰਦਾ ਨਾ ਛੋਟਾ ਝੂਠ ਬੋਲਿਆ ਨਾ ਵੱਡਾ, ਇਹਦੇ ਕੋ ਤਿੰਨ ਫਲਾਸਫਾ ਇੰਗਲਿਸ਼ ਦੇ ਨਾਮ ਤੇ ਪੁੱਛੀ ਦੱਸੇ ਸੀ। ਕਹਿੰਦਾ ਮੈਂ ਤੁਮਨੇ ਪੜ੍ਹ ਲਿਆ, ਇਬਨ ਅਰਬੀ ਨਹੀਂ ਪੜਿਆ। ਇਹ ਤਾਂ ਨਿਕਲ ਜਾ ਝੂਠ, ਮੈਂ ਦੱਸ ਦਿੰਦਾ ਤੁਹਾਨੂੰ ਹੁਣੇ ਇੱਥੇ ਬੈਠਾ। ਇਹਨੂੰ ਪੁੱਛੋ ਤੇਰਾ ਕੀ ਨਾਮ ਸੀ ਉਹਨਾਂ ਫਲਾਸਫਰਾਂ ਦੇ ਜਿਹੜੇ ਯਾਰ ਉਹਨਾਂ ਨੇ ਇਹ ਤੇ ਆਖਿਆ ਕਿ ਮੈਨੂੰ ਮੌਤ ਦੀ ਧਮਕੀ ਲਾਈ। ਇਹਨੇ ਕਿਹਾ ਕਿ ਮੇਰੇ ਭਰਾ ਬੜੇ ਕਾਤਲੀ ਹੁੰਦੇ ਨੇ ਪਾਕਿਸਤਾਨ ਦੇ ਵਿੱਚ ਜਨਾਬ ਜੀ। ਤੇ ਕਾਬ ਮੈਨੂੰ ਭਾਈ, ਮੈਂ ਕਟਿਆਲੀਆਂ ਪਿੰਡ ਦਾ ਰਹਿਣ ਵਾਲਾ ਹਾਂ, ਭੀਬਲਾ ਕਾਲੋਂ ਮੇਰੇ ਪਿਓ ਦਾ ਨਾਂ ਹੀ ਪੁੱਠਾ ਨਾਂ, ਉਹਨੂੰ ਬੀਬੋ ਬਘਿਆੜਾਂ ਦੇ ਹੁੰਦੇ ਹਣੀ। ਠੀਕ ਹੈ, ਚੌਰੀ ਕਈ ਹਣੀ ਜੰਮੇ ਉੱਥੇ 9 ਨਾਵੇਂ ਕਟਿਆਲੀਆਂ ਦੇ ਵਿੱਚ, ਬਘਿਆੜ ਇੱਕ ਹੀ ਪੈਦਾ ਹੋਇਆ ਸੀ, ਉਹਦਾ ਨਾਂ ਸੀ ਬੀਬੋ ਬਘਿਆੜ। ਸਾਰੀ ਦੁਨੀਆ ਨਾਲੋਂ ਘੋਲ ਬਹੁਤਾ ਘੁਲਦਾ ਹੈ, ਸਾਰੀ ਦੁਨੀਆ ਨਾਲੋਂ ਲੱਕੜ ਬਹੁਤੀ ਚੁੱਕਦਾ ਹੈ। ਠੀਕ ਹੈ, 6 ਮੁੰਡੇ ਉਹਨੇ ਜੰਮੇ ਨਹੀਂ, 6 ਦੇ ਵਿੱਚੋਂ ਉਹਨੇ 2 ਹਾਫਜ਼ੇ ਕੁਰਾਨ ਬਣਾਏ ਨਹੀਂ, 4 ਉਹਨੇ ਮਰਬੀ ਬਣਾਏ ਨਹੀਂ। ਖੈਰ ਜਿੱਥੇ ਮਾਰਿਆ ਜਾਂਦਾ ਹੀ ਮਾਰ ਲੈ। ਠੀਕ ਹੈ, ਖੁੱਲੀਆਂ ਵਾਗਾਂ ਨੇ ਜੋ ਖਤਮ ਕੀਤੀ ਜਾਂਦੀ ਹੈ, ਤੈਨੂੰ ਕਾਲਵਾਂ ਦੀ ਨਸਲ ਤੇ ਕਰ ਲੈ। ਬਾਹਰ ਨਿਕਲ ਕੇ ਆ ਗੱਲ ਸੁਣੋ ਮੇਰੀ, ਉਹ ਗੱਲ ਸੁਣੋ ਮੇਰੀ, ਗੱਲ ਸੁਣ। ਬੜਕਾ ਨਾ ਮਾਰ, ਤੈਨੂੰ ਖੁੱਲੀਆਂ ਤੇਰੀਆਂ ਕੰਨਾਂ ਦੇ ਨਹੀਂ, ਉਹ ਤੈਨੂੰ ਕੋਲੋਂ ਨਾ ਕੇ ਚੰਨਾ ਮਾਰ ਜਾਣਾ। ਮੈਨੂੰ 10 ਫੋਨ ਆ ਚੁੱਕੇ, ਮੈਂ ਆਖਣਿਆ ਤੇਰੀਆਂ ਕੰਨਾਂ ਦੇ ਨਹੀਂ, ਤੇਰੀਆਂ ਕੰਨਾਂ ਦੇ ਨਹੀਂ। ਉਹ ਤੈਨੂੰ ਕੋਲੋਂ ਨਾ ਕੇ ਚੰਨਾ ਮਾਰ ਜਾਣਾ, ਕੰਨਾਂ ਦੇ। ਮੈਨੂੰ ਡਕਿਆ ਹੀ, ਉਹ ਗੱਲ ਯਾਦ ਰੱਖ। ਛੱਡ ਦੇ ਉਹਨਾਂ ਨੂੰ, ਤੂੰ ਛੱਡ ਦੇ ਬਦਮਾਸ਼। ਕਟਿਆਲੀਆਂ ਨੇ ਕਹਿੰਦਾ ਮੈਂ ਵੀ ਕਟਿਆਲੀਆਂ ਰਹਿ ਕੇ ਆਇਆ। ਆਖਿਆ ਸਾਰੇ ਬਦਮਾਸ਼ ਉਹ ਲੋਕ ਜਿਨ੍ਹਾਂ ਨੇ ਇਜਾਜ਼ ਬਸਰਾ ਨੂੰ ਕਤਲ ਕਰਵਾਇਆ ਮੁਖਬਰੀਆਂ ਕਰਕੇ, ਤੂੰ ਮੈਨੂੰ ਤਾਂ ਚੰਨਾ ਪੱਕਾ ਨਹੀਂ। ਹਾਂ, ਇਜਾਜ਼ ਬਸਰਾ ਗੱਲ ਸੁਣ ਲੈ ਮੇਰੀ, ਤੂੰ ਬੱਚਾ ਹੈ, ਤੂੰ ਬੱਚਾ ਤੇ ਬੱਚਾ ਰਹਿ। ਤੂੰ ਬੱਚਾ ਨਹੀਂ, ਬੱਚਾ ਮੇਰਾ ਬੱਚਾ, ਤੂੰ ਮੇਰਾ ਬੱਚਾ। ਹਾਂ ਇਹ ਸਮਝ, ਇਜਾਜ਼ ਬਸਰਾ ਮਰਵਾਉਣ ਵਾਲੇ ਤੇਰਾ ਪਿਓ ਹੀ ਕਾਲਾ ਹੁੰਨੇ ਆ, ਅਸੀਂ ਕਾਲਾ ਹੁੰਨੇ ਆ, ਕਾਲਾ ਹੁੰਨੇ ਆ। ਉਹ ਬਸਰਾ ਤੁਹਾਡੇ ਕੋਲ ਸਮਝ ਲਿਆ ਜਾਂਦਾ, ਤੁਹਾਡੇ ਜਿਹੜੇ ਮੁਖਬਰੀਆਂ ਨਹੀਂ ਕਰਦੇ ਕੋਈ ਵੀ। ਤੂੰ ਆਪਣੀਆਂ ਕੰਨਾਂ ਆਪਣੀਆਂ ਕਰਾਈਆਂ। ਇਜਾਜ਼ ਬਸਰਾ ਨੂੰ ਤੁਸੀਂ ਮਰਵਾਉਣ ਵਾਲੇ ਹੋ। ਹੁੰਨੇ ਆ ਅਸੀਂ, ਮੁਖਬਰੀਆਂ ਨਹੀਂ ਕਰਦੇ ਕੋਈ ਵੀ। ਹਾਂ ਅਸੀਂ ਮੁਖਬਰੀਆਂ ਨਹੀਂ ਕਰਦੇ, ਅਸੀਂ ਨੇ ਇਜਾਜ਼ ਬਸਰਾ ਤੁਸੀਂ ਮਰਵਾਇਆ। ਟਊਟ ਨਹੀਂ ਕੋਈ ਵੀ, ਥਾਣਿਆਂ ਦੇ ਟਊਟ ਨਹੀਂ ਹੈ। ਆ ਕੀ ਕਰਨ ਡਿਆ ਇੱਥੇ ਬੈਠਾ? ਇੱਥੇ ਕੀ ਬੈਠਾ ਕਰਨ ਡਿਆ? 6 ਇੱਥੇ ਕੀ ਕਰਨਾ ਬੈਠਾ? ਕੌਡੀ ਕਰਨ ਡਿਆ? ਇੱਥੇ ਕਰਨ ਡਿਆ? ਜਮਾਤ ਅਹਿਮਦੀਆ ਦਾ ਪਹਿਲਵਾਨ ਬਣਿਆ ਫਿਰਨਾ, ਸਮਝ ਲੱਗੀ? ਮੈਂ ਤਾਂ ਨਹੀਂ ਬਣਿਆ ਯਾਰ, ਤੂੰ ਬਣਨ ਦੀ ਕੋਸ਼ਿਸ਼ ਕਰਨ ਡਿਆ। ਤੂੰ ਜਮਾਤ ਅਹਿਮਦੀਆ ਦਾ ਪਹਿਲਵਾਨ ਬਣਿਆ। ਕਿੰਨੇ ਮੁੰਡੇ ਨੇ ਤੇਰੇ ਮਰਬੀ, ਕਿੰਨੇ ਤੇਰੇ ਪਿਓ ਨੇ ਮਰਬੀ ਬਣਾਏ ਨੇ? ਤੇਰੇ ਪਿਓ ਨੇ ਬਣਾਇਆ, ਤੂੰ ਬਣਾਏ ਨੇ? ਤੂੰ ਬਣਾਏ ਨੇ?
ਤੇ ਫੇਰ ਆਪਣੀ ਗੱਲ ਕਰ ਪਤਾ ਲੱਗਾ ਹੀ ਮੁਨਾਫਕਾ ਜਿਹਾ ਪਤਾ ਲੱਗਾ ਹੀ ਮੇਰੇ ਪਿਓ ਤੇ ਤੇਰੇ ਪਿਓ 'ਚ ਕੀ ਫਰਕ ਹੈ ਉਹ ਤੇਰੇ ਤੋਂ ਵੱਡਾ ਮੁਨਾਫਕਾ ਹੈ ਕੋਈ ਤੇ ਤੇਰੇ ਪਿਓ 'ਚ ਕੀ ਫਰਕ ਹੈ ਪਤਾ ਲੱਗਾ ਹੀ ਮੇਰੇ ਪਿਓ 'ਚ ਤੇ ਤੇਰੇ ਪਿਓ 'ਚ ਜ਼ਮੀਨ ਸਮਾਨ ਦਾ ਫਰਕ ਹੈ ਸਮਝ ਲੱਗੀ ਆ ਆਹੋ ਮੇਰੇ ਪਿਓ ਨੇ ਮੁਖਬਰੀ ਨਾ ਕੀਤੀ ਤੇਰੇ ਪਿਓ ਨੇ ਮੁਖਬਰੀ ਕੀਤੀ ਜਾਤ ਬਦਲਾ ਦੀ ਠੇਕੇਦਾਰ ਹੈ ਜਮਾਤ ਦਾ ਮੈਂ ਤਾਂ ਕੋਈ ਨਹੀਂ ਆਮਦੀ ਮੈਂ ਤਾਂ ਕੋਈ ਨਹੀਂ ਆਮਦੀ ਸਭ ਦੇ ਸਾਹਮਣੇ ਕਹਿਣਾ ਠੇਕੇਦਾਰੀ ਕੱਢਣਾ ਵਾ ਸਾਰਿਆਂ ਦੀ ਤੈਨੂੰ ਚੰਨਾ ਮਰਵਾਵਾਂ ਮੇਰੇ ਕੋਲਨ ਦੇ ਵਿੱਚ ਤੈਨੂੰ ਕੋਲਨ ਚ ਚੰਨਾ ਮਰਵਾਦਾ ਬਦਮਾਸ਼ੀ ਨਹੀਂ ਚੱਲਦੀ ਕੋਈ ਵੀ ਤੂੰ ਉਧਰ ਝੂਠ ਦੱਸਣ ਡਿਆ ਮੈਂ ਤਾਂ ਝੂਠ ਦੱਸਣ ਆਇਆ ਉੱਤੇ ਰਾਣਾ ਸਾਹਿਬ ਤੈਨੂੰ ਦੱਸਣ ਡਿਆ ਤੇ ਬਦਮਾਸ਼ੀ ਦਾ ਨਾਮ ਦੱਸ ਦੇ ਤੈਨੂੰ ਦੱਸਣ ਡਿਆ ਤੇ ਬਦਮਾਸ਼ੀ ਨਹੀਂ ਚੱਲਣੀ ਸਮਝ ਲੱਗੀ ਆ ਜੇ ਮੈਂ ਡੱਕਿਆ ਨਾ ਮੈਨੂੰ ਮਤਲਬ ਦੱਸ ਹੁਣ ਆਪਣਾ ਪਿੰਡ ਦੱਸ ਮੈਂ ਦੱਸਿਆ ਨਾ ਦੱਸ ਆਪਣਾ ਪਿੰਡ ਦੱਸ ਆਪਣਾ ਅੱਗਾ ਪਿੱਛਾ ਚੱਗ ਦੱਸਣ ਲੱਗਾ ਹੁਣ ਹੋਲਡ ਕਰ ਕੀ ਹੋਇਆ ਚੜਿਆ ਜਾ ਚੁੱਪ ਕਰ ਚੱਕ ਨੰਬਰ 84 ਜੀਂਬੇ ਸਰਸ਼ਮੀ ਰੋਡ ਫੈਸਲਾਬਾਦ ਜਾ ਕੇ ਕਿਹਨੂੰ ਪੁੱਛ ਲਈ ਰੰਗਲੀ ਬਾਬੇ ਦਾ ਮਜ਼ਾਕ ਮੇਰੀ ਜ਼ਮੀਨ ਕੋਈ ਵੀ ਆਪਣੇ ਦੇ ਸਾਰੇ ਹੀ ਰੰਗਲੀ ਬਾਬੇ ਰਾਣਾ ਸਾਦਕ ਦਾ ਨਾਮ ਪੁੱਛ ਲਈ ਉੱਥੇ ਮੈਂ ਤੁਹਾਨੂੰ ਪਿੰਡ ਨਹੀਂ ਦਿੰਦਾ ਘਰ ਦੇ ਕਿੰਨੇ ਜੀ ਰਹਿੰਦੇ ਨੇ ਉੱਥੇ ਕਿੰਨੇ ਸਾਰਾ ਖਾਨਦਾਨ ਹੀ ਉੱਥੇ ਆ ਕਿੰਨੇ ਜੀ ਰਹਿੰਦੇ ਨੇ ਉੱਥੇ ਹੌਸਲਾ ਮੇਰਾ ਸਾਰਾ ਖਾਨਦਾਨ ਹੀ ਉੱਥੇ ਆ ਮੇਰਾ ਸਾਰਾ ਖਾਨਦਾਨ ਹੀ ਉੱਥੇ ਆ ਆਏ ਧਿਆਨ ਰੱਖੀ ਜਿੱਦਣ ਕਟਿਆਲੀਆਂ ਨੂੰ ਮੂੰਹ ਕੀਤਾ ਨਾ ਉਦਣ ਉਸ ਚੱਕ ਦਾ ਨਾਮ ਹਟਾ ਦਿਆਂਗਾ ਕੋਲਨ ਜੀ ਚੰਨਾ ਮਰਵਾਦਾ ਫਿਰ ਖੁਸ਼ ਰਹੇਗਾ ਉਹ ਕੋਲਨ ਜੀ ਚੰਨਾ ਮਰਵਾਦਾ ਕੋਲਨ ਉਹ ਮੈਂ ਗੰਡਿਆ ਵਾ ਕਿ ਮੇਰੀ ਹਵਾ ਵਾਲੀ ਨਹੀਂ ਤੂੰ ਕੋਲਨ ਜੀ ਚੰਨਾ ਮਰਵਾਦਾ ਇਹਨਾਂ ਲੋਕਾਂ ਸਾਹਮਣੇ 100 ਬੰਦੇ ਸੁਣਨ ਡਿਆ ਹੁਣ ਦਾਵਾ ਕਰ ਲਿਆ ਹੀ ਨਾ ਦਾਵਾ ਕਰ ਲਿਆ ਇਹ ਕੰਮ ਕਰਕੇ ਵਿਖਾ ਅੱਗੇ ਕੰਮ ਕਰਕੇ ਵਿਖਾ ਚੱਲ ਫਿਰ ਰੋਲਾ ਨਹੀਂ ਪਾਣਾ ਕੰਮ ਕਰਕੇ ਵਿਖਾ ਹੁਣ ਉਧਰੋਂ ਮੈਨੂੰ ਤੇਰੇ ਨਾਲ ਦੇ ਟਕਿਆ ਆ ਇਹ ਇੰਜ ਕੰਮ ਕਰਨਾ ਹੀ ਕਿ ਉਧਰੋਂ 6 ਮੁੰਡੇ ਨਹੀਂ ਬੀਬੜਾ ਕਾਲੋਂ ਦੇ ਉਹਨਾਂ ਨੂੰ ਵੀ ਮਰਵਾਣਾ ਹੀ ਉਹਦੀਆਂ ਨਸਲਾਂ ਵੀ ਚੱਲਦੀਆਂ ਉਹਨਾਂ ਨੂੰ ਵੀ ਮਰਵਾਣਾ ਹੀ ਮਰਵਾ ਲੇਗਾ ਉਹ ਮਰਵਾ ਲੇਗਾ ਬੀਬੜਾ ਕਾਲੋਂ ਦੀ ਨਸਲ ਮੁਕਾ ਲੇਗਾ ਬੀਬੜਾ ਕਾਲੋਂ ਦਾ ਗੰਦਾ ਅੰਡਾ ਤੂੰ ਹੀ ਹੈਗਾ ਤੇਰੇ ਚੰਨਾ ਮੁਕਾ ਲੇਗਾ ਬੀਬੜਾ ਕਾਲੋਂ ਦੀ ਨਸਲ ਨਹੀਂ ਤੈਨੂੰ ਅਚੜਾ ਜਾ ਕਾਮ ਜਿਹੜਾ ਕਰੀ ਨਾ ਕਾ ਬੜੀ ਵੇਟਾ ਬੱਚਾ ਨਹੀਂ ਕੀ ਤੁਹਾਡੀ ਕੀ ਜ਼ਾਤੀ ਰਾਣਾ ਸਾਹਿਬ ਕੀ ਤੁਹਾਡੀ ਜ਼ਾਤੀ ਰੰਜਿਸ਼ ਮੈਂ ਦੱਸ ਦਣਾ ਇਹਨੂੰ ਕਹਿ ਚੁੱਪ ਕਰਾ ਮੈਂ ਦੱਸਦਾ ਕੀ ਹੋਇਆ ਤੈਨੂੰ ਮੈਂ ਦੱਸਣਾ ਵਾ ਤੂੰ ਬਦਮਾਸ਼ ਬਣਿਆ ਉਹ ਮਿਊਟ ਤੇ ਕਰ ਇਹ ਨਾ ਕਰਨ ਦੇ ਯਾਰ ਗੱਲ ਕਰ ਬੰਦੇ ਖਾਨਾ ਤੂੰ ਮਿਊਟ ਕਰ ਬੰਦੇ ਖਾਨਾ ਮੈਂ ਤੇ 2-3 ਵਾਰੀ ਮੈਂ ਤੇ ਯਕੀਨ ਕਰੋ 2-3 ਵਾਰੀ ਰਾਣਾ ਸਾਹਿਬ ਨੇ ਆਖਿਆ 2-3 ਵਾਰੀ ਚੰਡਾ ਦਾ ਤੇ ਮੈਂ ਤੇ ਆਪ ਡਰਿਆ ਪਿਆਗਾ ਨਾ ਡਰਨਾ ਕੀ ਹੈ ਉਹ ਡਰਨਾ ਕੀ ਹੁੰਦਾ ਹੁਣ ਦੇ ਨਾ ਬੜੀ ਇਹ ਗੱਲ ਸੁਣੋ ਮੇਰੇ ਚੁੱਪ ਕਰ ਗਿਆ ਇਹ ਤੇ ਕਿੰਨੀ ਹੁਣ ਇਹਨਾਂ ਨੇ ਖੱਪ ਪਾਈ ਸੀ ਉਹਦੇ ਬਰਿਆਮ ਦੀ ਬਰਾੜ ਤੇ ਨਾ ਮੈਂ ਉੱਤੇ ਜਿਹੜੇ ਮੈਂ ਕਿਹਾ ਤੁਸੀਂ ਕੀ ਲੱਗੇ ਹੋ ਕਿਉਂ ਲੜਨ ਦੇ ਹੋ ਆਪਸ ਚ ਨਾ ਉਹ ਗੱਲ ਮੁੱਕ ਗਈ ਏ ਹੁਣ ਉੱਥੇ ਹੀ ਰਹਿ ਹੁਣ ਤੂੰ ਬੀਬੜਾ ਕਾਲੋਂ ਦੀ ਨਸਲ ਮਕਾਣੀ ਏ ਠੀਕ ਹੈ ਚੁੱਪ ਕਰਕੇ ਬਹਿ ਆਰਾਮ ਨਾਲ ਠੀਕ ਹੈ ਇਹ ਅਗਲਾ ਕੰਮ ਤੂੰ ਮੁਬਸ਼ਰ ਅਹਿਮਦ ਕਾਲੋਂ ਸਾਹਿਬ ਨੂੰ ਜਾਣਨਾ ਮੁਬਸ਼ਰ ਅਹਿਮਦ ਕਾਲੋਂ ਮੁਫਤੀ ਨੂੰ ਜਾਣਨਾ ਉਹਦੇ ਵੱਲ ਸਾਡਾ ਇੱਕ ਭਰਾ ਵਿਆਹਿਆ ਹੀ ਉਹਨੂੰ ਵੀ ਮਰਵਾਣਾ ਹੀ ਸਮਝ ਲੱਗੀ ਆ ਚੁੱਪ ਕਰਕੇ ਬਹਿ ਕਾਲੋਂ ਸਾਹਿਬ ਸ਼ਰੀਫਾਂ ਦੇ ਨਾਮ ਨਾਲ ਲੈ ਆਪਣੀ ਜ਼ਬਾਨ ਤੋਂ ਲਾਂ ਕੀ ਆ ਕਿਹਨੂੰ ਮਰਵਾਏਗਾ ਲਾਨਤ ਤੇਰੀ ਇਹੋ ਜਿਹੀ ਧਮਕੀ ਦੇ ਉੱਤੇ ਸਮਝ ਲੱਗੀ ਆ ਜਿਹੜੀ ਅਹਿਮਦੀ ਦਾ ਲਿਬਾਸ ਤੂੰ ਪਾਇਆ ਸਮਝ ਲੱਗੀ ਆ ਅਹਿਮਦੀ ਬਣਿਆ ਫਿਰਨਾ ਰਾਣਾ ਬਣਿਆ ਫਿਰਨਾ ਦੱਸ ਕਿਹਨੂੰ ਮਾਰੇਗਾ ਇਹ ਪਾਗਲ ਹੈ ਉਹਨੂੰ ਵੀ ਮਾਰੇਗਾ ਪਾਗਲ ਹੈ ਯਾਰ ਸਾਰੇ ਮਰਬੀ ਮਾਰ ਦੇਗਾ ਹਾਲ ਹੈ ਓਏ ਪਾਗਲ ਹੈ ਹੁਣ ਪਤਾ ਲੱਗ ਗਿਆ ਇਹ ਤੇਰਾ ਪਿਓ ਵੇ ਪਿਓ ਅੱਬੂ ਤੇਰਾ ਇਹਨੂੰ ਔਕਾਬ ਆਂਦੇ ਨੇ ਸਿਰਫ ਸਕੂਲੇ ਨਹੀਂ ਗਿਆ ਕੋਈ ਵੀ ਬਾਕੀ ਇਹਨੇ ਸਾਰੇ ਕੰਮ ਕੀਤੇ ਨੇ ਠੀਕ ਹੈ ਇਹ ਤੈਨੂੰ ਦੱਸਣ ਡਿਆ ਨਾ ਸਕੂਲੇ ਨਹੀਂ ਗਿਆ ਬਾਕੀ ਸਾਰੇ ਕੰਮ ਕੀਤੇ ਨੇ ਦੁਨੀਆਦਾਰੀ ਬੜੀ ਸਿੱਖੀ ਏ ਤੁਹਾਡੇ ਵਰਗੇ ਜਿਹੜੇ ਟੌਟ ਨੇ ਨਾ ਧਮਕੀਆਂ ਦੇ ਆਪਣੇ ਸ਼ਰੀਫ ਪਿਓ ਦਾ ਨਾਮ ਬਦਨਾਮ ਨਾ ਕਰ ਤੇ ਜਹਾਲਤ ਫਰਾ ਕੇ ਉਹਦੇ ਨਾਮ ਤੇ 90 ਸਾਲ ਉਹਦੀ ਉਮਰ 90 ਸਾਲ ਉਹਦੀ ਉਮਰ ਹੋ ਗਈ ਨਾ ਪਾ ਆਪਣੇ ਪਿਓ ਦਾ ਨਾਮ ਨਾ ਬਦਨਾਮ ਕਰ ਤੇ ਤੂੰ ਨਵਾਂ ਪੈਦਾ ਹੋਇਆ 90 ਸਾਲ ਉਮਰ ਹੋ ਗਈ ਆ ਸਾਰੇ ਦੁਸ਼ਮਣ ਉਹਦੇ ਮਰ ਗਏ ਨਹੀਂ ਉਹਦੀਆਂ ਅੱਖਾਂ ਦੇ ਸਾਹਮਣੇ
ਸਾਰੇ ਪਿੰਡ 'ਚੋਂ ਵੱਡਾ ਵੀ ਇਸ ਟਾਈਮ ਉਹ ਹੀ ਨਾ ਨਾ ਤੇਰੇ ਵਰਗੀ ਔਲਾਦ ਸਮਝ ਨਾ ਲੱਗੀ ਪਿਓ ਆ? ਦੁਸ਼ਮਣ ਦੀ ਲੋੜ ਨਹੀਂ ਪੈਂਦੀ, ਤੂੰ ਹੀ ਬੜਾ ਤੇ ਸਾਰੇ ਮਰ ਗਏ ਨਹੀਂ ਉਹਦੀਆਂ ਅੱਖਾਂ ਦੇ ਸਾਹਮਣੇ। ਤੇਰੀ ਹੁਣ ਔਲਾਦ ਤੂੰ ਹੋਵੇ ਨਾ, ਨਵਾਂ ਦੁਸ਼ਮਣ ਪੈਦਾ ਹੋਇਆ ਤੇ ਤੂੰ ਵੇਖ ਲੈ ਕਿ ਤੇਰਾ ਵੀ ਔਲਾਦ ਵੇਖ ਲਈਏ ਕਿ ਤੂੰ ਕੀ ਕਰ ਬਾਹਰੋਂ ਲੈਣਾ। ਕਿਸੇ ਦੁਸ਼ਮਣ ਦੀ ਲੋੜ ਨਹੀਂ ਹੈ, ਪਿਓ ਮੈਂ ਕਹਿੰਦਾ ਕਿ ਤੇਰਾ ਵੀ ਵੇਖ ਲਈਏ ਕਿ ਤੂੰ ਕੀ ਕਰ ਲੈਣਾ। ਸਾਰੇ ਦੁਸ਼ਮਣ ਮਰ ਗਏ ਨੇ, ਹੁਣ ਤੇਰਾ ਵੇਖ ਲਈਏ ਤੂੰ ਕੀ ਕਰ ਲੈਣਾ। ਸਮਝ ਲੱਗੀ ਆ? ਉਹ ਤੂੰ ਹੁਣ ਟੈਨਸ਼ਨ ਨਾ ਲੈ, ਤੇਰਾ ਗੱਲਾਂ ਨਾ ਮੈਂ ਬੰਦੋਬਸਤ ਤੂੰ ਨਾ ਟੈਨਸ਼ਨ ਲੈ। ਤੇਰਾ ਕਰ ਲੈਣਾ ਮੈਂ ਬੰਦੋਬਸਤ। ਚੱਲ ਚਾਹ ਪੀ ਜਾ ਕੇ। ਤੂੰ ਜਿਹੜੀ ਸਸਤੀ ਸ਼ਰਾਬ ਪੀਂਦਾ ਪੀ ਜਾ, ਚੁੱਪ ਕਰ। ਹਾਂ ਕੋਈ ਟਾਈਮ ਦੱਸੋ ਨਾ ਯਾਰ, ਕੁਝ ਪੈਣਾ ਸਾਨੂੰ ਵੀ। ਸ਼ਰਾਬ ਪੀਣ ਵਾਲੇ ਬੰਦੇ ਦੇ ਉੱਤੇ ਬਗੈਰਤਾ ਉਹ ਕੁੱਤਿਆ, ਜੇ ਮੈਂ ਸ਼ਰਾਬ ਪੀਆਂ ਤੇ ਮੈਨੂੰ ਅੱਲਾਹ ਤਾਲਾ ਐਸੇ ਨਾਰਮਲ ਬੰਦਾ ਮਾਰ ਦੇਵੇ। ਮੇਰੇ ਤੇ ਨਾਮ ਮੁਫੱਦੀਆਂ ਲਾਂਤਾ ਪੇ ਲਾਂਤੀਆ ਦਾਦੇ ਤੇਰੇ ਤੇ ਪੈ ਗਈ ਲਾਂਤੀਆ। ਉਹ ਦਾਦੇ ਦੇ ਲਾਨਤ ਹੋ ਗਈ। ਲਾਲਾ ਦਾਦਾ ਸੌਰੀ ਯਾਰ, ਦਾਦਾ ਸੌਰੀ ਯਾਰ। ਚਰਸ ਛੱਡ ਦੇ ਫਿਰ। ਨਹੀਂ ਹੁਣੇ ਭਾਈਜਾਨ ਆਨਲਾਈਨ ਬਦਮਾਸ਼ ਸਾਹਿਬ ਬਦਮਾਸ਼ ਬਣੇ ਨੇ। ਆ ਜੇ ਜੀ ਬਦਮਾਸ਼ ਜਮਾਤ ਆਂਦੀ ਆ ਤੇ ਵੇਖ ਲੈ ਜੇ ਸਭ ਤੋਂ ਵੱਡਾ ਆ ਜੀ। ਤੂੰ ਅਹਿਮਦੀ ਕੁੱਤੇ ਦੇ ਸਭ ਤੋਂ ਵੱਡਾ ਆ ਜੇ ਬਦਮਾਸ਼ ਜਮਾਤ ਆਂਦੀ ਆ। ਮੈਂ ਤੈਨੂੰ ਕਹਿਣ ਡਿਆ ਮੈਂ ਨਹੀਂ ਅਹਿਮਦੀ, ਤੂੰ ਜਮਾਤ ਦਾ ਨਾਂ ਲਈ ਤੂੰ ਜਾਂਦਾ। ਐ ਬੜੇ ਨਹੀਂ ਮੁੱਤ ਤੇਰਾ ਅਹਿਮਦੀ ਹੋਣ ਤੇ, ਤੂੰ ਐ ਬੜੇ ਮੁੱਤ ਤੇਰਾ ਅਹਿਮਦੀ ਹੋਣ ਤੇ, ਬੜੇ ਮੁੱਤ ਤੇਰੇ ਅਹਿਮਦੀ ਹੋਣ ਤੇ। ਐ ਜੇ ਆਂਦੀ ਐ ਜੇ ਨਾ ਕੰਮ। ਨਹੀਂ ਹੁਣ ਰਾਣਾ ਸਾਹਿਬ ਥੱਲੇ ਆਵਾਮ ਪੁਰਜੋਸ਼ ਫਰਮਾਇਸ਼ ਤੇ ਪੁੱਛ ਰਹੀ ਹੈ ਕਿ ਚੰਡਾ ਹਫਤੇ ਦੇ ਅੰਦਰ ਅੰਦਰ ਪੈ ਜਾਣਗੀਆਂ। ਆਹੋ ਦੱਸੋ ਇਹਨਾਂ ਬਿਲਕੁਲ ਨੂੰ। ਪੈ ਜਾਣਗੀਆਂ ਹਫਤੇ ਦੇ ਅੰਦਰ ਅੰਦਰ। ਅੱਜ ਕੀ ਵਾਰ ਹੈ ਜੀ? ਮੈਂ ਤੇ ਉਹਨਾਂ ਨੂੰ ਡੱਕਣ ਡਿਆ, ਅੱਜ ਯਕੀਨ ਕਰੋ। ਸੋਮਵਾਰ ਹਾਂ ਅਗਲੇ ਸੋਮਵਾਰ ਤੱਕ ਨਾ, ਅਗਲੇ ਸਵਾਰ ਤੱਕ ਨਾ ਪਈਆਂ ਤੇ ਹੋ ਗਿਆ। ਨਾ ਪਈਆਂ ਤੇ ਤੇਰੀ ਬੁੱਢੀ ਤੇ ਚੜਾਂਗਾ ਮੈਂ। ਖੰਜੀਰ ਦੇ ਬੱਚਿਆ ਤੂੰ ਚੁੱਪ ਕਰ ਵਿੱਚ। ਕੁੱਤੀ ਦਾ ਪੁੱਤਰ ਇਹਦੇ ਪਿਓ ਦਾ ਨਾਮ ਬਦਲ ਦੇਵੇ, ਇਹਦੇ ਪਿਓ ਦਾ ਨਾਮ ਬਦਲ, ਮੇਰਾ ਨਾਮ ਰੱਖ ਦੇਵੇ। ਓਏ ਸਾਰੀ ਲੜਾਈ ਇਹਦੇ ਵਿੱਚ ਤੁਹਾਡੀ ਕਿੰਨਾ ਪਵਾਉਣੀਆਂ ਨੇ ਖੰਜੀਰ ਦੇ ਪਾਈ ਆ, ਤੁਹਾਡੀ ਸਾਰੀ ਲੜਾਈ ਇਹਦੇ ਪਿਓ ਇਸ ਖੰਜੀਰ ਦੇ ਪਾਈ ਆ। ਰੱਖਦੀ ਤੇ ਅਗਲੇ ਸੋਮਵਾਰ ਤੱਕ ਇਹਨੇ ਚਪੇੜਾ ਨਾ ਮਰਵਾਈਆਂ ਤੇ ਕੀ ਕਰਨਾ? ਇਹਦੇ ਪਿਓ ਦਾ ਨਾਂ ਕੀ ਰੱਖਣਾ? ਮੇਰਾ ਨਾਮ ਰੱਖ ਦੇਵੇ। ਯਾਰ ਤੁਸੀਂ ਕਿਵੇਂ ਕਹਿ ਰਹੇ ਹੋ? ਖੰਜੀਰ ਜੇ ਇਹ ਭੈਣ ਖੰਜੀਰ ਜੇ ਰਾਣਾ ਜ਼ਹਿਰ ਵਲਦ ਉਕਾਬ ਜੇ ਨਾ ਚੰਨਾ ਪਈਆਂ। ਇੰਨੇ ਕੁ ਤੁਸੀਂ ਭੈਣ ਚੋਦਾ ਤੁਹਾਡੇ ਤੇ ਇੰਨੀ ਗੁਜ਼ਾਰਤ ਆ, ਇੰਨੇ ਕੁ ਤੁਸੀਂ ਇੰਨੇ ਕੁ ਤੁਸੀਂ ਮੁਸਲਮਾਨ ਹੋ, ਇੰਨੇ ਕੁ ਤੁਸੀਂ ਅਹਿਮਦੀ ਹੋ, ਇੰਨੇ ਕੁ ਤੁਸੀਂ ਕੁਰਾਨਿਸਟ ਹੋ। ਇੰਨਾ ਤੁਹਾਡਾ ਈਮਾਨ ਹੈ। ਅਗਲੀ ਸੋਮਵਾਰ ਤੇਰੀ ਵਲਦੀਅਤ ਬਦਲ ਜਾਣੀ ਆ। ਅਗਲੀ ਸੋਮਵਾਰ ਤੇਰੀ ਭੈਣ ਦੇ ਫੁੱਟੇ ਮੈਂ ਮੁਦਰਾਂਗਾ ਨਾ ਭੈਣ ਚੋਦਾ ਮੇਰੇ ਦਲਕ ਤੱਕ ਕੁੱਤੀ ਲਿਆ ਬੱਚਾ। ਸਭ ਤੋਂ ਵੱਡਾ ਫਿਤਨਾ ਦਲੇ ਉਹ ਸਭ ਤੋਂ ਵੱਡਾ ਫਿਤਨਾ ਭੈਣ ਚੋਦਾ ਤੂੰ ਸਭ ਨੂੰ ਲੁੜਾਣਾ। ਤੂੰ ਵੱਡਾ ਗੰਦੀਆਂ ਸਭ ਤੋਂ ਨਾ ਤੇਰਾ ਇਹ ਰੌਲਾ ਹੈ। ਇਹਦਾ ਇੱਕ ਭਰਾ ਮਰੱਬੀ ਜੇ ਅਕਾਬ ਤੂੰ ਆਨੇ ਤੇ ਕਿੰਨੇ ਭਰਾ ਮਰੱਬੀ ਨੇ? ਤਾਂ ਇੱਕ ਭਰਾ ਮਰੱਬੀ ਹੈ ਹੈਗਾ। ਇਹਦੇ ਪਿਓ ਨੇ ਇੱਕ ਬੰਦਾ ਇੱਕ ਮੁੰਡਾ ਬੰਦਾ ਜਿਹੜਾ ਜੇ ਨਾ ਸਭ ਤੋਂ ਵੱਡਾ ਦੁਸ਼ਮਣ ਇਸਲਾਮ ਦਾ ਜੇ। ਸਭ ਤੋਂ ਵੱਡਾ ਦੁਸ਼ਮਣ ਇਨਸਾਨੀਅਤ ਦਾ ਜੇ। ਅਗਲੇ ਸੋਮਵਾਰ ਨੂੰ ਰਾਣਾ ਜ਼ਾਇਦ ਵਲਦ ਲਿਖਦੀ ਹੈ ਇੱਥੇ। ਰਾਣਾ ਜ਼ਾਇਦ ਵਲਦ ਖਲੀਲ ਤੂੰ ਆਪਣੀ ਵਲਦੀਅਤ ਤੂੰ ਐਡਾ ਖੰਦੀਰ ਆ। ਨਹੀਂ ਤੇ ਮੈਂ ਤੇਰਾ ਬਹਿਣਾ ਆਪਣੀ ਵਲਦੀਅਤ ਤੈਨੂੰ ਦੇਣੀ ਸੀਗੀ, ਪਰ ਤੂੰ ਬਹੁਤ ਵੱਡਾ ਖੰਦੀਰ ਆ। ਤੇਰੀ ਮਾਂ ਨੂੰ ਤਾਂ ਸੂਰ ਨੇ ਜੱਦਾ ਸੀ ਤੇ ਤੂੰ ਜੰਮਿਆ। ਹੁਣ ਤੂੰ ਚਪੇੜਾ ਮਾਰਨ ਦਾ ਐਡਾ ਵੱਡਾ ਚੈਲੰਜ ਤੈਨੂੰ ਵੀ ਮਾਰ ਦਿੰਦਾ ਆ ਕੇ ਇਟਲੀ ਇਹ ਵੀ ਕਹਿੰਦੇ। ਉਹ ਜੇ ਕਾਬ ਸਾਹਿਬ ਫੋਨ ਕਰੀ ਜਾਂਦੇ ਨੇ ਤੁਹਾਨੂੰ। ਸਾਰੇ ਵੀਡੀਓ ਤੁਹਾਨੂੰ ਇਹ ਬੰਦਾ ਇਸਤੇਮਾਲ ਕਰਦਾ ਜਾਂ ਗੰਦਾ ਖੰਦੀਰ ਤੁਹਾਨੂੰ ਕਰਿਆ ਕਰੋ। ਜੁਰਤ ਹੈ ਤੂੰ ਚੰਨਾ ਮਾਰੇ, ਤੇਰੀ ਜੁਰਤ ਹੈ ਤੈਨੂੰ ਚੰਨਾ ਮਾਰੇ। ਮਾਰੇਗਾ ਚੁੱਕ ਫੋਨ ਮਾਰ ਲੈਣੀ ਅਕਾਬ ਨੂੰ ਚਪੇੜਾ ਮਰਵਾ ਫੋਨ ਚੁੱਕ। ਮੁਰਸ਼ਦ ਤੈਨੂੰ ਜਰਾ ਦੋ ਕਾਲਾਂ ਕਰ ਇਹਦੀ ਤੇ ਮੈਂ ਇਹਦੀ ਤੇ ਬੋਲਤੀ ਬੰਦ ਕਰ। ਆਇਆ ਰਾਣਾ ਵੱਡਾ ਚੰਡਾ ਮਾਰਨ ਵਾਲਾ। ਉਹਨੇ ਆਖਿਆ ਇਹ ਆਇਆ ਤੂੰ ਚੰਡਾ ਮਾਰੇਗਾ। ਰਾਣਾ ਸਾਹਿਬ ਨਾ ਚਪੇੜਾ ਮਰਵਾਈਆਂ ਅਗਲੇ ਹਫਤੇ ਤਾਈਂ ਤੇ ਉਹਦੀ ਵਲਦੀਅਤ ਬਦਲ ਦੇ। ਤੂੰ ਕਾਬ ਨੂੰ ਹੱਥ ਲਾ ਕੇ ਵੇ ਮੈਂ ਤੇਰੇ ਵਿੱਚੋਂ ਨਾ ਪਾੜ ਕੇ ਲੰਘ ਜਾ। ਤੂੰ ਗੱਲ ਕਰੀ ਐਡਾ ਤੂੰ ਆਇਆ 84 ਦਾ ਫੈਸਲਾਬਾਦ ਮੁਸਲਮਾਨ ਸੁਣਾ ਅੱਗੇ ਲੰਘ ਜਾਏਗਾ। ਜਮੀਲ ਅੱਗੇ ਜਾਂਦਾ, ਜਮੀਲ ਅੱਗੇ ਜਾਂਦਾ। ਕਿਹੜੇ ਚੱਕ ਤੋਂ ਆਏ ਹੋ ਤੁਸੀਂ? ਅੱਗੇ ਲੰਘ ਜਾਏਗਾ। ਇਹਨਾਂ ਕੋ ਲੰਘ ਕੇ ਅੱਗੇ ਆਉਣਾ ਹੀ ਬੋਲਣ ਦੋ। ਸਦਰ ਸਾਹਿਬ ਬੋਲਣਗੇ। ਸਦਰ ਸਾਹਿਬ, ਮਰੱਬੀ ਸਾਹਿਬ, ਅਮੀਰ ਜਮਾਤ ਜਰਮਨੀ ਦੇ, ਹਜ਼ੂਰ ਅਲੀ, ਇਹਨਾਂ ਸਾਰਿਆਂ ਦੇ ਅੱਗੋਂ ਦੀ ਲੰਘ ਕੇ ਤੇ ਫੇਰ ਮੈਨੂੰ ਚੰਡਾ ਮਾਰਨ। ਉਹ ਕਾ ਬਵਨ ਬੁੰਡ ਚ ਗੂੰ ਨਹੀਂ ਤੇ ਗੱਲਾਂ ਬਦਮਾਸ਼ੀ ਦੀਆਂ ਗੱਲ ਨਿਸ਼ਾਨੀਆਂ। ਸਾਡਾ ਪਹਿਲਾਂ ਸਭ ਦਾ ਬੰਦ ਵੇ ਟੈਨਸ਼ਨ ਨਾ ਲਵੋ। ਤੂੰ ਪੱਪ ਲੈ ਜਿਹੜਾ ਪੁੱਟਣ ਹੁੰਦਾ ਤੇਰੇ ਕੋਲ। ਤੂੰ ਆ ਇੱਥੇ
ਇਹ ਭੈਣ ਚੋਦ ਨਜ਼ਰ ਚੰਗੜ ਨਹੀਂ ਬੋਲਣ ਦੇ, ਤੂੰ ਚੰਗੜ ਫੁੱਦੀ ਦੇ ਤੂੰ ਰਾਣਾ ਐਵੇਂ ਰੋ ਤੱਕ ਪਿਆ, ਜੰਨਾ ਰਾਣਾ ਰੋ ਪਿਆ ਜੇ, ਰਾਣਾ ਰੋ ਪਿਆ ਜੇ। ਗਾਣਾ ਨਹੀਂ ਦਿੰਦਾ ਆਪਣੇ ਪਿਓ ਦਾ ਬਣੀ ਚੰਡਾ ਮਾਰਦੀਆਂ ਨੇ, ਪਿਓ ਦਾ ਬਣੀ ਯਾਰ ਵੈਸੇ ਮੇਰੀ ਇੱਕ ਇਲਤਜਾ ਹੈ ਕਿਤੇ ਦਾਦਾ ਜੀ ਨੂੰ ਵੀ ਤੁਸੀਂ ਕਿਤੇ ਮਰਵਾ ਦੋ ਨਾ ਚੰਡਾ। ਮੈਂ ਜਾਨਾ ਲੱਗਦੇ ਹੱਥ ਵਿਕਾਸ ਨਹੀਂ ਪੈਣ ਦੇ ਸੀ। ਉਹ ਮੇਰੇ ਤੱਕ ਤੇ ਮੈਂ ਤੇ ਆਨਾ, ਆਓ ਲਓ ਐਡਰੈਸ ਮੇਰਾ, ਮੈਂ ਨੰਬਰ ਵੀ ਦਿਨਾ, ਆਓ ਮੇਰੇ ਕੋਲ। ਚਪੇੜਾ ਵਜਣੀਆਂ, ਚਪੇੜਾ ਉਹ ਕਹਿੰਦਾ ਚਪੇੜਾ ਮਰਵਾ ਦੇ, ਚਪੇੜਾ ਮਰਵਾ ਦੇ ਤੈਨੂੰ। ਖੰਜ਼ੀਰ ਜੇ ਤੁਹਾਡਾ ਸਭ ਦਾ ਦੁਸ਼ਮਣ। ਕੀ ਫਾਇਦਾ ਫੜਾਂ ਸੁੱਕੀਆਂ ਮਾਰਨ ਦਾ ਰਾਣਾ ਸਾਹਿਬ, ਹੈ ਕੋਈ ਫਾਇਦਾ ਦੱਸੋ? ਸਾਹਿਬ ਤੂੰ ਆਪਣੀ ਲਿਮਟ ਲਿਮਟ ਤੇ ਤੂੰ ਮੇਰੀ ਲਿਮਟ ਤੇ ਤੂੰ ਮੇਰੀ ਸਾਰੀ ਖੋਲ ਛੜੀ ਹੈ। ਬਨੀ ਇਸਰਾਇਲ ਸਾਹਿਬ ਅਠਵਾਲ ਨੂੰ ਕੱਲ ਰਾਣਾ ਲਿਮਟ ਤੇ ਤੂੰ ਮੇਰੀ ਖੋਲ ਛੜੀ ਹੈ। ਜਿੱਦਣ ਦਾ ਤੂੰ ਮੈਨੂੰ ਧਮਕੀ ਲਾ ਛੜੀ ਹੈ ਨਾ, ਮੈਂ ਤੈਨੂੰ ਮਾਰ ਛੜਨਾ ਉਦੋਂ ਤੂੰ ਲਾਈਏ ਪਹਿਲਾਂ ਰਾਣੇ ਦਾ ਜ਼ਬਾਨਾ ਨਹੀਂ, ਤੂੰ ਨਹੀਂ ਕਿਹਾ ਪਹਿਲਾਂ ਰਾਣੇ ਦਾ ਮੈਂ ਜ਼ਬਾਨਾ ਤੈਨੂੰ ਆਪਣੇ ਪਿੰਡ ਵੀ ਦੱਸ ਛੜਿਆ, ਤੈਨੂੰ ਆਪਣੇ ਅੱਬੇ ਦਾ ਮੈਂ ਵੀ ਤੈਨੂੰ ਦੱਸਦਾ ਮੇਰਦੀਨ ਸਹੀ, ਪੜਦਾਦੇ ਮੇਰੇ ਦਾ ਨਾਂ ਕਰਮਦੀਨ ਸਹੀ, ਸੁਹਾਬੀ ਸਹੀ। ਹੋਰ ਦੱਸ। ਔਕਾਬ ਬੰਦੇ ਦਾ ਪੁੱਤਰ ਬਣ, ਬਦਮਾਸ਼ੀ ਨਾ ਕਰ ਭੈਣ ਜੱਕਾ, ਤੈਨੂੰ ਮਾਰਨਾ ਕੋਈ ਐਡਾ ਔਖਾ ਵੀ ਨਹੀਂ, ਤੂੰ ਬੜਾ ਭੈਣ ਚੋਦ ਬਦਮਾਸ਼ ਹੈ। ਭੈਣ ਨੂੰ ਲੰਨ ਲੈਣਾ, ਤੇਰੀ ਮਾਂ ਦੇ ਘੁੱਸੇ ਚ ਲੰਨ ਦੇ ਨਾ ਭੈਣ ਚੋਦਾ ਸੀ ਲੰਨ ਲੈਣਾ। ਗਾਣਾ ਸਾਹਿਬ ਗਾਲਾਂ ਨਾਲ ਮੁਕਾਬਲਾ ਨਹੀਂ ਕਰ ਸਕਦੀ ਨਾ, ਤੇ ਤੈਨੂੰ ਭੈਣ ਚੋਦਾ ਉਂਝ ਚੁੱਕ ਦੇਣਾ ਸੀ। ਇਹ ਜਿਹੜੀ ਜਮਾਤ ਅਹਿਮਦੀਆ ਦੇ ਬੰਦੇ ਅਹਿਮਦੀ ਨੂੰ ਗਾਲਾਂ ਕੱਢਦੇ, ਜਮਾਤ ਅਹਿਮਦੀਆ ਦੇ ਬੰਦੇ, ਤੂੰ ਇੱਥੇ ਬਗੈਰ ਤਾਂ ਬਕਵਾਸ ਕਰਨ ਡਿਆ। ਤੂੰ ਕਿੱਥੋਂ ਦਾ ਉਹ ਅਮਨ ਨਜ਼ੀਰ ਦਾ ਕਹਿੰਦਾ ਇਹ ਕੰਮ ਹੋਏ ਜਨਾਬ ਮਗਰਬ ਦੇ ਵਿੱਚ ਤਿਆਰ ਹੋਈ ਜੇ, ਮਗਰਬ ਦੇ ਵਿੱਚ ਤਿਆਰ ਹੋਈ ਜੇ। ਤੂੰ ਦਿਨ ਸੋ ਦਿਨ ਵਧੀ ਜਾਂਦਾ, ਬਕਵਾਸ ਕਰਨਾ ਤੂੰ, ਤੈਨੂੰ ਸ਼ਰਮ ਨਹੀਂ ਆਉਂਦੀ? ਨਾਂ ਲਿਖ ਲਓ ਉਸ ਲਿਸਟ ਦੇ ਵਿੱਚ ਹਜ਼ੂਰਾਂ ਨੂੰ ਜਿਹੜੀ ਕਹਾਣੀ ਜਿਹੜਾ ਨਜਫ ਸਾਰਾ ਬਾਤ ਬੜੀਆਂ ਤੜੀਆਂ ਦੇਣ ਡਿਆ, ਹੈ ਕਿੰਨੇ ਕਿ ਤੋਂ ਗਏ ਆਮਨ ਨਜ਼ੀਰ ਦੀ ਸ਼ਖਸੀਅਤ ਹੈ। ਇਹ ਇੰਨੀ ਕੁ ਬਗੈਰਤੀ ਕਰਦਾ, ਇਧਰੋਂ ਗੱਲਾਂ ਲੋਕਾਂ ਦੀਆਂ ਉਧਰ ਚਲਾ ਕੇ ਪ੍ਰਾਈਵੇਟ ਕੁੜੀ ਹੋਇਆ ਤੇਰੇ ਤੇ ਕੇਸ ਹੋ ਨਜਫ ਤੂੰ ਮਿਊਟ ਰੱਖ ਵਿੱਚ ਜਾ ਕੇ ਕਿੱਧਰ ਗਿਆ ਹੁਣ? ਹੋ ਸਕਦਾ ਤੂੰ ਜਿਹੜੀਆਂ ਗੱਲਾਂ ਚਲਾਉਂਦੀਆਂ ਲਾਈਵ ਤਾਰ ਅਠਵਾਲ ਦੀ ਕਾਲ ਚਲਾਈ ਹੈ ਇਸ ਬੰਦੇ ਨੇ, ਇਹਨਾਂ ਬਗੈਰਤੀ ਦਾ ਬਹੁਤ ਵੱਡਾ ਸਬੂਤ ਦਿੱਤਾ। ਜਿਨ੍ਹਾਂ ਕੋਲ ਪੁੱਛੇ ਖਾ ਕੇ ਇਮਾਨਦਾਰ ਖਾ ਕੇ ਜਾਂਦੇ ਸੀ ਔਰ ਖਿਆਨਤ ਨਹੀਂ ਕਰਦੇ। ਤੁਸੀਂ ਉਹ ਕਿੱਥੇ ਰਹਿੰਦੇ ਨੇ ਮਲਕ ਤੱਲਤ ਸਾਹਿਬ? ਉਹ ਬਾ ਇਖਲਾਕ ਅਹਿਮਦੀ ਕਿਹੜੇ ਮੁਲਕ ਚ ਰਹਿੰਦੇ ਨੇ? ਅਸੀਂ ਬਾ ਅਖਲਾਕੀਆਂ ਜਿੱਦਾਂ ਦੀ ਤੂੰ ਸਾਡੇ ਅਕਾਬਰਨ ਦੇ ਬਾਰੇ ਬਕਵਾਸ ਕਰੇਗਾ, ਸਿਰਫ ਦੁਬਈ ਚ ਤੇ ਪੋਲੈਂਡ ਚ ਨਾ। ਆਮਨ ਨਜ਼ੀਰ, ਜੇ ਤੂੰ ਇਹਨਾਂ ਦੇ ਕਾਬਰੀਨ ਦੀ ਬਕਵਾਸ ਕੀਤੀ ਨਾ, ਉਹਨਾਂ ਨੂੰ ਗਾਲਾਂ ਕੱਢੀਆਂ ਤੇ ਉਹਨਾਂ ਕਾਬ ਨੂੰ ਗਾਲਾਂ ਕੱਢਣੀਆਂ ਨੇ। ਹੁਣ ਇੰਜ ਤੇ ਇੰਜ ਹੀ ਸਹੀ। ਤੂੰ ਇਹਦਾ ਮਤਲਬ ਕਰਵਾਨਾ, ਫਿਰ ਤੂੰ ਕਰਵਾਨਾ ਨਾ ਬੱਲੇ। ਤੇਰੀ ਉਦੋਂ ਕੁੱਤੇ ਤਰ੍ਹਾਂ ਕੀਤੀ ਅਸੀਂ, ਫਿਰ ਤੂੰ ਉਹੀ ਬਕਵਾਸ ਕਰੀ ਜਾਂਦਾ। ਤੈਨੂੰ ਸ਼ਰਮ ਤੁਸੀਂ ਨਹੀਂ ਬਾਜ਼ ਨਹੀਂ ਆਣਾ ਗਾਲੀ ਤੋਂ? ਉਹ ਟਿਕਟੋਕ ਦੇ ਇਹ ਗਾਲੀ ਨਹੀਂ ਹੈ, ਇਹ ਗਾਲੀ ਨਹੀਂ ਤਬਲੀਗ ਹੈ। ਗਾਲੀ ਕਿੱਥੇ? ਗਾਲੀਆਂ ਉਹ ਨੇ ਜਿਹੜੀਆਂ ਰਾਤੀ ਅਮਨ ਨਜ਼ੀਰ ਨੇ ਦਿੱਤੀਆਂ ਨੇ, ਉਹ ਗਾਲੀਆਂ ਨੇ। ਇਹ ਕੋਈ ਗੱਲ ਨਹੀਂ, ਤਬਲੀਗ ਹੋ ਰਹੀ ਹੈ। ਉਹ ਜਿਹੜੀ ਘੁੱਟਵਾ ਕੇ ਬਹਿ ਦਿੰਦੇ ਨੇ, ਤੇ ਜਿਹੜੀ ਬਣੀ ਇਸਰਾਈਲ ਉੱਥੇ ਮੋਡੀਏਟਰ ਪੇਸ਼ ਕੀਤੀ ਹੈ, ਕਿਸੇ ਨੂੰ ਬੋਲਣ ਨਹੀਂ ਦਿੰਦਾ, ਇਹਦੇ ਕੋਲ ਬਕਵਾਸ ਕਰਾਂਦਾ ਰਿਹਾ। ਜਿਹੜੀ ਇਮਰਾਨ ਕਾਲੂ ਨੇ ਪੇਸ਼ ਕੀਤੀ ਹੈ, ਉਹ ਕਿਹਦੀ ਤਬਲੀਗ ਘੁੱਟ ਲਾਈ ਸੀ? ਜੋ ਤੈਨੂੰ ਆਪਣੀ ਬਰਾਤ ਤੇ ਸਬਜ਼ੀਆਂ ਫਰਮਾਉਂਦਾ ਕਿਉਂ ਨਹੀਂ? ਫੇਰ ਆਣਾ ਜੀ ਫਲਾਣਾ ਛਾਤੋਂ ਬੈਠਾ, ਫਲਾਣਾ ਬੈਠਾ। ਤੂੰ ਆ ਤੈਨੂੰ ਇਮਰਾਨ ਕਾਲੂ ਨਾਲ ਗੱਲ ਕਰਨੇ, ਕੋਈ ਗਾਲ ਦੇ ਗਿਆ ਤਾਂ ਮੈਨੂੰ ਕਹੀਂ। ਅਠਵਾਲ ਸਾਹਿਬ ਮੈਂ ਤੁਹਾਡੀ ਬਰਾੜ ਤੇ ਨਹੀਂ, ਤੂੰ ਉਦੋਂ ਕਹਿ ਕੇ ਫੋਨ ਵੀ ਚਲਾਇਆ ਤੇ ਫਿਰ ਤੂੰ ਆਇਆ ਕਿਉਂ? ਅਜੀ ਅਕਬਰ ਕੋ ਤੂੰ ਬੜਾ ਚਾਲੂ ਹੈ। ਸੁਣ ਤੇ ਲੋ ਨਾ, ਮੈਂ ਤੁਹਾਡੀ ਬਰਾੜ ਤੇ ਆਵਾਂਗਾ ਨਾ, ਤੁਸੀਂ ਇਮਰਾਨ ਕਾਲੂ ਨੂੰ ਬੁਲਾ ਲਿਓ, 1122 ਨੂੰ, ਮੁਬਸ਼ਰ ਰਜ਼ਾ ਨੂੰ, ਸਾਰਿਆਂ ਨੂੰ ਬੁਲਾ ਕੇ, ਇਹਨੂੰ ਰਾਣਾ ਜ਼ੈਦ ਨੂੰ ਬੁਲਾ ਕੇ ਤੁਸੀਂ ਤਬਲੀਗ ਕਰਿਓ। ਮੈਨੂੰ ਥੱਲੇ ਸੁੱਟ ਕੇ ਪਹਿਲਾਂ ਮੇਰਾ ਮਿਊਟ ਲਾ ਕੇ ਰੱਖਿਓ, ਫਿਰ ਮੈਨੂੰ ਥੱਲੇ ਸੁੱਟ ਦਿਆ ਜੇ। ਨਹੀਂ, ਕੋਈ ਮਿਊਟ ਨਹੀਂ ਕਰਦਾ ਮੈਂ ਇੱਥੇ ਹਲਫਨ ਵਾਲਾ ਮੁਕੰਮਲ ਹੋ ਜਾਏਗੀ। ਤੈਨੂੰ ਗਾਲੀ ਵੀ ਨਹੀਂ ਦੇਗਾ। ਨਹੀਂ ਗਾਲੀ ਤੇ ਤਬਲੀਗ ਹੁੰਦੀ ਹੈ। ਗਾਲੀ ਦੇਣਾ ਕਿਹੜਾ ਕੋਈ ਜੁਰਮ ਹੈ? ਗਾਲੀ ਇੱਕ ਦੁਆ ਹੈ। ਇਹ ਕੰਮ ਇੱਕ ਮੈਂ ਮਲਕ ਸਾਹਿਬ ਹੈਗੇ ਨਾ, ਤੇ ਮਲਕ ਸਾਹਿਬ ਹੈ। ਮੈਨੂੰ ਮਲਕ ਸਾਹਿਬ ਅੱਗੇ ਮੇਰੇ ਗੱਲ ਪੇ ਪੈਂਦੇ, ਕਹਿੰਦੇ ਤੈਨੂੰ ਨਹੀਂ ਪਤਾ ਅਹਿਮਦੀ ਨੇਕ ਵੀ ਹੈ ਨਹੀਂ। ਉਹ ਕਿਹੜੇ ਮੁਲਕ ਰਹਿੰਦੇ ਨੇ ਨੇਕ ਅਹਿਮਦੀ? ਪੋਲੈਂਡ। ਨੇਕ ਪੋਲੈਂਡ ਦੱਸਣਾ ਕੌਣ ਨੇਕ ਹੈ ਕੌਣ ਬਾਦੇ? ਬਨੀ ਇਸਰਾਈਲ ਜੀ ਜਿਹੜਾ ਸੱਚਾ ਇੱਕ ਬੰਦਾ ਆਪਣਾ ਮੌਕਾ ਬਿਆਨ ਕਰਦਾ ਹੈ, ਆਪਣਾ ਅਕੀਦਾ, ਆਪਣਾ ਮੌਕਾ ਬਿਆਨ ਕਰ ਦਿੰਦਾ। ਉਹਦੀ ਜਿਹਦੀ ਮਰਜ਼ੀ ਉਹਦੀ ਤੋਹੀਨ ਕਰੇ ਹੋ ਨਾ, ਉਹ ਠੀਕ ਹੈ ਨਾ। ਤੇ ਦੂਜਾ ਬੰਦਾ ਆਪਣਾ ਮੌਕਾ ਬਿਆਨ ਕਰਨ ਲੱਗੇ, ਤੇ ਜਦੋਂ ਉਹਨੇ ਆਪਣਾ ਮੌਕਾ ਬਿਆਨ ਕੀਤਾ
ਤੇ ਨਾਲ ਹੀ ਉਹ ਫਲਾਨਾ ਉਹ ਤੇਰੀ ਭੈਣ ਨੂੰ ਉਹ ਤੇਰੀ ਮਾਂ ਦੇ ਸੂਟ ਛੱਡਾ ਉਹ ਤੂੰ ਦੇ ਸੂਡੀ ਦਾ ਬੱਚਾ, ਇਹ ਕਹਿਣਾ ਜਾਇਜ਼ ਹੈ? ਜਦੋਂ ਪਹਿਲੇ ਬੰਦੇ ਨੇ ਮੌਕਫ ਬਿਆਨ ਕੀਤਾ ਹੈ ਤੇ ਹਾਂਜੀ। ਮੌਕਫ ਵਿੱਚ ਉਹਨੇ ਤੋਹੀਨ ਕਿਉਂ ਕੀਤੀ ਹੈ ਕਿਸੇ ਦੀ? ਇਹ ਪੁੱਛੋ ਉਹਨੂੰ। ਇਹ ਗਲਤ ਗੱਲ ਹੈ ਨਾ। ਹਾਂ ਜਿਹਨੇ ਮੌਕਫ ਬਿਆਨ ਜਦੋਂ ਮੈਂ ਕੀਤਾ ਮਲਕ ਸਾਹਿਬ ਨੇ ਸੁਣੀ ਨਹੀਂ ਗੱਲ, ਤੇ ਇੰਨੀ ਦੇਰ ਜੇ ਮੈਨੂੰ ਥੱਲੇ ਲਾ ਕੇ ਤੇ ਜੋ ਮੇਰੀ ਮਾਂ ਭੈਣ ਮਲਕ ਸਾਹਿਬ ਨੇ ਬਣਵਾਈ, ਮੈਂ ਅੱਜ ਤੱਕ ਜਵਾਬ ਦਿੱਤਾ ਮਲਕ ਸਾਹਿਬ ਨੂੰ? ਕਾਇਆ ਗਾਲ ਕੱਢੀ? ਨਹੀਂ ਕੱਢੀ। ਮਲਕ ਸਾਹਿਬ ਨੇ ਲਾ ਇਲਮੀ ਦੇ ਵਿੱਚ ਮੈਨੂੰ ਦਲੀਲ ਕਰਵਾਇਆ ਮਲਕ ਸਾਹਿਬ ਨੇ। ਓਏ ਅਮਨ ਨਜ਼ੀਰ ਸਾਹਿਬ, ਤੁਹਾਨੂੰ ਤੇ ਇਹ ਸ਼ਰਮ ਕਰਨੀ ਚਾਹੀਦੀ। ਮੈਨੂੰ ਥੱਲੇ ਸੁੱਟ ਕੇ ਮੇਰੇ ਮਾਂ ਪਿਓ ਨੂੰ ਗਾਲਾਂ ਰਾਣਾ ਪਾਈਆਂ। ਸਾਹਿਬ 25-26 ਸਾਲ ਦਾ ਬੱਚਾ ਜਿਹੜਾ ਹਜੇ ਮੇਰੇ ਅਠਵਾਲ ਸਾਹਿਬ 28 ਸਾਲ ਦੇ ਸਾਹਿਬ ਹੁਣ ਚਪੇੜਾ ਕਿਹੜੇ ਕੋਲੋਂ ਪਵਾਈਆਂ ਨੇ? ਮਲਕ ਸਾਹਿਬ ਦਾ ਕੋਈ ਸਹੂਲਤ ਤੁਹਾਨੂੰ ਸ਼ਰਮ ਨਹੀਂ ਆਉਂਦੀ? ਕਿਹਦੇ ਕੋਲੋਂ? ਉਦਾਂ ਦਾ ਮੈਂ 55 ਸਾਲ ਦਾ ਹੈ, ਉਹ ਕਾਲੋਂ 26 ਜ਼ਾਹਿਰ ਜੀ ਗੱਲ ਹੈ, ਤੁਹਾਡੀ ਗੱਲਬਾਤ ਹੋਈ ਹੋਏਗੀ। ਯਾਰ ਤੁਸੀਂ ਇਹਦਾ ਨਾਮ ਨਹੀਂ ਵਿਗਾੜਿਆ, ਮੈਂ ਕਦੀ ਇਹਦਾ ਨਾਮ ਨਹੀਂ ਵਿਗਾੜਿਆ। ਨਹੀਂ ਤੁਸੀਂ ਇੱਜ਼ਤ ਕਰਨੇ ਆ ਬੰਦੇ ਨੇ ਮੇਰੇ ਮਾਂ ਪਿਓ ਗੱਲ ਸੁਣੋ ਨਾ, ਗੱਲ ਸ਼ਰਮ ਨਹੀਂ ਆਉਂਦੀ। ਇਹਨਾਂ ਮੈਨੂੰ ਵੀ ਅੱਜ ਮਤਲਬ ਕਿ ਬੋਲਣ ਤੇ ਮਜਬੂਰ ਕਰਤਾ ਅਮਨ ਨੇ। ਦੇਖੋ ਰਾਣਾ ਸਾਹਿਬ, ਜਦੋਂ ਤੁਸੀਂ ਆਪਣਾ ਮੌਕਫ ਰੱਖਣ ਦੇ ਨਾਲ ਨਾਲ ਤੁਸੀਂ ਇਹ ਵੀ ਆਖੋਗੇ ਤੁਹਾਡੇ ਜਿੰਨੇ ਸੂਰਾਂ ਦੇ ਸੂਰ ਇਹ ਅਮਨ ਨਜ਼ੀਰ ਵਾਲਾ ਸਾਹਿਬ, ਮੈਨੂੰ ਇਹ ਦੱਸੋ ਜਿਹਨੇ ਤਲਤ ਮਲਕ ਦੀ ਬੇਟੀ ਦੀ ਤਸਵੀਰ ਹੈ, ਸਾਡੇ ਵੀ ਧੀਆਂ ਬਜਾਏ, ਉਹਦੇ ਬਾਰੇ ਕੀ ਕਹਿਣਾ ਜੇ? ਇੱਥੇ ਤੇ ਤੁਸੀਂ ਤਬਲੀਗਾਂ ਕਰਨ ਆ ਗਏ। ਨਹੀਂ ਅਸੀਂ ਤੇ ਕੋਈ ਨਹੀਂ ਧੀ ਭੈਣ ਦੀ ਤਸਵੀਰ ਲਾਣੀ ਗਲਤ ਗੱਲ ਹੈ। ਉਹ ਤਬਲੀਗ ਹੋ ਗਈ। ਧੀ ਭੈਣ ਦੀ ਬੁੱਢੀ ਦੀ ਮਾਂ ਦੀ ਤਸਵੀਰ ਲਾਣੀ ਗਲਤ ਗੱਲ ਹੈ। ਮੇਰੀ ਤਸਵੀਰ ਲੱਗੀ ਹੈ, ਨਹੀਂ ਮੇਰੀ ਤਸਵੀਰ ਲੱਗੀ ਹੈ, ਮੈਂ ਲਾਈ ਕਿਸੇ ਦੀ? ਆ ਤੁਹਾਡੇ ਸਾਹਮਣੇ ਬੈਠਾ ਮੈਂ ਲਾਈਏ ਕਿਸੇ ਦੀ? ਤੁਹਾਨੂੰ ਕੌਣ ਕਹਿ ਰਿਹਾ? ਤੁਹਾਨੂੰ ਕਿਸੇ ਨੇ ਤਖਤਾ ਮਸ਼ਕ ਬਣਾਇਆ ਹੈ ਕਿ ਤੁਸੀਂ ਗਲਤ ਕੀਤਾ ਹੈ? ਮੇਰੀ ਤਸਵੀਰ ਲਾਈ ਗਈ ਹੈ, ਜਿਹਨੇ ਲਾਈ ਉਹਨੇ ਗਲਤ ਕੀਤਾ ਜਾਂ ਸਹੀ ਕੀਤਾ? ਤੁਸੀਂ ਕੁਝ ਕੀਤਾ ਹੋਣਾ ਨਾ। ਮੈਂ ਕੀ ਕੀਤਾ? ਮੈਂ ਕਿਸੇ ਤਸਵੀਰ ਲਾਈ ਹੈ, ਕਿਸੇ ਧੀ ਭੈਣ ਤਸਵੀਰ ਲਾਈ ਹੈ? ਮੈਂ ਧੀ ਭੈਣ ਦੀ ਨਹੀਂ। ਦੇਖੋ ਇੱਕ ਬੰਦਾ ਜਿਹੜਾ 1-to-1 ਗੁਫ਼ਤਗੂ ਕਰ ਰਿਹਾ ਹੈ ਨਾ, ਕਿਸੇ ਇੱਕ ਦੀ ਵੀ ਤਸਵੀਰ ਲਾਈ ਹੋਵੇ? ਨਹੀਂ ਦੇਖੋ ਗੱਲ ਹੋ ਰਹੀ ਆ, ਲਾਈ ਹੋਵੇ ਦੱਸੋ। ਦੇਖੋ ਜਿਹੜੇ ਮੌਜੂਦ ਨਹੀਂ ਹੈ ਟਿਕਟੋਕ ਦੇ ਉੱਤੇ, ਜਿਨ੍ਹਾਂ ਦਾ ਇਹਨਾਂ ਚੀਜ਼ਾਂ ਦੇ ਵਿੱਚ ਕੋਈ ਅਮਲ ਦਖਲ ਨਹੀਂ ਹੈ, ਤੁਸੀਂ ਹੋ ਹੁਣ ਤੁਸੀਂ ਆਪਣੀ ਜ਼ੁਬਾਨ 'ਚੋਂ ਬਹੁਤ ਸਾਰੇ ਐਸੇ ਅਲਫਾਜ਼ ਜਾਰੀ ਕਰਦੇ ਹੋ ਜਿਹੜੇ ਦੂਸਰਿਆਂ ਦੇ ਵਾਸਤੇ ਤੋਹੀਨ ਅਮੇਜ਼ ਨੇ, ਔਰ ਉਹ ਵੀ ਆਪਣੀ ਜ਼ੁਬਾਨ 'ਚੋਂ ਬਹੁਤ ਸਾਰੇ ਐਸੇ ਅਲਫਾਜ਼ ਜਾਰੀ ਕਰਦੇ ਨੇ ਜਿਹੜੇ ਤੁਹਾਡੇ ਵਾਸਤੇ ਤੋਹੀਨ ਅਮੇਜ਼ ਨੇ। ਇਹ ਤੁਹਾਡੀ ਤੇ ਉਹਨਾਂ ਦੀ ਜਿਹੜੀ ਹੈ 1-to-1 ਜੰਗ ਹੈ। ਹਾਂਜੀ 1-to-1 ਆ ਨਾ। ਇਹਦੇ ਵਿੱਚ ਤੁਸੀਂ ਅਗਰ ਕਿਸੇ ਦੀ ਮਾਂ ਭੈਣ ਦੀ ਤਸਵੀਰ ਲਾਉਂਗੇ ਜਾਂ ਉਹ ਲਾਣਗੇ, ਇਹ ਗੱਲ ਹੈਗੀ ਹੈ ਗਲਤ, ਇਖਲਾਕੀਆਤ ਦੀ ਗਿਰਾਵਟ ਹੈ ਬਹੁਤ ਵੱਡੀ। ਨਹੀਂ ਤੇ ਬਨੀ ਇਸਰਾਇਲ ਸਾਹਿਬ ਜਿਹੜੇ ਲਾਂਦੇ ਇਹ ਪੁੱਛੋਗਾ ਤੁਹਾਡੇ ਜਿਹੜੇ ਸਭ ਤੋਂ ਵੱਡਾ ਇਖਲਾਕ ਦੇ ਚੈਂਪੀਅਨ ਬਣ ਕੇ ਬਿੱਤਾ ਅਮਨ ਨਜ਼ੀਰ, ਇਹਨੂੰ ਪੁੱਛੇ ਨਾ ਕਿਉਂ ਲਾਈ? ਫਿਰ ਇਸ ਗੱਲ ਹੈ ਕਿ ਸਾਡੇ ਮਹਿਬੂਬ ਨਬੀ ਨੂੰ ਮੈਂ ਸੁਣੋ ਸਾਡੇ ਮਹਿਬੂਬ ਨਬੀ ਨੂੰ ਇਹਨੇ ਗਾਲਾਂ ਕੱਢੀਆਂ ਤੇ ਇਹਨੇ ਆਖਿਆ ਜੇ ਮੈਂ ਇਸ ਗੱਲ ਦਾ ਸਬੂਤ ਨਾ ਦਵਾਂ ਤੇ ਮੈਂ ਖੰਜ਼ੀਰ ਦਾ ਬੱਚਾ ਵਾਂ। ਇਹ ਸਬੂਤ ਨਾ ਦੇ ਸਕਿਆ, ਟਾਈਮ ਰੱਖਿਆ ਸੀ ਮੇਰੇ ਹਾਲੇ 1 ਘੰਟਾ ਇਹਦੀ ਆਪਣੀ। ਮੈਨੂੰ ਯਾਦ ਹੈ ਇਹਨੇ ਕਿਹਾ 1 ਘੰਟਾ ਟਾਈਮ ਹੋਏਗਾ। ਅਮਨ ਨਜ਼ੀਰ ਸਾਹਿਬ, ਤੁਹਾਡੇ ਅੱਗੇ ਮੇਰਾ ਇੱਕ ਸਵਾਲ ਹੈ ਕਿ ਤੁਹਾਡੀ ਵਾਲਦਾ ਮੁਹਤਰਮਾ ਫੌਤ ਹੋ ਗਏ ਨੇ ਕਿ ਹੈ ਨੇ? ਵਾਲਦ ਸਾਹਿਬ ਫੌਤ ਹੋ ਗਏ ਨੇ, ਵਾਲਦਾ ਹੈ ਨੇ 95 ਸਾਲ ਉਹਨਾਂ ਦੀ ਉਮਰ। ਇਹ ਜਿਹੜੀ ਫੋਟੋ ਉਹਨਾਂ ਨੇ ਲਾਈ ਸੀ, ਇਹ ਹਕੀਕੀ ਵਾਕਈ ਤੁਹਾਡੀ ਵਾਲਦਾ ਦੀ ਸੀ? ਇਹ ਮੇਰੀ ਵਾਲਦਾ ਦੀ ਫੋਟੋ। ਹਾਂਜੀ। ਇਹ ਦੱਸੋ ਕਿ ਰਾਣਾ ਸਾਹਿਬ ਮੈਨੂੰ ਦੱਸੋ ਕਿ ਇੱਕ ਮੌਲਵੀ ਦੀ ਮਾਂ ਦੀ ਫੋਟੋ 90-95 ਸਾਲ ਦੀ ਮਾਂ ਹੈ, ਉਹਦੀ 90-95 ਸਾਲ ਦੀ ਮਾਂ ਦੀ ਫੋਟੋ ਇੱਕ ਅਹਿਮਦੀ ਆਲਮ ਜਿਹੜਾ ਉਹ ਆਪਣੀ ਬਰਾੜ ਦੇ ਉੱਤੇ ਲਾ ਕੇ ਤੇ ਵਾਹਿਯਾਤੀ ਕਰੇ, ਤੇ ਇਹ ਜਮਾਤ ਅਹਿਮਦੀਆ ਦੀ ਤਲੀਮ ਹੈ ਵੇ? ਦੱਸੋ ਜ਼ਰਾ। ਨਹੀਂ ਹੈ ਇੱਕ ਮਿੰਟ ਨਹੀਂ ਚੁੱਪ ਕਰੀ, ਨਹੀਂ ਹੈ। ਅਗਰ ਕੋਈ ਮੌਲਵੀ ਜਿਹੜਾ ਉਹ ਗਾਲਾਂ ਹਜ਼ਰਤ ਮਸੀਹ ਮਊਦ ਨੂੰ ਕੱਢ ਲੇ ਜਾਂ ਦੂਜਿਆਂ ਨਬੀਆਂ ਨੂੰ ਕੱਢ ਲੇ ਤੇ ਉਹ ਤੇ ਕੋਈ ਟੈਨਸ਼ਨ ਨਹੀਂ, ਕਿਉਂਕਿ ਉਹ ਤਾਂ ਕੰਮ ਹੈ, ਕਿਉਂਕਿ ਉਹ ਤੇ ਬਦਤਰੀਨ ਮਖਲੂਕ ਹੈ, ਉਹ ਤੇ ਕਰ ਸਕਦੀ ਹੈ। ਲੇਕਿਨ ਜਮਾਤ ਅਹਿਮਦੀਆ ਦਾ ਬੰਦਾ ਤੇ ਨਹੀਂ ਨਾ ਕਰ ਸਕਦਾ। ਨਹੀਂ ਕਰਨਾ ਚਾਹੀਦਾ, ਨਹੀਂ ਕਰਨਾ ਚਾਹੀਦਾ। ਤੇ ਫਿਰ ਨਹੀਂ ਕਰਨਾ ਚਾਹੀਦਾ ਤੇ ਫਿਰ ਜਾਓ ਜਾ ਕੇ ਨਾ ਤੇ ਉਹ ਜਿਹੜਾ ਬੱਟ ਹੈ ਨਾ ਉਹਨੂੰ ਆਪਣੀ ਜ਼ਬਾਨ ਦੇ ਵਿੱਚ ਸਮਝਾ ਲਵੋ, ਵਰਨਾ ਉਹਨੂੰ ਕਹੋ ਕਿ ਉਕਾਬ ਜਿਹੜਾ ਉਹ ਬੜਾ ਵੱਡੇ ਪੈਮਾਨੇ ਦੇ ਉੱਤੇ ਐਕਸ਼ਨ ਲੈਣ ਵਾਲਾ ਹੈ। ਨੂੰ ਖਤ ਲਿਖਣ ਲੱਗਾ ਨਾ, ਬੱਟ ਮੈਨੂੰ ਰੋਟੀ ਦੇ ਸਾਰੀਆਂ ਆਈਡੀਆਂ ਦੇ ਨਾਮ ਦੇਣ ਲੱਗਾ। ਬੱਟ ਆਪਣੇ ਕਿਤੇ ਦਾ ਜ਼ਿੰਮੇਦਾਰ ਹੈ, ਮੈਂ ਆਪਣੇ ਕਿਤੇ ਦਾ ਜ਼ਿੰਮੇਦਾਰ ਹਾਂ। ਕੋਈ ਵੀ ਕਿਸੇ ਨੂੰ ਮੈਂ ਤਾਂ ਕਿਆ ਹਟਿਆ ਨਹੀਂ ਮੇਰੀ ਮੰਨਣ ਕੇ, ਮੈਂ ਕਿਉਂ ਲੜਾਈ ਕਰਾਂਗੇ ਨਾ ਜਾ ਕੇ? ਕੰਮ ਕਰੋ ਨਾ ਤੇ ਫਿਰ ਗਾਲਾਂ। ਔਕਾਬ ਦੇਖ, ਗੱਲ ਸੁਣ ਮੇਰੀ। ਮੈਂ ਉਦੋਂ ਵੀ ਤੁਹਾਨੂੰ ਸਮਝਾਉਣ ਚੜਿਆ ਸੀ, ਮੈਂ ਕੱਲ ਦੀਆਂ ਬਰਾਡਾਂ ਲੱਗੀਆਂ ਨੇ, ਕਦੀ ਇੱਕ ਗਾਲ ਮੇਰੀ ਦਿਖਾ ਦੇ ਸਵਾਏ ਅਮਨ ਨਜ਼ੀਰ ਤੋਂ ਮੈਂ ਕਿਹਨੂੰ ਕੱਢੀ ਹੋਵੇ,
ਕਿਉਂਕਿ ਮੈਨੂੰ ਅਸਲ ਫਿਤਨਾ ਦਾ ਪਤਾ ਕਿੱਥੇ ਆ। ਉਹ ਹੈ ਭਾਈ ਅਮਰ ਨਜ਼ੀਰ ਤੋਂ, ਕਿਉਂਕਿ ਅਮਰ ਨਜ਼ੀਰ ਫਿਤਨਾ ਇਹਨੇ ਮੇਰੇ ਮੁਰਦਾ ਮਾਂ ਪਿਓ ਨੂੰ ਗਾਲਾਂ ਕੱਢੀਆਂ ਨੇ। ਇਹਨੇ ਮੇਰੇ ਮੁਰਦਾ ਮਾਂ ਪਿਓ ਨੂੰ ਗਾਲਾਂ ਕੱਢੀਆਂ। ਮੈਂ ਕਦੀ ਇਹਦੇ ਮਾਂ ਪਿਓ ਨੂੰ ਗਾਲ ਨਹੀਂ ਕੱਢੀ, ਇਹਨੇ ਪਹਿਲਾਂ ਕੱਢੀਆਂ ਨੇ। ਸਾਡੇ ਮਾਂ ਪਿਓ ਨਾਲੋਂ ਜਿਹੜੇ ਜ਼ਿਆਦਾ ਅਜ਼ੀਮ ਨੇ ਉਹ ਸਾਡੇ ਨਬੀ ਨੇ। ਮਾਂ ਪਿਓ ਸਾਡੇ ਨਬੀ ਦੀਆਂ ਜੁੱਤੀਆਂ ਤੋਂ ਕੁਰਬਾਨ। ਮੈਂ ਨਬੀ ਨੂੰ ਦੱਸ ਕਿਹੜੀ ਗੱਲ ਕੱਢੀ ਹੈ? ਮੈਂ ਹੁਣੇ ਹੱਥ ਲਾਣਾ ਨਹੀਂ ਫਿਰ ਜੰਗ ਯਾਰ ਫਿਰ ਦੇਖੋ ਗੱਲ ਨਹੀਂ ਮੇਰੀ ਗੱਲ ਸੁਣ ਲਓ ਰਾਣਾ ਸਾਹਿਬ, ਇੱਕ ਮਿੰਟ ਗੱਲ ਸੁਣ ਲਓ। ਗਾਲ ਸਾਹਿਬ ਇੱਕ ਮਿੰਟ ਗੱਲ ਸੁਣ ਲਓ। ਗੱਲ ਇਸ ਤਰ੍ਹਾਂ ਕਿ ਇਹ ਸਰਕਾਰੀ ਤੇ ਗੈਰ ਸਰਕਾਰੀ ਤੇ ਸਾਰੇ ਜਿੰਨੀਆਂ ਦੇਣੀਆਂ ਤੂੰ ਇੱਕ ਵਾਰੀ ਦੇ ਕੇ ਵੇਖ ਲੈ, ਤੂੰ ਆਪਣਾ ਚਾਹ ਪੂਰਾ ਕਰ ਲੈ, ਵੇਖ ਲੈ। ਚਲੋ ਇਹ ਤੂੰ ਪੈਰਾਂ ਤੁਹਾਡੀ ਮੁੰਨਾ ਗਾਲਾਂ ਤੋਂ ਨਹੀਂ ਤੁਹਾਂ ਮੁੰਨਾ, ਅਸੀਂ ਵੀ ਯਾਨੀ ਤੁਹਾਂ ਗਾਲਾਂ ਤੋਂ ਨਹੀਂ ਮੁੰਨਾ। ਮੈਂ ਚਾਹ ਪੂਰਾ ਨਹੀਂ ਯਾਰ ਇੱਕ ਮਿੰਟ ਜ਼ਰਾ, ਤੂੰ ਥੋੜੀਆਂ ਗਾਲਾਂ ਦਿੰਦਾ। ਇੱਕ ਮਿੰਟ ਜ਼ਰਾ, ਮੈਂ ਤੇ ਛੱਡ ਛੜੀਆਂ, ਮੈਂ ਤੇ ਤੋਬਾ ਕਰ ਲਈਏ ਨਾ। ਇੱਕ ਮਿੰਟ ਜ਼ਰਾ ਮੇਰੀ ਅਟਵਾਲ ਮਿਊਟ ਕਰੀ। ਆਂਦੇ ਨੇ ਬਿੱਲੀ ਹੋਰ ਚੂਹੇ ਖਾਏ 200 ਇੱਕ ਮਿੰਟ ਬਨੀ ਇਸਰਾਈਲ ਜਾਂ ਔਕਾਬ ਇੱਕ ਬੰਦਾ ਇਹ ਕਹੇ ਮੈਂ ਮਿਰਜ਼ਾ ਸਾਹਿਬ ਨੂੰ ਝੂਠਾ ਔਰ ਕਜ਼ਾਬ ਜਾਣਦਾ ਵਾਂ। ਇਹ ਮੇਰਾ ਮੌਕਫ ਹੈ। ਹੁਣ ਇੱਕ ਮੇਰਾ ਮੌਕਫ ਹੈ, ਗੱਲ ਕਰਨੀ ਹੈ ਨਾ, ਤੇ ਫਿਰ ਮੈਂ ਆਪਣਾ ਮੌਕਫ ਬਿਆਨ ਕਰਾਂਗਾ ਨਹੀਂ ਕਰਾਂਗਾ। ਮੈਂ ਤਾਂ ਕਿਸੇ ਨਬੀ ਨੂੰ ਵੀ ਨਹੀਂ ਮੰਨਦਾ। ਮੈਂ ਤੇ 1,24,000 ਦੇ ਉੱਤੇ ਆਪਣਾ ਮੌਕਫ ਜਾਣਦਾ ਨਾ। ਦੇਖੋ ਗੱਲ ਸੁਣੋ ਰਾਣਾ ਸਾਹਿਬ, ਗੱਲ ਅਸੂਲ ਦੀ। ਇੱਕ ਮਿੰਟ ਅਮਰ ਸਾਹਿਬ ਇੱਕ ਮਿੰਟ ਦੇਖੋ, ਉਹਨਾਂ ਦੇ ਕੋਲ ਤੇ ਪਿੱਛੇ ਇੱਕ ਅਸੂਲ ਮੌਜੂਦ ਹੈ। ਜਿਸ ਅਸੂਲ ਨੂੰ ਉਹਨਾਂ ਨੇ ਅਪਣਾ ਕੇ ਉਹ ਅਸੂਲ ਅਪਲਾਈ ਕੀਤਾ। ਤੁਹਾਡੇ ਕੋਲ ਕੋਈ ਅਸੂਲ ਮੌਜੂਦ ਹੈ, ਤੁਸੀਂ ਅਪਲਾਈ ਕਰ ਸਕਦੇ ਹੋ। ਹਾਂ, ਤੁਹਾਡੇ ਕੋਲ ਕੋਈ ਲਿਟਰੇਚਰ ਮੈਂ ਹਜੇ ਇੰਨੀ ਗੱਲ ਨਹੀਂ ਕਹੀ, ਇੰਨੀ ਗੱਲ ਕੀਤੀ ਹੈ ਮੈਨੂੰ ਥੱਲੇ ਲਾ ਕੇ ਤੇ ਮੈਨੂੰ ਮੇਰੇ ਮਾਂ ਪਿਓ ਨੂੰ ਗਾਲਾਂ ਕੱਢੀਆਂ ਗਈਆਂ ਨੇ। ਸਿਰਫ ਜ਼ਾਤੀਆਤ ਦੀ ਗੱਲ ਹੈ ਨਾ। ਇਹ ਸਿਰਫ ਤੁਸੀਂ ਅਗਲੇ ਨੂੰ ਤਕਲੀਫ ਪਹੁੰਚਾ